ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀਓ, ਬਹੁਤ ਬਹੁਤ ਸਵਾਗਤ ਆ ਜੀ ਆਪ ਜੀ ਦਾ ਏਕ ਨੂਰ ਰੇਡੀਓ ਦੇ ਉੱਪਰ। ਅੱਜ ਮਨ ਨੂੰ ਬੜੀ ਖੁਸ਼ੀ ਹੋ ਰਹੀ ਆ ਵੀ ਜੈਸ ਸੋਚ ਦੇ ਨਾਲ ਏਕ ਨੂਰ ਰੇਡੀਓ ਨੂੰ ਸ਼ੁਰੂ ਕੀਤਾ ਗਿਆ ਸੀ ਕਿ ਆਪਾਂ ਇੱਥੇ ਬੈਠ ਕੇ ਗੁਰੂ ਦੇ ਪਿਆਰ ਦੀਆਂ ਬਾਤਾਂ ਪਾਇਆ ਕਰਾਂਗੇ। ਆਪਾਂ ਇੱਥੇ ਬੈਠ ਕੇ ਆਪਣੇ ਜੋ ਸੱਚੇ ਪਾਤਸ਼ਾਹ ਸਾਨੂੰ ਮਹਾਨ ਸਿਧਾਂਤ ਬਖਸ਼ੇ ਆ, ਆਪਾਂ ਉਹਨਾਂ ਦੀਆਂ ਵਿਚਾਰਾਂ ਕਰਿਆ ਕਰਾਂਗੇ। ਸੋ ਇਹ ਸਾਰੀ ਸੋਚ ਨੂੰ ਮੁੱਖ ਰੱਖਦਿਆਂ ਹੋਇਆਂ ਵਾਹਿਗੁਰੂ ਦੀ ਉਸਤਤ ਦੇ ਲਈ ਇਹ ਏਕ ਨੂਰ ਰੇਡੀਓ ਦਾ ਜਿਹੜਾ ਸੀ ਉਹ ਆਪਾਂ ਸ਼ੁਰੂ ਕੀਤਾ ਸੀ। ਪਰ ਉਹ ਸਾਡੇ ਕੁਝ ਐਸੇ ਭਾਗ ਨੇ ਕਿ ਸਾਨੂੰ ਵਿੱਚੋਂ ਕੁਝ ਕੁ ਵੀਰਾਂ ਵੱਲੋਂ ਉਠਾਏ ਕਿੰਤੂਆਂ ਦੇ ਜਵਾਬ ਵਿੱਚੋਂ ਦੇਣੇ ਪੈਂਦੇ ਨੇ। ਸੋ ਖੈਰ ਅੱਜ ਆਪਾਂ ਉਸ ਪਾਸੇ ਨਹੀਂ ਜਾਣਾ। ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਗੱਲ ਆਪ ਜੀ ਦੇ ਨਾਲ, ਸੰਗਤਾਂ ਨਾਲ ਸ਼ੇਅਰ ਕਰਦੇ ਨੂੰ ਵੀ ਆਪਾਂ ਹਰੇਕ ਜਿਹੜਾ ਸ਼ੁੱਕਰਵਾਰ ਦਾ ਦਿਨ ਹੈ ਉਹ ਆਪਾਂ ਮਰਿਆਦਾ ਦੇ ਉੱਪਰ ਜਿਹੜਾ ਹੈਗਾ ਆਪਾਂ ਪ੍ਰੋਗਰਾਮ ਕਰਿਆ ਕਰਾਂਗੇ, ਜਿਹਦੇ ਵਿੱਚ ਅੱਜ ਦਾ ਜਿਹੜਾ ਦਿਨ ਸੀ ਉਹ ਆਪਣਾ ਜੋ ਪਿਛਲਾ ਵਿਸ਼ਾ ਹਜੇ ਚੱਲ ਰਿਹਾ ਸੀ ਸਿੱਖ ਧਰਮ ਦੇ ਵਿੱਚ ਸ਼ਾਸਤਰਾਂ ਦੀ ਮਹਾਨਤਾ, ਉਹਦੇ ਵਿੱਚ ਪਿਛਲੇ ਪ੍ਰੋਗਰਾਮ ਵਿੱਚ ਭਾਈ ਸੁਰਜੀਤ ਸਿੰਘ ਜੀ ਖੰਡੇਵਾਲਾ ਉਹਨਾਂ ਨੇ ਬਹੁਤ ਪਿਆਰ ਦੇ ਨਾਲ ਜਿਹੜਾ ਸੀ ਆਪਾਂ ਨੂੰ ਇਤਿਹਾਸ ਦੇ ਵਿੱਚੋਂ ਤੱਥ ਦੱਸ ਕੇ ਅਤੇ ਆਪਾਂ ਨੂੰ ਸ਼ਾਸਤਰਾਂ ਦੀ ਮਹਾਨਤਾ ਬਾਰੇ ਉਹਨਾਂ ਨੇ ਕੁਝ ਜਿਹੜੇ ਸੀਗੇ ਉਹ ਚਾਨਣਾ ਪਾਇਆ ਸੀ। ਪਰ ਇਹ ਵਿਸ਼ੇ ਬਹੁਤ ਵੱਡੇ ਨੇ, ਸੋ ਇਹਨਾਂ ਨੂੰ ਸਮੇਂ ਵਿੱਚ ਆਪਾਂ ਬੰਨ੍ਹ ਨਹੀਂ ਸਕਦੇ। ਸੋ ਕੁਝ ਆਪਾਂ ਜਿਹੜਾ ਸੀ ਉਹ ਵਿਸ਼ਾ ਵਿਚਾਰਿਆ ਸੀ, ਕੁਝ ਅੱਜ ਜਿਹੜੀ ਹੈਗੀ ਉਹ ਭਾਈ ਸਾਹਿਬ ਜੀ ਹੁਣਾਂ ਨਾਲ ਸਾਂਝ ਪਾਵਾਂਗੇ। ਅਤੇ ਇਹ ਉਹਨਾਂ ਦਾ ਧੰਨਵਾਦ ਵੀ ਹੈ ਕਿ ਭਾਈ ਸਾਹਿਬ ਜੀ ਹੁਣਾਂ ਨੂੰ ਇੰਨੇ ਰੁਝੇਵੇਂ ਦੇ ਵਿੱਚੋਂ ਜਿਹੜਾ ਸੀ ਉਹ ਸੰਗਤਾਂ ਲਈ ਟਾਈਮ ਕੱਢਦੇ ਨੇ। ਸੋ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਸਾਹਿਬ ਜੀ ਵੀ ਤੁਸੀਂ ਜੇ ਸ਼ੁੱਕਰਵਾਰ ਦੀ ਸ਼ੁੱਕਰਵਾਰ ਹਾਜ਼ਰੀ ਭਰ ਕੇ ਅਤੇ ਸਾਨੂੰ ਗੁਰੂ ਦੇ ਪਿਆਰ ਦੀਆਂ ਬਾਤਾਂ ਸੁਣਾ ਸਕੋ ਤਾਂ ਜੋ ਸਾਡੇ ਦਿਲਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦੇ ਲਈ ਸ਼ਰਧਾ ਪਿਆਰ ਹੈ ਉਹ ਹੋਰ ਵੀ ਵੱਧ ਸਕੇ। ਸੋ ਭਾਈ ਸਾਹਿਬ ਜੀ ਹੁਣਾਂ ਨੇ ਉਸ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਜਿਹੜਾ ਰੈਗੂਲਰ ਤੌਰ 'ਤੇ ਹਾਜ਼ਰੀ ਭਰਨ ਦਾ ਉਹਨਾਂ ਨੇ ਕਿਹਾ ਕਿ ਉਹ ਭਰਿਆ ਕਰਨਗੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਆ। ਸੋ ਆਓ ਆਪਾਂ ਸਮੇਂ ਨੂੰ ਸੰਕੋਚਦੇ ਹੋਏ ਭਾਈ ਸਾਹਿਬ ਜੀ ਹੁਣਾਂ ਦੇ ਨਾਲ ਆਪਾਂ ਕਨੈਕਟ ਕਰਦੇ ਹਾਂ ਜੀ, ਅਤੇ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤਾਂ ਜੋ ਆਪਾਂ ਜਿਹੜਾ ਹੈਗਾ ਇਸ ਪ੍ਰੋਗਰਾਮ ਨੂੰ ਅੱਗੇ ਆਪਾਂ ਸ਼ੁਰੂ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਲਕੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਆ ਭਾਈ ਸਾਹਿਬ ਜੀ ਆਪ ਜੀ ਦਾ ਏਕ ਨੂਰ ਰੇਡੀਓ ਦੇ ਉੱਪਰ। ਧੰਨਵਾਦ ਜੀ ਆਪ ਜੀ ਦਾ ਜੀ। ਭਾਈ ਸਾਹਿਬ ਜੀ, ਹਾਂਜੀ, ਪਹਿਲਾ ਨੰਬਰ ਦੇ ਉੱਤੇ ਆ ਕਿ ਚਲੋ ਵਾਹਿਗੁਰੂ ਦਾ ਸ਼ੁਕਰ ਆ ਕਿ ਆਪਾਂ ਜਿਹੜੀ ਮੇਨ ਸੋਚ ਦੇ ਲਈ ਏਕ ਨੂਰ ਰੇਡੀਓ ਨੂੰ ਆਪਾਂ ਸ਼ੁਰੂ ਕੀਤਾ ਸੀ, ਸੋ ਉਹਦੇ ਪ੍ਰਸੰਗ ਦੇ ਵਿੱਚ ਆਪਾਂ ਤੁਰੇ ਹਾਂ ਅਤੇ ਤੁਸੀਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਜਿਹੜੀ ਬੇਨਤੀ ਉਹਨੂੰ ਸਵੀਕਾਰ ਕਰਦਿਆਂ ਹੋਇਆਂ ਆਪਾਂ ਜਿਹੜਾ ਮਰਿਆਦਾ ਦੇ ਉੱਪਰ ਜਿਹੜੇ ਹੈਗੇ ਵੀ ਆਪਾਂ ਲੜੀਵਾਰ ਪ੍ਰੋਗਰਾਮ ਜਿਹੜੇ ਹੈਗੇ ਸ਼ੁੱਕਰਵਾਰ ਦੀ ਸ਼ੁੱਕਰਵਾਰ ਕਰਿਆ ਕਰਾਂਗੇ ਜੀ। ਜੀ। ਸੋ ਅੱਜ ਜਿਹੜਾ ਆਪਣਾ ਪਿਛਲਾ ਜਿਹੜਾ ਆਪਾਂ ਵਿਚਾਰ ਕਰ ਰਹੇ ਸੀ ਸਿੱਖ ਪੰਥ ਦੇ ਸ਼ਾਸਤਰਾਂ ਦੀ ਮਹਾਨਤਾ, ਉਹਦੇ ਬਾਰੇ ਜ਼ਰੂਰ ਜੇ ਆਪਾਂ ਪਿਛਲੇ ਪ੍ਰਸੰਗ ਨੂੰ ਅੱਗੇ ਆਪਾਂ ਅੱਜ ਤੋਰੀਏ ਤਾਂ। ਜੀ ਜੀ ਜੀ। ਇਹ ਮੈਂ ਪਹਿਲਾਂ ਸਭ ਤੋਂ ਸਾਰੇ ਗੁਰਸਿੱਖਾਂ ਨੂੰ ਹੱਥ ਜੋੜ ਕੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਦੂਸਰੀ ਬੇਨਤੀ ਹੈ ਭਾਈ ਮਲਕੀਤ ਸਿੰਘ ਜੀ ਵੀ ਇਸ ਵੇਲੇ ਸਾਰੇ ਪਾਸੇ ਸੰਸਾਰ ਤੇ ਬੜੀ ਹਾਹਾਕਾਰ ਮੱਚੀ ਹੋਈ ਆ। ਬਿਲਕੁਲ ਜੀ। ਤੇ ਆਪਾਂ ਅਰਦਾਸ ਕਰਦੇ ਹਾਂ ਗੁਰੂ ਰਾਮਦਾਸ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਕਿ ਮਹਾਰਾਜ ਦਇਆ ਮਾਇਆ ਵਰਤਾਉਣ। ਵਾਹਿਗੁਰੂ। ਬਿਲਕੁਲ ਜੀ। ਕਿਉਂਕਿ ਇਹ ਮਹਾਂਮਾਰੀ ਆ ਬਹੁਤ ਭਾਰੀ। ਜੀ ਜੀ ਜੀ। ਸਾਡੇ ਇੱਥੇ ਸਾਡੇ ਦੇਸ਼ ਵਿੱਚ ਵੀ ਬਹੁਤ ਜ਼ਿਆਦਾ, ਮਤਲਬ ਸਭ ਅਸੀਂ ਘਰਾਂ 'ਚ ਹੀ ਹਾਂ। ਜੀ ਜੀ, ਹਰ ਜਗ੍ਹਾ ਇਹੀ ਹਾਲ ਆ ਜੀ। ਤੇ ਹਫੜਾ ਦਫੜੀ ਮੱਚੀ ਹੋਈ ਆ, ਲੋਕੀ ਸਹਿਮੇ ਹੋਏ, ਡਰੇ ਹੋਏ ਆ। ਜੀ ਜੀ ਜੀ। ਤੇ ਮਤਲਬ ਕੋਈ ਜਿਹੜਾ ਉਹਨਾਂ ਨੂੰ ਹਜੇ ਵੀ ਜਿਹੜੀ ਆ ਕੋਈ ਰਾਹਤ ਦੀ ਜਿਹੜੀ ਕਿਰਨ ਆ ਉਹ ਨਜ਼ਰ ਨਹੀਂ ਆ ਰਹੀ। ਬਿਲਕੁਲ ਜੀ। ਤੋ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਜੀ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਵਾਹਿਗੁਰੂ ਜੀ। ਬਿਲਕੁਲ ਬਿਲਕੁਲ ਜੀ, ਆਪਣੀ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਆਪ ਹੱਥ ਦੇ ਕੇ ਇਸੇ ਭਾਰੀ ਤੋਂ ਸਾਡੀ ਰੱਖਿਆ ਕਰਨ। ਸਾਰਿਆਂ ਦਾ ਭਲਾ ਕਰਨ ਮਹਾਰਾਜ, ਤੇ ਸਾਰੀ ਸ੍ਰਿਸ਼ਟੀ ਨੂੰ ਆਪ ਰੱਖਣ। ਬਿਲਕੁਲ ਬਿਲਕੁਲ ਜੀ। ਜਿਵੇਂ ਮਹਾਰਾਜ ਦਾ ਫਰਮਾਨ ਵੀ ਆ ਵੀ ਜਗ ਜਲੰਦਾ ਰੱਖ ਲਓ ਆਪਣੀ ਕਿਰਪਾ ਧਾਰ। ਵਾਹਿਗੁਰੂ ਜੀ ਜੀ ਜੀ। ਬਿਲਕੁਲ ਜੀ। ਸਾਡੀ ਅਰਦਾਸ
ਸਾਂਝੇ ਤੌਰ ਦੇ ਉੱਪਰ ਦੇਖੋ ਅੱਜ ਦੁਨੀਆ ਦੀਆਂ ਵੱਡੀਆਂ ਵੱਡੀਆਂ ਸਟੇਜਾਂ ਤੋਂ ਅਰਦਾਸ ਬੇਨਤੀਆਂ ਹੋ ਰਹੀਆਂ ਨੇ। ਜਿੱਥੇ ਮੈਂ ਜੋਬ ਕਰਦਾ ਜੀ, ਉੱਥੇ ਵੀ ਉਹਨਾਂ ਨੇ ਇੱਕ ਰੂਮ ਦੇ ਵਿੱਚ ਜਿੱਦਾਂ ਜਿੰਨੇ ਵੀ ਹਰ ਕਿਸੇ ਧਰਮ ਨੂੰ ਮੰਨਣ ਵਾਲੇ ਨੂੰ ਉਹ ਬੇਨਤੀ ਕਰ ਰਹੇ ਸੀ ਵੀ ਇੱਥੇ ਅਰਦਾਸ ਬੇਨਤੀ ਕਰੀਏ। ਸੋ ਅੱਜ ਪੂਰੀ ਮਾਨਵਤਾ ਜਿਹੜੀ ਹੈਗੀ ਆ ਉਹ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਕਰ ਰਹੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰੋ। ਬਿਲਕੁਲ ਬਿਲਕੁਲ, ਕਿਉਂਕਿ ਪ੍ਰਮਾਤਮਾ ਹੀ ਆ, ਪ੍ਰਮਾਤਮਾ ਹੀ ਕਰ ਸਕਦੇ ਆ। ਜੀ ਜੀ ਜੀ, ਇਸ ਮਹਾਮਾਰੀ ਨੂੰ ਕੋਈ ਸੰਸਾਰ ਤੇ ਠੱਲ ਵੀ ਨਹੀਂ ਸਕਦਾ। ਬਿਲਕੁਲ ਬਿਲਕੁਲ ਜੀ। ਦੇਖੋ ਗੱਲ ਇਹ ਵੀ ਹੈ ਕਿ ਪ੍ਰਮਾਤਮਾ ਆਪਣੀ ਹੋਂਦ ਨੂੰ ਜਣਾਉਂਦੇ ਨੇ ਜੀ। ਜਦੋਂ ਆਪਾਂ ਦੇਖਦੇ ਹਾਂ ਕਿ ਅੱਜ ਸੰਸਾਰ ਵਿੱਚ ਵੱਡੇ ਵੱਡੇ ਇੰਨੇ ਹਥਿਆਰ ਬਣ ਗਏ ਕਿ ਉਹ ਦੁਨੀਆ ਨੂੰ ਖਤਮ ਕਰਨ ਨੂੰ ਕੁਝ ਪਲਾਂ ਵਿੱਚ ਖਤਮ ਕਰ ਸਕਦੇ ਨੇ, ਅਤੇ ਉਸ ਸਮੇਂ ਦੇ ਵਿੱਚ ਇੱਕ ਉਹ ਛੋਟਾ ਜਿਹਾ ਵਾਇਰਸ ਜਿਹੜਾ ਅੱਖਾਂ ਨਾਲ ਦਿਖਦਾ ਵੀ ਨਹੀਂ ਹੈ। ਜੀ ਜੀ ਜੀ, ਬਿਲਕੁਲ ਜੀ। ਅਤੇ ਬਸ ਇਹੀ ਅਰਦਾਸ ਹੈ ਜੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਰੱਖਿਆ ਕਰ ਲੈਣ ਦੀਨ ਦਿਆਲ ਜੀ। ਕਿਉਂਕਿ ਪ੍ਰਮਾਤਮਾ ਜਿਹੜਾ ਨਾ ਉਹਦਾ ਉਹ ਜਿਹੜਾ ਰੂਪ ਆ ਨਾ, ਅਨਕ ਰੂਪ ਖਿਨ ਮਾਹੇ ਧਾਰਦਾ। ਜੀ ਜੀ ਜੀ, ਉਹ ਬੇਅੰਤ ਰੂਪ ਆ ਪ੍ਰਮਾਤਮਾ ਦੇ। ਪ੍ਰਮਾਤਮਾ ਚਾਹਵੇ ਇੱਕ ਪਲ ਵਿੱਚ ਸਭ ਕੁਛ ਹੀ ਜਿਹੜਾ ਉਹ ਇਸ ਤਰ੍ਹਾਂ ਖਤਮ ਹੋ ਜਾਵੇ, ਜਿਵੇਂ ਮਾਰੇ ਕਹਿੰਦੇ ਨਾ ਕੀੜਾ ਥਾਪਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ, ਵਾਹਿਗੁਰੂ ਜੀ। ਤੇ ਉਹ ਚਾਹਵੇ ਹੈ ਨਾ ਪ੍ਰਮਾਤਮਾ ਦੀ ਮੌਜ ਚ ਆਏ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਵਾਹਿਗੁਰੂ ਜੀ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹਿਆ ਆਕਾਸ਼ ਕਰਾਵੇ, ਚੜ੍ਹਿਆ ਆਕਾਸ਼ ਕਰਾਵੇ। ਬਿਲਕੁਲ ਜੀ। ਇਹ ਉਹ ਸਾਰੇ ਉਹਦੀ ਰਜਾ ਚ ਆ ਨਾ। ਜਦੋਂ ਕਿ ਦੁਨੀਆ, ਮੈਂ ਕਈ ਵਾਰੀ ਸੋਚਦਾ ਹੁੰਦਾ ਸੀ, ਬਜ਼ੁਰਗਾਂ ਕੋ ਪੁੱਛਦੇ ਹੁੰਦੇ ਸੀਗੇ ਵੀ ਜਦੋਂ 47 ਦੀ ਵੰਡ ਹੋਈ ਸੀ ਉਦੋਂ ਮਹਾਮਾਰੀ ਪੈ ਗਈ ਸੀਗੀ ਤੇ ਬਹੁਤ ਸਾਰੇ ਲੋਕ ਜਿਹੜੇ ਉਹ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਗਏ ਸਨ ਜੀ। ਮੈਂ ਕਈ ਵਾਰੀ ਸੋਚਦਾ ਹੁੰਦਾ ਸੀਗਾ ਵੀ ਸ਼ਾਇਦ ਉਹ ਹੋ ਸਕਦਾ ਉਦੋਂ ਕੋਈ ਔਸ਼ਧੀਆਂ ਹੈ ਨਹੀਂ ਸੀ, ਮੈਡੀਕਲ ਹੈ ਨਹੀਂ ਸੀ ਜੀ। ਤੇ ਮੈਡੀਕਲ ਨਾ ਹੋਣ ਦੇ ਬਾਵਜੂਦ ਬਹੁਤ ਸਾਰੇ ਲੋਕ ਜਿਹੜੇ ਉਹ ਆਪਣੇ ਪਰਿਵਾਰ ਤੋਂ ਜਿਹੜੇ ਉਹ ਆਪਣੇ ਪਰਿਵਾਰ ਨੂੰ ਖੋ ਬੈਠੇ। ਜੀ ਜੀ ਜੀ। ਪਰ ਅੱਜ ਤਾਂ ਮਤਲਬ ਨਾ ਕੋਈ ਮੈਡੀਕਲ ਦੀ ਘਾਟ ਆ, ਨਾ ਵਿਗਿਆਨ ਦੀ ਘਾਟ ਆ, ਨਾ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਦੀ ਘਾਟ ਆ। ਬਿਲਕੁਲ ਜੀ। ਸਾਰੇ ਪਾਸੇ ਤੁਸੀਂ ਕਹਿ ਲਓ ਅਮਰੀਕਾ ਵਰਗਾ ਦੇਸ਼ ਹੋਵੇ ਹਨਾ, ਤਾਂ ਜਿੱਥੇ ਹੱਥ ਖੜੇ ਹੋ ਗਏ ਤੇ ਅੱਜ ਫਿਰ ਸਾਰੇ ਹੀ ਮੇਲ ਲਿਓ ਦਰਿਆਲ ਢਹਿ ਪਿਆ ਦੀਵਾਰੇ ਵਾਲੀ ਗੱਲ ਮਹਾਰਾਜ ਜੀ ਨੇ ਬਚਨ ਕਰਦੇ ਹਨਾ। ਵਾਹਿਗੁਰੂ ਬਿਲਕੁਲ ਜੀ। ਰੱਖ ਲਿਓ ਦੀਨ ਦਿਆਲ ਭਰਮਤ ਬਹੁ ਹਾਰਿਆ, ਤੇ ਸਾਰੇ ਮਿਲ ਕੇ ਹੁਣ ਇੱਕ ਆਸਰਾ ਲੈ ਰਹੇ। ਤੇ ਮੈਂ ਸਮਝਦਾ ਵੀ ਜਦੋਂ ਮਨੁੱਖ ਦੀ ਕੋਈ ਵਾਹ ਨਹੀਂ ਜਾਂਦੀ ਤਾਂ ਉਹਨੂੰ ਕਹਿ ਵੀ ਦੇਣਾ ਚਾਹੀਦਾ ਵੀ ਪ੍ਰਮਾਤਮਾ ਹੁਣ ਸਾਡੇ ਕੋਲ ਕੁਛ ਨਹੀਂ ਹੁੰਦਾ। ਬਿਲਕੁਲ ਬਿਲਕੁਲ ਜੀ। ਫਿਰ ਕਿਤੇ ਜਾ ਕੇ ਜਦੋਂ ਮੈਂ ਇਹਨੂੰ ਛੱਡ ਦਿਆਂਗੇ ਫਿਰ ਤੂੰ ਦੀ ਗੱਲ ਜਿਹੜੀ ਆ ਉਹ ਹੁੰਦੀ ਹੈ। ਕਿਉਂਕਿ ਜਦੋਂ ਮਨੁੱਖ ਨਿਰਾਸ਼ ਹੁੰਦਾ ਨਾ, ਉੱਥੇ ਦੋ ਚੀਜ਼ਾਂ ਨਿਕਲਦੀਆਂ, ਚਾਹੇ ਤੇ ਮਨੁੱਖ ਨਾਸਤਿਕ ਹੋ ਜਾਂਦਾ, ਚਾਹੇ ਆਸਤਿਕ ਬਣ ਜਾਂਦਾ। ਬਿਲਕੁਲ ਜੀ। ਜਦੋਂ ਆਸਤਿਕ ਹੋਵੇ ਤੇ ਉਹ ਇੱਕ ਗੱਲ ਕਹਿ ਦੇਵੇ ਕਿ ਪ੍ਰਮਾਤਮਾ ਮੈਂ ਆਪਣਾ ਯਤਨ ਕਰਕੇ ਦੇਖ ਲਿਆ, ਮੈਂ ਬਹੁਤ ਯਤਨ ਕਰ ਰਿਹਾ, ਮੇਰੇ ਕੋਲੇ ਕੁਛ ਨਹੀਂ ਹੋ ਰਿਹਾ, ਇਹ ਵਾਹਿਗੁਰੂ ਹੁਣ ਤੂੰ ਆਪਣੀ ਦਇਆ ਕਰ, ਕੁਛ ਤੂੰ ਆਪਣੀ ਮਿਹਰ ਵਰਤਾ, ਕੁਛ ਬਖਸ਼ ਵਰਤਾ। ਬਿਲਕੁਲ ਬਿਲਕੁਲ ਜੀ। ਤੇ ਇੰਨੇ ਦੇ ਨਾਲ ਜਦੋਂ ਬੰਦਾ ਆਪਣੇ ਹੋਮੇ ਦੀ ਦੀਵਾਰ ਤੋੜ ਲੈਂਦਾ ਤੇ ਫਿਰ ਪ੍ਰਮਾਤਮਾ ਤੇ ਕਿਤੇ ਗਿਆ ਹੀ ਨਹੀਂ ਹੋਇਆ। ਬਿਲਕੁਲ ਬਿਲਕੁਲ ਜੀ। ਇਹ ਇੱਕ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡ ਵਾਲੇ ਮਹਾਂਪੁਰਸ਼ ਬਚਨ ਵੀ ਕਰਦੇ ਹੁੰਦੇ ਸੀ ਕਿ ਜਦੋਂ ਤੱਕ ਵਾਹਿਗੁਰੂ ਦਾ ਸਿਮਰਨ ਤੁਹਾਡੇ ਕੋਲ ਆ ਅਤੇ ਤੁਹਾਡੇ ਕੋਲ ਸਾਰੀਆਂ ਜਿਹੜੀਆਂ ਕਾਇਨਾਤ ਦੀਆਂ ਖੁਸ਼ੀਆਂ ਤੁਹਾਡੇ ਕੋਲ ਨੇ, ਜਦੋਂ ਵਾਹਿਗੁਰੂ ਦਾ ਸਿਮਰਨ ਨਾ ਰਿਹਾ ਤਾਂ ਤੁਹਾਡੇ ਕੋਲ ਬਚਦਾ ਨਹੀਂ ਆ। ਮੈਂ ਹੁਣ ਜਦੋਂ ਕਰੋਨਾ ਵਾਇਰਸ ਦੇ ਪੇਸ਼ੈਂਟ ਦੇਖਦਾ ਸੀ, ਕੋਈ ਉਹਨਾਂ ਦੇ ਕੋਲ ਜਾਣ ਤੋਂ ਵੀ ਕਤਰਾਉਂਦਾ ਆ। ਸੋ ਉਸ ਸਮੇਂ ਕੇਵਲ ਤੇ ਕੇਵਲ ਉਹਨਾਂ ਦੇ ਲਾਗੇ ਵਾਹਿਗੁਰੂ ਹੀ ਉਸ ਸਮੇਂ ਉਹਨਾਂ ਤੇ ਸਹਾਈ ਹੋ ਰਹੇ ਨੇ। ਮਹਾਰਾਜ ਕਹਿੰਦੇ ਨਾ ਅਬ ਨਾ ਭਜਸ ਭਜਸ ਕਬ ਭਾਈ, ਵਾਹਿਗੁਰੂ ਜੀ। ਆਵੇ ਅੰਤ ਨਾ ਭਜਿਆ ਜਾਏ। ਫਿਰ ਜਦੋਂ ਸਮਾਂ ਆ ਜਾਂਦਾ ਫਿਰ ਮਹਾਰਾਜ ਕਹਿੰਦੇ ਕੋਈ ਲਾਗੇ ਨਹੀਂ ਆਉਂਦਾ ਨਾ, ਬਿਪਤ ਪਰੀ ਸਭ ਹੀ ਸੰਗ ਛੱਡਤ, ਵਾਹਿਗੁਰੂ ਜੀ। ਉਹ ਨਾ ਆਵਤ ਨੇਰੇ। ਮਹਾਰਾਜ ਤਾਂ ਵਾਰ-ਵਾਰ ਕਹਿੰਦੇ ਕੋਈ ਆਉਂਦਾ ਨਹੀਂ ਹੁੰਦਾ ਫਿਰ ਲਾਗੇ। ਜੀ ਜੀ ਜੀ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸੰਸਾਰ ਤੇ ਤੇਰੀ ਕਿਹਨੇ ਸਹਾਇਤਾ ਕਰਨੀ। ਬਿਲਕੁਲ ਬਿਲਕੁਲ ਜੀ। ਸੋ ਸਤਿਗੁਰੂ ਕਿਰਪਾ ਕਰਨ। ਆਪਾਂ ਇਹ ਵੀ ਅਰਦਾਸ ਕਰ ਰਹੇ ਹਾਂ ਇੱਕ ਨੂਰ ਰੇਡੀਓ ਰਾਹੀਂ ਸਾਰੀ ਲੁਕਾਈ ਵਾਸਤੇ, ਵਾਹਿਗੁਰੂ ਜੀ ਜੀ ਜੀ। ਮਹਾਰਾਜ ਸਾਹਿਬ ਜੀ ਆਪਣਾ ਤਰਸ ਵਰਤਾਓ, ਦਇਆ ਵਰਤਾਓ। ਮਹਾਰਾਜ ਸਾਰੇ ਸੰਸਾਰ ਦੇ ਪਾਪਾਂ ਨੂੰ ਹਰਨ ਕਰਨ ਵਾਲੇ ਆਪ ਹੀ ਪ੍ਰਮਾਤਮਾ, ਹਰਨ ਭਰਨ ਜਾਂ ਕਾ ਨੇਤਰ ਖੋਲ। ਬਿਲਕੁਲ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਸੋ ਆਪ ਜੀ ਕਰੋ ਕਿਰਪਾ, ਜੋ ਆਪਾਂ ਵਿਸ਼ਾ ਸੀ ਆਪਾਂ ਉਹਨੂੰ ਸ਼ੁਰੂ ਕਰੀਏ। ਦਾਤਾ ਸਤਿਗੁਰੂ ਰਹਿਮਤ ਕਰੇ, ਕਿਉਂਕਿ ਸਮਾਂ ਬੜਾ, ਆਪਣਾ ਵੀ ਸਮਾਂ ਜਿਹੜਾ ਬੜਾ ਕੀਮਤੀ ਹੈ ਤੁਹਾਡਾ।
ਜੀ ਜੀ ਹਾਂਜੀ, ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਹੜਾ ਹੈਗਾ ਆ ਉਹ 1 ਆਵਰ ਦੇ ਵਿੱਚ ਪ੍ਰੋਗਰਾਮ ਜਿਹੜਾ ਹੈਗਾ ਉਹ ਆਪਾਂ ਸਮਾਪਤੀ ਕਰਿਆ ਕਰੀਏ, ਅਤੇ ਆਪਾਂ ਜਿੰਨਾ ਜੀ ਜਿੰਨਾ ਪ੍ਰਕਰਨ ਹੋਵੇਗਾ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਉਹਨੂੰ ਵਿਚਾਰਦੇ ਚੱਲਿਆ ਕਰਾਂਗੇ। ਹਾਂਜੀ, ਆਪ ਕਰੋ ਵਿਚਾਰ, ਦੱਸੋ ਜੀ, ਆਪਾਂ ਸ਼ੁਰੂ ਕਰੀਏ। ਜੀ 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 ਬਿਲਕੁਲ ਜੀ, ਜਿਵੇਂ ਉਸ ਦਿਨ ਆਪਾਂ ਵਿਚਾਰ ਕਰ ਰਹੇ ਸੀ ਕਿ ਜਿਹੜੀ ਸ਼ਾਸਤਰਾਂ ਦੀ ਤੁਸੀਂ ਮਹਾਨਤਾ ਸੰਗਤਾਂ ਨਾਲ ਸਾਂਝੀ ਕੀਤੀ ਸੀ, ਮੈਂ ਚਾਹੁੰਦਾ ਸੀ ਉਹਨੂੰ ਇੱਕ ਵਾਰੀ ਦੁਬਾਰਾ ਤੋਂ ਆਪਾਂ ਮੋਟੇ ਤੌਰ ਦੇ ਉੱਤੇ ਬੇਨਤੀਆਂ ਕਰ ਲੈਂਦੇ, ਤਾਂ ਜੋ ਮੈਂ ਪ੍ਰਕਰਨ ਉਹ ਦੇ ਨਾਲ ਸੰਗਤਾਂ ਹਾਂ ਜਿਹੜੀਆਂ ਉਹ ਜੁੜ ਜਾਣ। ਮੈਂ ਬੇਨਤੀ ਕੀਤੀ ਸੀਗੀ ਵੀ ਹਿੰਦੁਸਤਾਨ ਦਾ ਖਾਸਾ ਰਿਹਾ ਕਿ ਹਿੰਦੁਸਤਾਨ ਨੂੰ ਜਿਹੜਾ ਸੀ ਉਹ ਸ਼ਾਸਤਰਹੀਣ ਕਰ ਦਿੱਤਾ ਸੀ ਸਮਾਜ ਵਿੱਚ। ਜੀ ਵਾਹਿਗੁਰੂ। ਹਿੰਦੁਸਤਾਨ ਲਗਾਤਾਰ 700 ਸਾਲ ਦੀ ਲੰਬੇ ਸਮੇਂ ਦੀ ਗੁਲਾਮੀ ਭੋਗਦਾ ਰਿਹਾ, ਜੀ ਔਰ ਇਹਦੇ ਕੋਲੇ ਇਹ ਸ਼ਾਸਤਰ ਤੋਂ ਨਾ ਹੋਣ ਕਰਕੇ ਇਹਦੇ ਕੋਲੇ ਵਿਚਾਰ ਵੀ ਸੀ, ਇਹਦੇ ਕੋਲੇ ਮਾਲਾ ਵੀ ਸੀ, ਨਾਮ ਵੀ ਸੀ। ਜੀ ਮਾਲਾ ਵੀ ਇਹਦੇ ਕੋਲੇ ਬਹੁਤ ਸੀ, ਪਰ ਇਹਦੀ ਮਾਲਾ ਜਿਹੜੀ ਉਹ ਤਲਵਾਰ ਦਾ ਮੁਕਾਬਲਾ ਨਹੀਂ ਕਰ ਸਕੀ। ਬਿਲਕੁਲ ਜੀ। ਕਿਉਂਕਿ ਮੁਗਲ ਕੋਲ ਤਲਵਾਰ ਬੜੀ ਜ਼ਾਲਮ ਸੀ, ਉਹਦੀ ਤਲਵਾਰ ਬੜੀ ਤਾਕਤ ਸੀ, ਉਹ ਬੜਾ ਜ਼ਾਲਮ ਸੀ। ਜੀ ਜਦੋਂ ਆਉਂਦਾ ਸੀਗਾ ਹਿੰਦੁਸਤਾਨ ਦੇ ਘਰ ਬਾਹਰ ਲੁੱਟ ਲੈਂਦਾ ਸੀ। ਜੀ ਘਰ ਬਾਹਰ ਹੀ ਨਹੀਂ ਲੁੱਟਦਾ ਸੀਗਾ, ਧਨ ਮਾਲ ਲੁੱਟ ਲੈਂਦਾ ਸੀ। ਇਹ ਵਿਚਾਰੇ ਖੜੇ ਵੇਖਦੇ ਰਹਿੰਦੇ ਸੀ, ਬਚਾ ਨਹੀਂ ਸੀ ਸਕਦੇ, ਬਲਕਿ ਇਹ ਕਹਿੰਦੇ ਹੁੰਦੇ ਸੀ ਚਲੋ ਭਗਵਤ ਮਾਤਾ ਕੀ ਇਹ ਇੱਛਾ ਥੀ, ਜੀ ਭਗਵਤ ਮਾਤਾ और दे देगी, पर अपने धन माल की राखी नहीं सी कर सकते। ਬਿਲਕੁਲ ਜੀ। तो महाराज साहब ने सारा हिंदुस्तान नूं देखिया भी इनू बुजदल बना दिता गया, जी डरपोक ते काहर बना दिता गया। जी ते फिर गुरु नानक साहब जी ने विचारधारा दे नाल दाता सतगुरु जी ने जिथे अंदर विचार दित्ती, बाहर हथियार दिता। बिल्कुल जी। क्योंकि तेरी विचार नूं सामभण वास्ते हथियार जरूरी आ। धर्म दा मार्ग भी महाराज साहब ने खंडे धार मार्ग नूं दस्सिया। और बाबा फरीद साहब जी 11वीं सदी च होए ते बाबा जी ने अपनी बाणी विच, क्योंकि वो बिल्कुल नरोल धार्मिक सी जी, जिथे वो महापुरख सीगे, रब नाल जुड़े हुए सी, उत्थे उन्हां ने अपने बचनां राहीं अकाल पुरख दे बचन सांझे कीते कि वाट हमारी खरी उडीनी, खन्यो तिखी बहुत प्रेणी, इस उपर है मार्ग मेरा, उस उपर है मार्ग मेरा। वो कहंदे जिहड़ी धर्म दी वाट आ ना, ये भी खंडे धार वा जी। ते धर्म ते चलना भी, जे विचार भी है तुहाडे कोल ते विचार नूं संभालण वास्ते तुहाडे कोल हथियार अति जरूरी होना चाहिदा है। बिल्कुल जी। क्योंकि समाज विच 3 चीज़ां लुटिया गईयां, धन भी लुटिया गया, जोबन लुटिया गया ते विचार लुटी गई जी। जिवें श्री हरमंदर साहब विच विचार आ, और विचार नूं संभालण वास्ते गुरु हरगोबिंद साहब ने 12 अकाल तख्त साहब सिर दिता। बिल्कुल जी। क्योंकि जिहड़ी हथियार आ, शास्त्र है, वो बाहर पैंदा आ, जिहड़ी विचार हुंदी है साडे अंदर हुंदी है। बिल्कुल जी। तो इसे प्रकार ही महाराज साहब जी ने नवा जीवन दिता साडे समाज विच जी। नवा जीवन दाता सतगुरु जी ने दिता, लोकां नूं शास्त्र बंद कीता जी। बिल्कुल। ते मोहर ला के महाराज ने क्या भाई कि जिहड़ा गुरु का सिख है, ਉਹਦੇ ਗੁਰੂ 2 ਨੇ, ਇੱਕ ਗੁਰੂ ਉਹਦੇ ਤਨ ਦੀ ਰੱਖਿਆ ਕਰਦਾ, ਇੱਕ ਗੁਰੂ ਉਹਦੇ ਮਨ ਦੀ ਰੱਖਿਆ ਕਰਦਾ। ਬਿਲਕੁਲ ਜੀ। ਇਸੇ ਲਈ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ, ਇਤਿਹਾਸਕ ਸਥਾਨਾਂ ਤੇ ਜਾਂਦੇ ਹਾਂ, ਤੇ ਸਾਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਗੁਰੂ ਸਾਹਿਬ ਨੂੰ ਜਾ ਕੇ ਮੱਥਾ ਟੇਕਦੇ ਹਾਂ, ਉਹਨਾਂ ਦੇ ਸਾਹਮਣੇ ਸੱਜੇ ਹੋਏ ਸ਼ਾਸਤਰਾਂ ਨੂੰ ਮੱਥਾ ਟੇਕਦੇ ਹਾਂ ਜੀ। ਬਿਲਕੁਲ। ਇਹਦਾ ਮਤਲਬ ਹੈ ਕਿ ਭਾਈ ਸ਼ਾਸਤਰ ਤੇਰਾ ਗੁਰੂ ਹੈ, ਤੇਰੇ ਤਨ ਦੀ ਰੱਖਿਆ ਕਰੇਗਾ। और ਜਿਹੜਾ ਸ਼ਬਦ ਗੁਰੂ ਆ, ਜਿਹੜਾ ਗਿਆਨ ਗੁਰੂ ਸ਼ਬਦ ਗੁਰੂ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਤੇਰੇ ਮਨ ਦੀ ਰੱਖਿਆ ਕਰੇਗਾ, ਤੈਨੂੰ ਅੰਦਰੋਂ ਬਲਵਾਨ ਕਰੇਗਾ। ਬਿਲਕੁਲ ਜੀ। ਕਿਉਂਕਿ ਪ੍ਰੋਬਲਮ ਇਹ ਆ ਰਹੀ ਸੀ, ਉਹਨਾਂ ਕੋਲੇ ਮੁਗਲਾਂ ਕੋਲੇ ਸ਼ਾਸਤਰ ਤੇ ਸੀ, ਪਰ ਉਹਨਾਂ ਕੋਲ ਵਿਚਾਰ ਨਹੀਂ ਸੀ, ਦਇਆ ਨਹੀਂ ਸੀ ਜੀ। ਕਿਉਂਕਿ ਦਇਆ ਧਰਮ ਦਾ ਮੂਲ ਹੁੰਦਾ ਜੀ। ਉਹਨਾਂ ਕੋਲੇ ਦਇਆ ਨਹੀਂ ਸੀ। ਜੀ ਦਇਆ ਹੁੰਦੀ ਤਾਂ ਲੋਕਾਂ ਦੀਆਂ ਬੱਚੀਆਂ ਜਾ ਕੇ ਗਜਨੀ ਦੇ ਬਾਜ਼ਾਰ 'ਚ ਟਕੇ ਟਕੇ ਨੂੰ ਕਿਉਂ ਵੇਚਦੇ। ਬਿਲਕੁਲ ਬਿਲकुल ਜੀ। ਉਹਨਾਂ ਕੋਲੇ ਦਇਆ ਨਹੀਂ ਸੀ। ਜਿਨ੍ਹਾਂ ਕੋਲੇ ਦਇਆ ਸੀ ਉਹਨਾਂ ਕੋਲ ਧਰਮ ਦੀ ਰਾਖੀ ਨਹੀਂ ਸੀ, ਉਹਨਾਂ ਕੋਲ ਮਾਲਾ ਤੇ ਸੀ, ਪਰ ਮਾਲਾ ਦੇ ਨਾਲ ਤਲਵਾਰ ਨਹੀਂ ਸੀ। ਭਗਤੀ ਸੀ, ਭਗਤੀ ਨਾਲ ਸ਼ਕਤੀ ਨਹੀਂ ਸੀ। ਜੀ ਜੀ, ਦੋਵੇਂ ਚੀਜ਼ਾਂ ਸੀ ਸੰਸਾਰ ਦੇ ਉੱਤੇ, ਪਰ ਦੋਵਾਂ ਦਾ ਸੁਮੇਲ ਨਹੀਂ ਸੀ। ਹਾਂ, ਉਹ ਬਰਾਬਰ ਨਹੀਂ ਸੀ, ਪਹਿਲੂ ਬਰਾਬਰ ਨਹੀਂ ਸੀ ਕਰ ਸਕਿਆ ਸਮਾਜ। ਜੀ ਬਿਲਕੁਲ ਜੀ। ਕਿਉਂਕਿ ਇੱਥੇ ਗੱਲ ਹੋਰ ਕਹਿ ਦਿਆਂ, 2 ਚੀਜ਼ਾਂ ਆਈਆਂ ਵੀ
ਕਿੰਗਰੀ ਦੇ ਮੈਦਾਨ ਵਿੱਚ ਜੀ ਰਾਜੇ ਅਸ਼ੋਕ ਨੇ ਆਪਣੀ ਤਲਵਾਰ ਸੁੱਟ ਦਿੱਤੀ ਸੀ। ਜੀ ਉਹਨੇ ਇਸ ਕਰਕੇ ਸੁੱਟਤੀ ਕਿ ਮੈਂ ਇਹ ਗੱਲ ਨੂੰ ਆਪਣੇ ਜੀਵਨ 'ਚ ਨਹੀਂ ਅਪਣਾਉਂਦਾ। ਮੈਂ ਤਾਂ ਇਹ ਜਿਹੜਾ ਮਤਲਬ ਧਰਮ ਆ ਉਹ ਦਇਆ ਤੋਂ ਸ਼ੁਰੂ ਕਰਨਾ। ਜੀ ਪਰ ਦੁੱਖ ਦੀ ਗੱਲ ਇਹ ਆ ਵੀ ਅਸ਼ੋਕ ਨੇ ਹਿੰਦੁਸਤਾਨ ਨੂੰ ਸ਼ੇਰ ਦਾ ਮੂੰਹ ਦਿੱਤਾ, ਤੇ ਸ਼ੇਰ ਤੇ ਹੁੰਦਾ ਹੀ ਖੂਨ ਖਾ ਰਿਹਾ। ਬਿਲਕੁਲ ਜੀ। ਉਹਦੇ ਤੁਸੀਂ ਦੇਖੋ ਜਿਹੜੇ ਸਾਡੇ ਸਿੰਬਲ ਆ ਸਾਡੇ ਦੇਸ਼ ਦਾ, ਜੀ 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 ਸਿੰਬਲ ਹੈ ਜਿਹੜਾ ਉਹ ਸ਼ੇਰ ਬਣੇ ਹੋਇਆ ਦੋ, ਬਿਲਕੁਲ ਜੀ। ਤੇ ਸ਼ੇਰ ਤੇ ਹੁੰਦਾ ਹੀ ਖੂਨ ਖਾ ਰਿਹਾ। ਬਿਲਕੁਲ ਬਿਲਕੁਲ ਜੀ। ਸ਼ੇਰ ਅੰਦਰ ਦਇਆ ਦੀ ਕਿਹੜੀ ਗੱਲ ਆ? ਤੁਸੀਂ ਸਿੰਬਲ ਜਿਹੜਾ ਉਹ ਸ਼ੇਰ ਦਾ ਲੈ ਰਹੇ ਆ, ਪਰ ਅਸੀਂ ਕਹਿ ਰਹੇ ਆ ਵੀ ਅਸੀਂ ਮਤਲਬ ਦਇਆ ਰੱਖਾਂਗੇ। ਇਹ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਸੀ ਅਖੰਡ ਭਾਰਤ ਵਿੱਚ? ਬਿਲਕੁਲ ਬਿਲਕੁਲ ਜੀ। ਇਸ ਕਰਕੇ ਸੱਚੇ ਪਾਤਸ਼ਾਹ ਦੇ ਜਦੋਂ ਘਰ ਜਾਂਦੇ ਅਸੀਂ, ਤੇ ਮਹਾਰਾਜ ਨੇ ਦੋਵੇਂ ਚੀਜ਼ਾਂ ਬਰਾਬਰ ਰੱਖ ਕੇ ਸ਼ਕਤੀ ਤੇ ਭਗਤੀ ਸਾਨੂੰ ਦਿੱਤੀ ਜੀ। ਔਰ ਇਹ ਗੱਲ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤੀ ਕਿ ਸ਼ਕਤੀ ਤੇ ਭਗਤੀ ਦਾ ਜਿਹੜਾ ਸਰੂਪ ਆ ਉਹ ਆ ਖਾਲਸਾ ਜੀ। ਔਰ ਇੱਥੇ ਬਸ ਨੇ ਜਦੋਂ ਅਸੀਂ ਤਖਤਾਂ ਤੇ ਜਾ ਕੇ ਖਲੋਨੇ ਆ, ਤਖਤ ਸਾਹਿਬਾਂ ਤੇ, ਔਰ ਉਹਨਾਂ ਦੇ ਨਿਯਮ ਮੁਤਾਬਕ, ਮਰਜ਼ਾਦਾ ਮੁਤਾਬਕ ਉਹ ਸਾਨੂੰ ਸ਼ਾਸਤਰਾਂ ਦੇ ਦਰਸ਼ਨ ਵੀ ਕਰਾਉਂਦੇ ਆ। ਬਿਲਕੁਲ ਜੀ। ਤੇ ਦਰਸ਼ਨ ਕਰਾਉਣ ਦਾ ਮਤਲਬ ਕੀ ਆ? ਕੀ ਮਤਲਬ ਇਹਦਾ? ਉਹ ਦੱਸ ਰਹੇ ਹੁੰਦੇ ਆ ਕਿ ਬਾਬਾ ਦੀਪ ਸਿੰਘ ਦਾ ਖੰਡਾ ਆ ਜੀ। ਉਹ ਦੱਸ ਰਹੇ ਹੁੰਦੇ ਕਿ ਇਹ ਜਿਹੜੀ ਕਿਰਪਾਨ ਹੈ, ਇਹ ਤਲਵਾਰ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੀਰ ਹੈ। ਵਾਹਿਗੁਰੂ ਜੀ। ਬਿਲਕੁਲ। ਉਹ ਅੱਜ ਵੀ ਉਹ ਟੋਪੀਦਾਰ ਬੰਦੂਕਾਂ, ਢਾਲਾਂ, ਜਦੋਂ ਹਜੂਰ ਸਾਹਿਬ ਤਖਤ ਸਾਹਿਬ ਜਾਈਏ ਤੇ ਪੁਜਾਰੀ ਸਾਨੂੰ ਉਹਦੇ ਦਰਸ਼ਨ ਕਰਾਉਂਦੇ ਨੇ। ਬਿਲਕੁਲ ਜੀ। ਮਤਲਬ ਹੁੰਦਾ ਹੈ ਕਿ ਇਹ ਕਦੀ ਤੁਹਾਡਾ ਗੁਰੂ ਪਾਉਂਦਾ ਸੀ। ਬਿਲਕੁਲ ਜੀ। ਬਿਲਕੁਲ। ਤਾਂ ਤੁਹਾਡੇ ਅੰਦਰੋਂ ਸਪਿਰਿਟ ਰਹੇ ਕਿ ਸ਼ਾਸਤਰਹੀਨ ਜਿਹੜਾ ਵਾ ਨਰ ਕਬੂ ਨਾ ਹੋਏ, ਸ਼ਾਸਤਰ ਤੋਂ ਬਿਨਾਂ ਤੂੰ ਕਦੀ ਨਾ ਰਹੇ। ਜੀ ਜੀ ਜੀ। ਉਹ ਤੁਹਾਨੂੰ ਇਸ ਗੱਲ ਦਾ ਪ੍ਰਤੀਤ ਹੈ, ਇਸ ਗੱਲ ਦਾ ਤੁਹਾਨੂੰ ਉਹ ਇਹ ਸੰਦੇਸ਼ ਦੇ ਰਿਹਾ, ਸੁਨੇਹਾ ਦੇ ਰਹੇ ਨੇ ਗੁਰੂ ਦੇ ਸ਼ਾਸਤਰ ਕਿ ਤੁਹਾਡੇ ਪਿਤਾਮਾ ਕਿੱਡੇ ਬਲਵਾਨ ਸਨ, ਉਹਨਾਂ ਦੇ 18 ਸ਼ੇਰ ਦੇ ਖੰਡੇ ਸਨ। ਵਾਹਿਗੁਰੂ ਜੀ। ਬਿਲਕੁਲ ਜੀ। ਹਾਂਜੀ, ਇਸ ਗੱਲ ਦਾ ਸੁਨੇਹਾ। ਤੋਂ ਇੱਥੇ ਮੈਂ ਇੱਕ ਗੱਲ ਕਹਿ ਕੇ ਜੋ ਲੜੀ ਅੱਗੇ ਤੋਰਾਂ ਜੀ ਕਿ ਸੱਚੇ ਪਾਤਸ਼ਾਹ ਜੀ ਨੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਵਿਚਾਰ ਲਿਆਂਦੀ ਸੀ ਉਦੋਂ ਜੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿੱਥੇ ਆਪ ਮਹਾਰਾਜ ਸਾਹਿਬ ਨੇ ਅਥਾਹ ਪਿਆਰ ਕੀਤਾ ਸ਼ਾਸਤਰਾਂ ਨਾਲ, ਜੀ, ਉੱਥੇ ਸਿੱਖ ਨੂੰ ਸੱਚੇ ਪਾਤਸ਼ਾਹ ਜੀ ਨੇ ਸਪਸ਼ਟ ਰੂਪ ਵਿੱਚ ਉਸ ਨੂੰ ਬਾਣੀ ਵਿੱਚ ਦਾਤਾ ਸੱਚੇ ਪਾਤਸ਼ਾਹ ਜੀ ਨੇ ਸ਼ਾਸਤਰ ਬਣਾ ਦਿੱਤਾ। ਵਾਹਿਗੁਰੂ। ਬਿਲਕੁਲ ਜੀ। ਔਰ ਉਸ ਨੂੰ ਕਿਹਾ ਭਾਈ ਜੇ ਤੂੰ ਆਪਣੀ ਆਨ ਸ਼ਾਨ ਨੂੰ ਉੱਚਾ ਰੱਖਣਾ ਆ ਤੇ ਗਰੀਬ ਦੀ ਰੱਖਿਆ ਕਰਨੀ ਆ, ਮਜਲੂਮ ਦੀ ਰੱਖਿਆ ਕਰਨੀ ਆ ਤੇ ਜਰਵਾਣੇ ਦੀ ਭਖਿਆ ਕਰਨੀ ਆ, ਤੇ ਤੈਨੂੰ ਇਹਦੀ ਪੂਜਾ ਕਰਨੀ ਪਵੇਗੀ ਸ਼ਾਸਤਰ ਦੀ। ਸ਼ਾਸਤਰ ਦੀ ਪੂਜਾ ਤੋਂ ਬਿਨਾਂ ਸਮਾਜ ਵਿੱਚ ਤਬਦੀਲੀ ਕਦੇ ਨਹੀਂ ਆ ਸਕਦੀ। ਬਿਲਕੁਲ ਜੀ। ਔਰ ਕਿਹਾ ਨਹੀਂ ਕੇਵਲ ਆਪਣੇ ਹੱਥ ਵਿੱਚ ਲੈ ਕੇ ਬਚਨ ਕਿਹਾ ਕਿ ਹਮ ਇਹ ਕਾਜ ਜਗਤ ਮੂੰ ਆਏ, ਧਰਮ ਹੇਤ ਗੁਰਦੇਵ ਪਠਾਏ, ਜੀ, जहां तहां तुम धर्म चलाए, जहां तहां तुम धर्म विस्तारो, हाँ जी, दुष्ट दुखियन पकड़ पछारो, जही काज धरा हम जन्म ते समझ लियो साधु सब मन। वाहिगुरु जी। अपने हाथ में तेग लैके महाराज ने कहा भाई मैं तेरा करके संसार तो पाप दा नाश कर सकदा है। वाहिगुरु जी। बिल्कुल। तो सच्चे पातशाह जी ने एक रूप बना दिता जी। ਦਾਤਾ ਸਤਿਗੁਰੂ ਸਾਹਿਬ ਨੇ ਖਾਲਸਾ ਬਾਹਰੋਂ ਉਹਨੂੰ ਅੰਦਰ ਵਿਚਾਰ ਦਿੱਤੀ, ਬਾਹਰੋਂ ਉਹਨੂੰ ਸ਼ਾਸਤਰ ਦਿੱਤਾ। ਬਿਲਕੁਲ ਜੀ। ਤੇ ਜਦੋਂ ਮਹਾਰਾਜ ਹਜੂਰ ਸਾਹਿਬ ਟਿਕੇ ਹੋਏ ਸੀ ਨਾ ਜੀ, ਸੱਚੇ ਪਾਤਸ਼ਾਹ ਜੀ ਹਜੂਰ ਸਾਹਿਬ ਜਾ ਕੇ ਉਹ ਸਥਾਨ ਪ੍ਰਗਟ ਕੀਤਾ। ਮਹਾਰਾਜ ਨੇ ਤਖਤ ਸਾਹਿਬ ਜੀ, ਅਸਥਾਨ ਉਹ ਪ੍ਰਗਟ ਕਰਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਾਲੇ ਪਾਸੇ ਤੋਰਿਆ, ਉਹਨੂੰ ਵੀ ਸ਼ਾਸਤਰ ਦੇ ਕੇ ਅੰਮ੍ਰਿਤ ਛਕਾ ਕੇ ਤੋਰਿਆ। ਬਿਲਕੁਲ ਜੀ। ਤੇ ਆਪ ਮਹਾਰਾਜ ਸਾਹਿਬ ਉੱਥੇ ਜਦੋਂ ਮਹਾਰਾਜ ਰਹਿ ਰਹੇ ਸਨ ਤੇ ਪਾਲੀ ਸ਼ਹਿਰ ਤੋਂ ਇੱਕ ਸਿੱਖ ਸੀ, ਉਹਦਾ ਨਾਮ, ਉਹ 2 ਖੰਜਰ ਲੈ ਕੇ ਆਇਆ ਉੱਥੇ ਜੀ, ਹਜੂਰ ਸਾਹਿਬ ਦੀ ਧਰਤੀ ਤੇ। ਹਜੂਰ ਸਾਹਿਬ, ਠੀਕ ਹੈ ਜੀ। ਤੇ ਇਧਰੋਂ ਜਿਹੜਾ ਸੀਗਾ ਸੂਬਾ ਸਰਹੰਦ ਸੀਗਾ, ਜੀ, ਉਹ ਮਹਾਰਾਜ ਸਾਹਿਬ ਜੀ ਦੀ ਪਿੱਛੋਂ ਜਿਹੜੀ ਸੀਗੀ ਉਹ ਮੁਕਬਰੀ ਕਰਾ ਰਿਹਾ ਸੀਗਾ, ਕਿਉਂਕਿ ਉਹਨੂੰ ਪਤਾ ਸੀਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਪ੍ਰੇਮ ਹੈ ਉਹ ਬਹਾਦਰ ਸ਼ਾਹ ਮਹਾਰਾਜ ਨੂੰ, ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਪ੍ਰੇਮ ਕਰਨ ਲੱਗ ਪਿਆ ਬਹੁਤ। ਜੀ। ਤੇ ਬਹਾਦਰ ਸ਼ਾਹ ਉਦੋਂ ਤਖਤ ਦਾ ਰਾਜਾ ਸੀਗਾ, ਦਿੱਲੀ ਤਖਤ ਦਾ ਰਾਜਾ। ਜੀ।
ਤੇ ਉਹਨੂੰ ਪਤਾ ਸੀ ਵੀ ਪ੍ਰੇਮ ਦੀ ਨੇੜਤਾ ਜੇ ਇਦਾਂ ਹੀ ਵੱਧਦੀ ਰਹੀ ਤੇ ਹੋ ਸਕਦਾ ਮੇਰੇ ਪਾਪ ਉਜਾਗਰ ਹੋ ਜਾਣਗੇ। ਬਿਲਕੁਲ ਜੀ। ਤੋ ਜਿਹਨੇ ਪਾਪ ਕੀਤੇ ਹੁੰਦੇ ਆ ਨਾ, ਉਹ ਪਾਪਾਂ ਤੋਂ ਡਰਦਾ ਹੁੰਦਾ ਆ, ਉਹਦੀਆਂ ਲੱਤਾਂ ਮਨ ਭਾਰੀਆਂ ਹੁੰਦੀਆਂ। ਮੈਂ ਪਿੱਛੇ ਵੀ ਬੋਲਿਆ ਸੀ, ਜਦੋਂ ਬੰਦਾ ਤਾਣਾ ਬਾਣਾ ਐਸਾ ਉਣ ਲੈਂਦਾ ਨਾ, ਜਿਵੇਂ ਬੱਕੜੀ ਆ, ਮੱਕੜੀ ਨੂੰ ਨਾ ਤਾਂ ਕੋਈ ਕਾਰਖਾਨੇ ਚੋਂ ਰੂ ਲਿਆਉਂਦੀ ਆ, ਨਾ ਉਹਨੇ ਕੋਈ ਨਰਮਾ ਬੀਜਿਆ ਹੋਇਆ, ਉਹ ਆਪਣੇ ਮੂੰਹ ਚੋਂ ਹੀ ਜਿਹੜਾ ਉਹ ਲਾਲ ਕੱਢਦੀ ਆ, ਤੇ ਉਹਨੂੰ ਇੰਨਾ ਨਹੀਂ ਪਤਾ ਹੁੰਦਾ ਵੀ ਜਿਹੜਾ ਜਾਲਾ ਮੈਂ ਉਣ ਰਹੀ ਆ, ਇਹਦੇ ਵਿੱਚ ਹੀ ਮੇਰੀ ਮੌਤ ਆ। ਬਿਲਕੁਲ ਬਿਲਕੁਲ ਜੀ। ਤੇ ਕਈ ਵਾਰੀ ਬੰਦਾ ਤਾਣਾ ਬਾਣਾ ਹੀ ਐਸਾ ਹੁਣ ਬੈਠਦਾ ਆ, ਮੁੜ ਕੇ ਉਹ ਚੋਂ ਬੰਦਾ ਨਿਕਲਣਾ ਚਾਹੁੰਦਾ ਪਰ ਨਿਕਲ ਨਹੀਂ ਪਾਉਂਦਾ। ਬਿਲਕੁਲ ਜੀ। ਹਨਾ। ਤੋ ਮਹਾਰਾਜ ਸਾਨੂੰ ਤਦੇ ਕਹਿੰਦੇ, ਭਾਈ ਕੰਮ ਉਹ ਕਰ ਜਿਹਦੇ ਨਾਲ ਤੈਨੂੰ ਮਾਣ ਮਿਲੇ। ਬਿਲਕੁਲ ਜੀ। ਠੀਕ। ਤੂੰ ਉਹ ਕੰਮ ਨਾ ਕਰ, ਜੇ ਮਾੜਾ ਕੰਮ ਕਰੇਗਾ ਤੇ ਮਾੜਾ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚ। ਬਿਲਕੁਲ ਹਨਾ। ਮਨ ਦਾ ਮੂਲ ਨਾ ਕੀਚਈ ਦੇ, ਲੰਬੀ ਨਜ਼ਰ ਨਿਹਾਲੀ। ਵਾਹਿਗੁਰੂ ਜੀ। ਤੋ ਜਿਹੜਾ ਸੂਬਾ ਸਰਹੰਦ ਸੀ, ਉਹਨੇ ਪਿੱਛੇ 2 ਸੂਈਏ ਲਾਏ ਹੋਏ ਸੀ, ਜਿਨ੍ਹਾਂ ਨੇ ਦਿੱਲੀ ਤੋਂ ਪਤਾ ਕੀਤਾ ਵੀ ਮਹਾਰਾਜ ਕਿੱਥੇ ਆ। ਤੇ ਉਹ ਫਿਰ ਹਜੂਰ ਸਾਹਿਬ ਆ ਗਏ। ਫਿਰੋਜ਼ ਖਾਨ ਸੀ ਉੱਥੇ, ਉਹ ਫਿਰੋਜ਼ ਖਾਨ ਕੋ ਆ ਕੇ ਰਹੇ ਤੇ ਮਹਾਰਾਜ ਸਾਹਿਬ ਨਾਲ ਵੀ ਉਹਨਾਂ ਨੇ ਨੇੜਾ ਬਣਾ ਲਿਆ, ਜਿਨ੍ਹਾਂ ਦਾ ਨਾਮ ਗੁਲ ਖਾਂ ਜਾਂ ਅਤੁੱਲੇ ਖਾਂ, ਗੁਲ ਖਾਂ ਕਰਕੇ ਨਾਮ ਇਤਿਹਾਸ ਵਿੱਚ ਆਉਂਦਾ ਹੈ। ਜੀ ਜੀ ਜੀ, ਇਹ ਉਹੀ ਨੇ ਨਾ। ਠੀਕ ਹੈ ਜੀ, ਜਿਨ੍ਹਾਂ ਨੇ ਵਾਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਹਾਂ ਜੀ, ਇਹ ਮਹਾਰਾਜ ਸਾਹਿਬ ਦੇ ਬਿਲਕੁਲ ਲਾਗੇ ਰਹਿੰਦੇ ਸੀਗੇ, ਪਿਆਰ ਬਣਾ ਲਏ ਸੀਗੇ। ਇਹ ਚਾਹੁੰਦੇ ਸੀਗੇ ਵੀ ਅਸੀਂ ਇਹਨਾਂ ਦੇ ਵਿੱਚ ਮਿਲਵਰਤਨ ਬਣਾ ਕੇ ਤੇ ਇਸ ਪ੍ਰਕਾਰ ਜਿਹੜਾ ਆਪਣਾ ਕਾਰਨਾਮੇ ਨੂੰ ਅੰਜਾਮ ਦੇਈਏ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ। ਜੀ ਜੀ ਜੀ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਮਾਜ ਕੋਲ ਲਗਾ ਸਕਦੇ ਆ ਜਾਂ ਗੁਰਸਿੱਖਾਂ ਕੋਲ ਲਗਾ ਲਾਂਗੇ, ਪਰ ਜਿੰਨਾ ਕਰਨਾ ਚਾਹੁੰਦੇ ਆ ਉਹਨੂੰ ਹਰ ਚੀਜ਼ ਦਾ ਪਤਾ ਹੈ। ਬਿਲਕੁਲ ਜੀ। ਉਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਹੈ। ਜੀ ਜੀ ਬਿਲਕੁਲ। ਉਹ ਕੋਲ ਬੈਠੇ ਸੀ ਗੁਲ ਖਾਂ ਹੋਣੀ, ਤੁੱਲੇ ਖਾਂ ਹੋਣੀ, ਤਾਂ ਉਹ ਸਿੰਘ ਨੇ ਲਿਆ ਕੇ 2 ਸ਼ਸਤਰ ਦਿੱਤੇ। ਮਹਾਰਾਜ ਨੇ ਇੱਕ ਆਪਣੇ ਹੱਥ ਚ ਲਿਆ ਤੇ ਇੱਕ ਗੁਲ ਖਾਂ ਨੂੰ ਦਿੱਤਾ। ਜੀ। ਮਹਾਰਾਜ ਕਹਿੰਦੇ, ਦੇਖ ਬਈ ਤੂੰ ਪਠਾਨ ਪੁੱਤਰ ਆ, ਇਹ ਸ਼ਸਤਰ ਕਿੰਨਾ ਕੁ ਵਧੀਆ ਔਰ ਕਿੰਨਾ ਕੁ ਕਾਮਯਾਬ ਹੈ ਮੈਦਾਨੇ ਜੰਗ ਚ। ਜੀ। ਤੇ ਉਹਨੇ ਹਿਲਾ ਕੇ ਉਹਨੂੰ ਪਰਖ ਕੇ ਕਿਹਾ, ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗਾ, ਮਹਾਰਾਜ ਜੇ ਇਹ ਸ਼ਸਤਰ ਮੇਰੇ ਹੱਥ ਹੋਵੇ ਤਾਂ ਮੈਂ ਝੋਟੇ ਦੇ ਮਾਰ ਕੇ ਉਹਨੂੰ ਪਾਣੀ ਨਹੀਂ ਮੰਗਣ ਦੇਵਾਂਗਾ, ਇੱਕ ਸਾਥ ਖਤਮ ਕਰ ਦਿਆਂ। ਜੀ। ਤੋ ਮਹਾਰਾਜ ਕਹਿੰਦੇ, ਫਿਰ ਮਾਮਲਾ ਕਸਵੱਟੀ ਤੇ ਆ ਬਈ, ਇਹਨਾਂ ਮਾਣ ਨਹੀਂ ਕਰੀਦਾ, ਸਮਾਂ ਆਉਣ ਤੇ ਪਤਾ ਲੱਗ ਜਾਏਗਾ। ਵਾਹਿਗੁਰੂ ਜੀ। ਰਮਜ ਵਿੱਚ ਕਹਿ ਗਏ, ਆਪ ਆਪਣੇ ਕੋਲ ਇੱਕ ਰੱਖ ਲਿਆ, ਇੱਕ ਉਹਨੂੰ ਦੇ ਦਿੱਤਾ। ਜੀ ਬਿਲਕੁਲ ਜੀ। ਇਹ ਇੱਕੋ ਜਿਹੇ 2 ਖੰਜਰ ਬਣਾ ਕੇ ਲੈਂਦੇ ਸੀ। ਹਾਂ, ਉਹ ਸਿੱਖ ਲਿਆ ਸੀ ਪਾਲੀ ਸ਼ਹਿਰ ਤੋਂ। ਜੀ ਜੀ। ਇੱਕ ਉਹਨੂੰ ਦੇ ਦਿੱਤਾ, ਇੱਕ ਆਪਣੇ ਕੋਲ ਰੱਖ ਲਿਆ। ਗੱਲ ਸਪਸ਼ਟ ਹੋ ਗਈ ਕਿ ਦਾਤਾ ਜੀ ਨੇ ਜੋ ਬਚਨ ਕਿਹਾ ਸੀ ਨਾ, ਕਿ ਮੈਂ ਜਦੋਂ ਸੰਸਾਰ ਤੋਂ ਜਾਵਾਂਗਾ ਵੀ, ਮੈਂ ਜਾਵਾਂਗਾ ਵੀ ਸ਼ਾਸਤਰ ਦੇ ਪਿਹਾਰ ਦੇ ਨਾਲ। ਵਾਹਿਗੁਰੂ ਵਾਹਿਗੁਰੂ ਜੀ। ਔਰ ਜਾਣਾ ਆਉਣਾ ਤਾਂ ਮਹਾਰਾਜ ਦੀ ਮੌਜ ਹੈ। ਉਹਨਾਂ ਨੇ ਕਿਹਾ ਨਾ ਵੀ ਦੇਸ਼ ਸੇਵਾ ਬਰ ਮੋਹੇ ਅਹੇ, ਸ਼ੁਭ ਕਰ ਮੰਨਤੇ ਕਬਹੂ ਨਾ ਟਰੂ, ਨਾ ਟਰੂ ਜਬ ਜਾਏ ਲਰੂ, ਨਿਸ਼ਚੈ ਕਰ ਆਪਣੀ ਜੀਤ। ਵਾਹਿਗੁਰੂ ਜੀ। ਔਰ ਸਿੱਖੂ ਆਪਣੇ ਹੀ ਮਨ ਕੋਏ, ਲਾਲਚ ਹੋਂ ਗੁਣ ਤੋਂ ਉਚਰੂ, ਜਬ ਆਵ ਕੀ ਔਦ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੂ। ਬਿਲਕੁਲ ਜੀ। ਤੋ ਇਹ ਗੱਲ ਸਪਸ਼ਟ ਹੋ ਗਈ, ਕੋਈ ਮਾਰ ਨਹੀਂ ਸਕਦਾ ਮਹਾਰਾਜ ਦੇ ਖੰਜਰ, ਕੁਛ ਨਹੀਂ ਕੋਈ ਕਰ ਸਕਦਾ। ਇਹਦੀ ਮਤਲਬ ਸਪਸ਼ਟ ਹੋ ਗਿਆ ਕਿ ਇੱਥੇ ਮਹਾਰਾਜ ਦੀ ਆਪਣੀ ਮੌਜ ਹੈ, ਆਪਣੀ ਰਜਾ ਹੈ, ਆਪਣਾ ਉਹਨਾਂ ਦੀ ਆਪਣਾ ਖੁਸ਼ਾ ਆ। ਬਿਲਕੁਲ ਜੀ। ਤੋ ਇਹ ਜਦੋਂ ਘਰ ਆਏ ਤੇ ਇਹਦੀ ਮਾਂ ਨੇ, ਜਿਹੜਾ ਗੁਲ ਖਾਂ ਸੀ, ਇੱਥੇ ਫਿਰੋਜ਼ ਖਾਨ ਨੇ ਇੱਕ ਤੀਰ ਅੰਦਾਜ਼ੀ ਦਾ ਕੁਛ ਇਸ ਤਰ੍ਹਾਂ ਦਾ ਸਮਾਗਮ ਰੱਖਿਆ, ਜਿਸ ਚ ਇਹਨਾਂ ਨੇ ਬਹੁਤ ਸੋਹਣੀ ਤੀਰ ਅੰਦਾਜ਼ੀ ਕੀਤੀ। ਜੀ। ਜਿਹੜਾ ਫਿਰੋਜ਼ ਖਾਨ ਸੀ, ਉਹਨੇ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਨਾਮ ਨਾ ਦਿਓ, ਬਲਕਿ ਇਹਨਾਂ ਦੇ ਮੂੰਹ ਤੇ ਥੁੱਕੋ। ਜੀ। ਉਹਦਾ ਕਾਰਨ ਇਹ ਆ ਵੀ ਇਹਨਾਂ ਦੇ ਦਾਦੇ ਨੂੰ, ਇਹਨਾਂ ਦੇ ਪੜਦਾਦੇ ਨੂੰ ਗੁਰੂ ਨਾਨਕ ਦੇ ਘਰ ਚੋਂ ਮਾਰਿਆ ਗਿਆ, ਤੇ ਇਹ ਉਸੇ ਗੁਰੂ ਕੋਲੇ ਟੁੱਕ ਮੰਗ ਕੇ ਖਾਂਦੇ ਆ, ਤੇ ਇਹਨਾਂ ਨੇ ਤਾਂ ਪਠਾਨ ਕੌਮ ਨੂੰ ਦਾਗੋ ਦਾਗ ਕਰ ਦਿੱਤਾ। ਜੀ। ਉਹ ਫਿਰੋਜ਼ ਖਾਨ ਨੇ ਤਾਨਾ ਮਾਰਿਆ ਤੇ ਘਰੇ ਬੜੇ ਹੋਰ ਤਰ੍ਹਾਂ ਆਏ। ਮਾਂ ਨੇ ਬੜੇ ਪਿਆਰ ਨਾਲ ਸਮਝਾ ਕੇ ਕਿਹਾ ਸੀ ਵੀ ਪੁੱਤਰ ਗੁਲ ਖਾਂ, ਇੱਕ ਚੇਤਾ ਰੱਖਿਓ, ਗੁਰੂ ਨਰਵੈਰ ਆ, ਤੁਹਾਡੇ ਦਾਦੇ ਤੇ ਪੜਦਾਦੇ ਦਾ ਇੱਕ ਕਸੂਰ ਸੀ। ਇਹ ਸੀਗੇ ਆਪਣੇ ਪੈਦੇ ਖਾਂ ਦੇ ਪਰਿਵਾਰ ਚੋਂ ਸੀ। ਠੀਕ ਹੈ ਜੀ। ਇਹ ਪੈਦੇ ਖਾਨ ਇਹਨਾਂ ਦਾ ਕੁਲ ਜੋੜਦਾ, ਉਹਦੇ ਪੋਤਰੇ ਸੀ, ਇਹ ਅੱਗੇ ਅੱਗੇ ਚੱਲਦਾ ਸੀ। ਜੀ ਜੀ ਜੀ। ਤਾਂ ਉਹਨੇ ਕਿਹਾ ਵੀ ਜੇ ਕੋਈ ਦੋਸ਼ ਰਿਹਾ ਤੇ ਤੁਹਾਡੇ ਵਿੱਚ ਰਿਹਾ, ਗੁਰੂ ਨਰਵੈਰ ਆ, ਪਰ ਖਿਆਲ ਰੱਖਿਓ ਤੁਹਾਡਾ ਪਿਓ ਸਿਰ ਤੇ ਨਹੀਂ, ਮੈਂ ਤੁਹਾਡੇ ਸਿਰ ਤੇ ਜੀ ਰਹੀ ਹਾਂ।
ਐਸਾ ਕੋਈ ਕਦਮ ਨਾ ਚੱਕਿਓ ਜਿੱਤੇ ਮੁੜ ਕੇ ਪਿੱਛੇ ਮੁੜਨਾ ਔਖਾ ਹੋ ਜਾਵੇ। ਵਾਹਿਗੁਰੂ ਜੀ ਬਿਲਕੁਲ। ਅਰੇ ਗਏ ਆਪਾਂ ਸ਼ਾਸਤਰਾਂ ਦੀ ਗੱਲ ਕਰ ਰਹੇ ਹਾਂ, ਗਏ ਮਹਾਰਾਜ ਅੱਜ ਆਪ ਹੀ ਜਾਣ ਕੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਪ੍ਰਤੀਤ ਕੀਤਾ ਵੀ ਜਿਵੇਂ ਨੀਂਦਰਾ ਆਈ ਆ ਜਾਂ ਆਰਾਮ ਫਰਮਾਉਣਾ ਜਾਂ ਆਰਾਮ ਕਰਨਾ। ਮਹਾਰਾਜ ਨੇ ਜੀ ਤੋਂ ਲਾਗੇ ਜਿਹੜੇ ਭਾਈ ਗੁਲਾਬ ਸਿੰਘ ਹੋਰ ਜਿਹੜੇ ਪਹਿਰੇ ਤੇ ਸਿੰਘ ਸੀ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ, ਭਾਈ ਦਇਆ ਸਿੰਘ ਉਹਨਾਂ ਨੇ ਕਿਹਾ ਵੀ ਸਤਿਗੁਰਾਂ ਨੇ ਆਰਾਮ ਕਰਨਾ ਤੇ ਆਪਾਂ ਵੀ ਚੱਲੀਏ ਹੁਣ ਬਚਨ ਸੁਣ ਲਏ ਆਪਾਂ ਤੇ ਫਿਰ ਸਵੇਰੇ ਹਾਜ਼ਰੀ ਭਰਾਂਗੇ। ਜੀ ਮਹਾਰਾਜ ਆਪਣੇ ਤੰਬੂ ਚ ਚਲ ਗਏ ਤੇ ਗੁਲ ਖਾਨ ਦਾ ਦਾ ਲੱਗ ਗਿਆ। ਇਹ ਹੌਲੀ ਜਿਹੇ ਅੰਦਰ ਵੜਿਆ ਜਾਂ ਤੁੱਲੇ ਖਾਂ ਬਾਹਰ ਖੜਾ ਰਿਹਾ ਤੇ ਅੰਦਰ ਜਾ ਕੇ ਨੇ ਮਹਾਰਾਜ ਸਾਹਿਬ ਜੀ ਦੇ ਵੱਖੀ ਦੇ ਵਿੱਚ ਜਾ ਕੇ ਖੰਜਰ ਮਾਰਨਾ ਚਾਹਿਆ। ਵਾਹਿਗੁਰੂ। 2 ਵਾਰੀ ਦੇ ਵਾਰ ਗਏ, ਤੀਜੀ ਵਾਰੀ ਜਦੋਂ ਮਹਾਰਾਜ ਸਾਹਿਬ ਜੀ ਦੇ ਵੱਜਾ ਉਹ ਖੰਜਰ ਤਾਂ ਵਾਵਾ ਮਹਾਰਾਜ ਸਾਹਿਬ ਦੇ ਸਰੀਰ ਚ ਧੱਸ ਗਿਆ। ਕਹਿੰਦੇ ਜਿੱਥੋਂ ਤੱਕ ਦਿਲ ਇੱਥੋਂ ਤੱਕ ਉਹਨੇ ਉਹ ਖੰਜਰ ਨੇ ਵਾਰ ਕੀਤਾ। ਵਾਹਿਗੁਰੂ ਵਾਹਿਗੁਰੂ ਜੀ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇੱਕਦਮ ਇਹ ਮਾਰ ਕੇ ਖੰਜਰ ਤੇ ਦੌੜਨ ਲੱਗਾ ਸੀ। ਮਹਾਰਾਜ ਨੇ ਦਾ ਜਾਮਾ ਪਕੜ ਲਿਆ। ਵਾਹਿਗੁਰੂ ਜੀ। ਜਾਮਾ ਪਕੜ ਕੇ ਤੇ ਇੱਕਦਮ ਉਹ ਸ਼ਸਤਰ ਚੱਕਿਆ ਜੋ ਪਾਲੀ ਸ਼ਹਿਰ ਤੋਂ ਸਿੱਖ ਲੈ ਕੇ ਆਇਆ ਸੀ। ਜੀ 2-3 ਵਜੇ ਨੂੰ ਝਾੜਿਆ, ਝਾੜ ਕੇ ਕਿਤੇ ਨਿਕਲਿਆ ਨਹੀਂ ਸੀ। ਨਿਕਲਣ ਦਾ ਕਾਰਨ ਵੀ ਵਿਦਵਾਨ ਲਿਖਦੇ ਆ ਵੀ ਇਹਨੇ ਸਾਹ ਉਹਦੇ ਬਾਕੀ ਸਨ ਹਜੇ ਗੁਲ ਖਾਨ। ਵਾਹਿਗੁਰੂ ਜੀ। 1-2 ਵਾਰੀ ਝਾੜ ਕੇ ਮਹਾਰਾਜ ਨੇ ਜਦੋਂ ਨਿਕਲਿਆ ਇੰਨੀ ਜ਼ੋਰ ਨਾਲ ਮਾਰਿਆ ਕਿ ਪੈਂਦਿਆਂ ਹੀ ਜਿਹੜਾ ਉਹ ਗੁਲ ਖਾਨ ਜ਼ਮੀਨ ਤੇ ਢੇਰੀ ਹੋ ਗਿਆ। ਵਾਹਿਗੁਰੂ ਜੀ। ਉਹ ਢੇਰੀ ਹੋਇਆ ਕਹਿਣ ਲੱਗਾ ਹਾਏ ਅੰਮਾ ਜੀ। तो नारद भट्ट जी ने बचन लिखा, महाराज ने उत्थे कहा भी अम्मा कहन का कौन सा बेला है भाई, अल्लाह कहो अल्लाह। वाहिगुरु धन सच्चे पातशाह। तो गुरु नरवैर हुंदा, वेखो गुरु किसी नाल वैर नहीं कराउंदा, सतगुरु अंदरों नरवैर है। वाहिगुरु वाहिगुरु जी। इत्थे सानू समझ लगनी चाहिए है भी जिसनों असीं अपना गुरु मानते हैं वो सौण लग्या भी शास्त्र का वसाह नहीं करता। वाहिगुरु बिल्कुल जी। ਤੇ ਫਿਰ ਸਾਨੂੰ ਕਿੱਥੇ ਆਗਿਆ ਦਿੱਤੀ ਹੈ ਮਹਾਰਾਜ ਨੇ ਕਿ ਤੂੰ ਸ਼ਾਸਤਰਾਂ ਤੋਂ ਬਿਨਾਂ ਤੁਰਿਆ ਫਿਰ। ਜੀ ਬਿਲਕੁਲ ਜੀ। ਗੁਰੂ ਸੌਣ ਲੱਗਿਆ ਵੀ ਸ਼ਾਸਤਰ ਦਾ ਵਸਾਹ ਨਹੀਂ ਕਰਦਾ ਤੇ ਨਾਮ ਕਰਨ ਦੀ ਸਿੱਖ ਨੂੰ ਆਗਿਆ ਦਿੰਦਾ ਆ। ਵਾਹਿਗੁਰੂ ਬਿਲਕੁਲ ਜੀ। ਤਾਂ ਉਸ ਵੇਲੇ ਗੁਲਖਾਂ ਤਾਂ ਉੱਥੇ ਢੇਰੀ ਹੋ ਗਿਆ, ਨਰਕ ਸੁਧਾਰ ਗਿਆ, ਪਰ ਹਜੂਰ ਦਾ ਜਿਹੜਾ ਬਿਸਤਰਾ ਸੀ ਉਹਦੇ ਵਿੱਚੋਂ ਖੂਨ ਥੱਲੇ ਚੋਰੇ ਭੱਜ ਕੇ ਦਾਇਆ ਸਿੰਘ ਹੁਣੀ ਆਏ ਜੀ। ਤੇ ਉਹ ਜਿਹੜਾ ਗਿਆਨੀ ਇਹਨਾਂ ਨੇ ਆਪਣੇ ਲਿਖਿਆ ਪੰਥ ਪ੍ਰਕਾਸ਼ ਵਿੱਚ ਜੀ ਕਿ ਉਹਨੂੰ ਤਲਵਾਰ ਮਾਰੀ ਤੋਂ ਪਰ ਮਰ ਚੁੱਕਾ ਸੀ। ਉਹ ਦੂਜਾ ਭੱਜਣ ਲੱਗਾ, ਉਹਦੇ ਪੈਰ ਤੰਬੂ ਦੇ ਰਸਤੇ ਨਾਲ ਅੜ ਗਿਆ ਤੇ ਸਿੰਘਾਂ ਨੇ ਕੁਤਰਾ ਕਰ ਦਿੱਤਾ। ਵਾਹਿਗੁਰੂ ਜੀ। ਗਿਆਨੀ ਗਿਆਨ ਸਿੰਘ ਉਹਨਾਂ ਨੇ ਤਲਵਾਰ ਦਾ ਲਿਖਿਆ। ਉਹ ਤਲਵਾਰ ਦਾ ਲਿਖਣ ਦਾ ਕਾਰਨ ਇਹੀ ਹੈ ਕਿ ਉਹ ਸਿੰਘ ਨੇ ਆ ਕੇ ਤਲਵਾਰ ਮਾਰੀ ਸੀ। ਜੀ ਜੀ ਜੀ। ਆਪਾਂ ਇੱਕ ਇਹ ਸੋਚ ਵੀ ਸਕਦੇ ਹਾਂ ਵੀ ਜਿਹਨੇ ਗੁਰੂ ਸਾਹਿਬ ਜੀ ਦੇ ਉੱਤੇ ਵਾਰ ਕੀਤਾ ਹੋ ਉਹਦੇ ਲਈ ਸਿੰਘਾਂ ਦੇ ਅੰਦਰ ਕਿਹੋ ਜਿਹਾ ਰੋਹ ਹੋਊਗਾ। ਬਸ ਫਿਰ ਪਿਆਰੇ ਦਾਇਆ ਸਿੰਘ ਨੇ ਜਦੋਂ ਆ ਕੇ ਦੇਖਿਆ ਕਿ ਮਹਾਰਾਜ ਸਾਹਿਬ ਜੀ ਨੇ ਦਾ ਖੂਨ ਬਿਸਤਰੇ ਤੋਂ ਥੱਲੇ ਚੋਰਿਆ ਤਾਂ ਉਹਨਾਂ ਬੜੇ ਪਿਆਰ ਨਾਲ ਕਿਹਾ, ਦਾਤਾ ਸਤਿਗੁਰੂ ਵਾਹਿਗੁਰੂ ਇੱਕ ਗੱਲ ਮੈਨੂੰ ਦੱਸੋ ਵੀ ਤੁਹਾਡੇ ਪਿਤਾ ਦਾ ਖੂਨ ਇਸ ਧਰਤੀ ਤੇ ਡੁੱਲਿਆ ਕਾਫੀ ਨਹੀਂ ਸੀ? ਜੀ। ਪਿਆਰੇ ਸਿੱਖਾਂ ਦੇ ਖੂਨ ਦੇ ਫੁਹਾਰੇ ਚੱਲੇ ਕਾਫੀ ਨਹੀਂ ਸੀ? ਵਾਹਿਗੁਰੂ ਜੀ। ਫਿਰ ਮਹਾਰਾਜ ਤੁਹਾਡੇ ਲਾਲਾਂ ਦਾ ਖੂਨ ਵਗਿਆ, ਵਾਹਿਗੁਰੂ। ਸਰਹੰਦ ਵੇਖੇ, ਫਤਿਹਗੜ੍ਹ ਸਾਹਿਬ ਵੇਖੇ, ਤੁਹਾਡੇ ਪਿਆਰੇ ਸਿੱਖਾਂ ਦਾ ਮਾਂ ਗੁਜਰ ਕੌਰ ਦਾ ਕਾਫੀ ਨਹੀਂ ਸੀ? ਵਾਹਿਗੁਰੂ ਜੀ। ਇਹ ਧਰਤੀ ਨੂੰ ਕਿੰਨੇ ਕੁ ਤੁਹਾਡੇ ਖੂਨ ਦੀ ਹਜੇ ਬਾਕੀ ਲੋੜ ਸੀ? ਵਾਹਿਗੁਰੂ। ਤਾਂ ਮਹਾਰਾਜ ਨੇ ਕਿਹਾ, ਮਹਾਰਾਜ ਨੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ, ਦਇਆ ਸਿੰਘ ਐਉਂ ਨਰਵੋ ਨਹੀਂ ਕਰੀਦਾ ਹੁੰਦਾ, ਕੋਈ ਗੱਲ ਨਹੀਂ, ਕੁਛ ਨਹੀਂ ਹੋਇਆ। ਮਹਾਰਾਜ ਨੇ ਉਹਨੂੰ ਚਲੋ ਜਿਹੜਾ ਸੀ ਉਹ ਜਰਾਹ ਆਇਆ ਤੇ ਉਹਨੇ ਮਹਾਰਾਜ ਦੇ ਟੈਂਕੇ ਲਾ ਦਿੱਤੇ। ਤਾਂ ਸੱਚੇ ਪਾਤਸ਼ਾਹ ਦਾ ਜ਼ਖਮ ਜਿਹੜਾ ਸੀ ਉਹ ਹੌਲੀ ਹੌਲੀ ਜਿਹੜਾ ਉਹ ਠੀਕ ਹੋ ਰਿਹਾ ਸੀ, ਉਹ ਜ਼ਖਮ ਭਰ ਰਿਹਾ ਸੀ। ਜੀ। ਤਾਂ ਥੋੜਾ ਸਮਾਂ ਬਤੀਤ ਹੋਇਆ ਸੀਗਾ ਕਿ ਦੀਵਾਲੀ ਵਾਲਾ ਦਿਨ ਆ ਗਿਆ ਤੇ ਸ਼ਾਸਤਰ ਦੀ ਸਾਡੇ ਧਰਮ ਵਿੱਚ ਕਿੰਨੀ ਮਹਾਨਤਾ ਆ, ਕਿਉਂਕਿ ਜੇ ਸ਼ਾਸਤਰ ਨਾ ਹੁੰਦਾ ਸਾਡੇ ਦੇਸ਼ ਦਾ ਨਕਸ਼ਾ ਕੁਛ ਹੋਰ ਹੁੰਦਾ। ਜੀ। ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਮਹਾਰਾਜ ਦੇ ਸ਼ਾਸਤਰ ਅੰਗਰੇਜ਼ ਲੈ ਗਏ ਸਨ ਇੰਗਲੈਂਡ। ਜੀ। ਤੇ ਜਦੋਂ ਇਸ ਗੱਲ ਤੇ ਜ਼ੋਰ ਪਿਆ ਤੇ ਜਦੋਂ ਜ਼ੋਰ ਪਿਆ ਤੇ ਪਾਲਮ ਹਵਾਈ ਅੱਡੇ ਤੇ ਸ਼ਾਸਤਰ ਮੁੜ ਕੇ ਆਏ ਸਨ ਤੇ ਰਿਸੀਵ ਕਰਨ ਗਏ ਸਨ ਲਾਲ ਬਹਾਦਰ ਸ਼ਾਸਤਰੀ। ਜੀ। ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਤੋਂ ਜੇ ਮੈਂ ਨਾ ਭੁੱਲਦਾ ਹੋਵਾਂ ਤਾਂ। ਜੀ।
ਉਹ ਰਿਸੀਵ ਕਰਨ ਗਏ ਸੀਗੇ ਗੁਰੂ ਗੋਬਿੰਦ ਸਿੰਘ ਦੇ ਸ਼ਾਸਤਰਾਂ ਨੂੰ, ਤੇ ਜਦੋਂ ਆਏ ਉਹਨਾਂ ਨੇ ਦੋਵੇਂ ਹੱਥਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਾਸਤਰ ਲੈ ਕੇ ਤੇ ਜਾਰੋ ਜਾਰ ਰੋਏ ਸਨ। ਜੀ ਉਹ ਰੋਏ ਇਸ ਕਰਕੇ ਸਨ, ਕਹਿੰਦੇ ਸਨ ਕਲਗੀਧਰ ਪਾਤਸ਼ਾਹ ਜੇ ਤੁਸੀਂ ਸਮੇਂ ਮੁਤਾਬਕ ਸ਼ਾਸਤਰ ਨਾ ਚੱਕਦੇ ਤੇ ਦੇਸ਼ ਦਾ ਹਾਲ ਕੁਝ ਹੋਰ ਹੋਣਾ ਸੀ। ਵਾਹਿਗੁਰੂ ਜੀ ਬਿਲਕੁਲ। ਤੁਸੀਂ ਸ਼ਾਸਤਰ ਚੱਕਿਆ, ਹਰ ਧਰਮ ਵਧਿਆ, ਹਰ ਮਜ਼ਹਬ ਵਧਿਆ। ਨਹੀਂ ਤਾਂ ਬਾਬਾ ਬੁੱਲਾ ਸਾਹਿਬ ਨੇ ਕਿਹਾ ਨਾ ਵੀ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਬਿਲਕੁਲ ਬਿਲकुल ਜੀ। ਉਹਨੇ ਰੋ ਰੋ ਕੇ ਕਿਹਾ ਸੀ ਮਹਾਰਾਜ ਤੁਸੀਂ ਸ਼ਾਸਤਰ ਚੱਕੇ, ਦੇਸ਼ ਦਾ ਨਕਸ਼ਾ ਕੁਛ ਹੋਰ ਹੋਇਆ। ਇੱਥੇ ਮੈਂ ਇੱਕ ਗੱਲ ਹੋਰ ਵੀ ਨਾਲ ਮੈਂਸ਼ਨ ਕਰ ਦੇਵਾਂ ਵੀ ਗੁਰੂ ਸ਼ਾਸਤਰ ਚੱਕੇ ਤੇ ਤੁਸੀਂ ਨਮਸਕਾਰ ਕਰਕੇ ਕਹੋ ਕਿ ਜੇ ਤੁਸੀਂ ਸ਼ਾਸਤਰ ਨਾ ਚੱਕਦੇ ਦੇਸ਼ ਦਾ ਕੁਛ ਹਾਲ ਹੋਰ ਹੋਣਾ ਸੀ। ਜੇ ਗੁਰੂ ਦਾ ਸਿੱਖ ਸੰਤ ਸ਼ਾਸਤਰ ਚੱਕ ਲਵੇ ਤੇ ਤੁਸੀਂ ਹਰ ਰੇਡੀਓ ਤੇ ਹਰ ਅਖਬਾਰ ਤੇ ਭੰਡੋ ਕਿ ਇਹ ਅੱਤਵਾਦੀ ਹੈ। ਜਦੋਂ ਉਹਦੀ ਸੰਸਕ੍ਰਿਤੀ ਨੂੰ ਖਤਰਾ ਹੋਵੇ, ਧਾਰਮਿਕ ਸਥਾਨਾਂ ਨੂੰ ਖਤਰਾ ਹੋਵੇ, ਇਸ ਪ੍ਰਕਾਰ ਗੁਰਦੁਆਰਿਆਂ ਨੂੰ ਖਤਰਾ ਹੋਵੇ ਤੇ ਇੱਕ ਸੰਤ ਆਪਣੇ ਹੱਥ ਸ਼ਾਸਤਰ ਲੈ ਲਵੇ ਤੇ ਤੁਸੀਂ ਸਾਰੀ ਦੁਨੀਆ ਦੀ ਮਿਲਟਰੀ ਝੋਕ ਦਵੋ। ਇੱਥੋਂ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਸਾਡੇ ਲੋਕਾਂ ਨੂੰ ਸ਼ਾਸਤਰ ਦਾ ਹੀ ਖਤਰਾ ਰਿਹਾ। ਜੀ ਜੀ ਬਿਲਕੁਲ ਬਿਲਕੁਲ ਜੀ। ਦੇਖੋ ਇੱਥੇ ਭਾਈ ਸਾਹਿਬ ਜੀ ਇੱਕ ਆਪਾਂ ਹੋਰ ਵੀ ਜੇ ਦੇਖੀਏ, ਜਦੋਂ ਸ਼ਾਸਤਰਧਾਰੀਆਂ ਦਾ ਰਾਜ ਰਿਹਾ, ਉਹਦੇ ਰਾਜ ਦੇ ਵਿੱਚ 40 ਸਾਲ ਦੇ ਰਾਜ ਵਿੱਚ ਕਿਸੇ ਧੀ ਦੇ ਨਾਲ ਕਿਸੇ ਦੀ ਬੇਪਤੀ ਨਹੀਂ ਹੋਈ, ਕਿਸੇ ਦਾ ਜਿਹੜੀ ਆ ਉਹ ਧਾਰਮਿਕ ਪੱਧਰ ਤੇ ਕਿਸੇ ਦਾ ਨੁਕਸਾਨ ਨਹੀਂ ਹੋਇਆ। ਹਰ ਕਿਸੇ ਨੂੰ ਸਤਿਕਾਰ ਮਿਲਿਆ ਜਦੋਂ ਸ਼ਾਸਤਰਧਾਰੀਆਂ ਦਾ ਰਾਜ ਰਿਹਾ। ਉਹਦਾ ਕਾਰਨ ਹੁੰਦਾ ਭਾਈ ਮਲਕੀਤ ਸਿੰਘ ਜੀ ਕਿ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਦੀ ਰਚਨਾ ਤੇ ਬਚਨ ਰੱਖਿਆ ਹੈ ਜੀ। ਭਾਈ ਸਾਹਿਬ ਕਹਿੰਦੇ ਨੇ ਬੇਮੁਖ ਲੋਹਾ ਸਾਧੀਏ ਵਗਦੀ ਵਧਾਣੀ। ਵਾਹਿਗੁਰੂ ਜੀ। ਜਿਹੜਾ ਬੇਮੁਖ ਬੰਦਾ ਹੁੰਦਾ ਉਹ ਲੋਹੇ ਦੀ ਜ਼ੁਬਾਨ ਸਮਝਦਾ ਹੁੰਦਾ, ਉਹ ਪਿਆਰ ਦੀ ਜ਼ੁਬਾਨ ਨਹੀਂ ਸਮਝਦਾ ਹੁੰਦਾ। ਵਾਹਿਗੁਰੂ ਬਿਲਕੁਲ ਜੀ। ਜੇ ਮੱਸੇ ਰੰਗੜ ਨੂੰ ਪਿਆਰ ਦੀ ਆਵਾਜ਼ ਸਮਝਾਉਣੀ ਹੁੰਦੀ ਉਹਨੇ ਕਦੇ ਨਹੀਂ ਸੀ ਸਮਝਣੀ। ਜੀ ਜੀ ਜੀ। ਇਸ ਕਰਕੇ ਅਬਦਾਲੀ ਵਰਗੇ ਨੂੰ ਜਿਹੜੀ ਆਪਣੀ ਵਿਚਾਰ ਚੱਲਦੀ ਹਜੇ ਉੱਥੇ ਹੀ ਆ, ਉਹਨੂੰ ਤਾਂ ਲੋਹੇ ਦੀ ਜ਼ੁਬਾਨ ਸਮਝਾਈ ਜਾ ਸਕਦੀ ਆ ਜਿਹੜੀ ਸਾਡੇ ਜਰਨੈਲਾਂ ਨੇ ਸਮਝਾਈ ਆ। ਬਿਲਕੁਲ ਬਿਲਕੁਲ ਜੀ। ਉੱਥੇ ਵਿਚਾਰ ਨਹੀਂ ਚੱਲਣੀ, ਵਿਚਾਰ ਦੀ ਕੋਈ ਸੀਮਾ ਹੁੰਦੀ ਆ। ਬਿਲਕੁਲ ਬਿਲकुल ਜੀ। ਤੋਂ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਉਹ ਜ਼ਖਮ ਠੀਕ ਹੋ ਰਿਹਾ ਸੀ ਮਹਾਰਾਜ ਸਾਹਿਬ ਜੀ ਦਾ ਜੀ। ਤੇ ਇੱਕ ਮੈਂ ਲੇਖ ਪੜ੍ਹਿਆ ਸੀ ਇੱਕ ਵਾਰੀ ਕਿ ਸਾਡੀਆਂ ਅਖਬਾਰਾਂ 'ਚ ਲੱਗਾ ਸੀਗਾ ਵੀ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਸਤਰ ਰੱਖ ਕੇ ਗੁਰਦੁਆਰੇ ਭ੍ਰਿਸ਼ਟ ਕਰਤੇ ਜੀ। ਮੈਂ ਇਸ ਤਰ੍ਹਾਂ ਦਾ ਪੜ੍ਹਿਆ ਸੀ ਜੀ, ਪਰ ਹਜੇ ਤੱਕ ਇਹ ਗੱਲ ਕਦੇ ਸਪਸ਼ਟ ਨਹੀਂ ਹੋ ਸਕੀ ਕਿ ਗੁਰੂ ਘਰ ਵਿੱਚ ਸ਼ਾਸਤਰ ਰੱਖਿਆ ਗੁਰਦੁਆਰੇ ਭ੍ਰਿਸ਼ਟ ਨਹੀਂ ਹੁੰਦੇ, ਬਲਕਿ ਗੁਰਦੁਆਰੇ ਪਵਿੱਤਰ ਹੁੰਦੇ ਆ। ਪਵਿੱਤਰ ਹੁੰਦੇ ਨੇ, ਬਿਲਕੁਲ ਜੀ। ਜੇ ਮੰਨ ਲਓ ਇਹਨਾਂ ਦੀ ਗੱਲ ਨਾਲ 1% ਆਪਾਂ ਐਗਰੀ ਹੋ ਜਾਈਏ ਜੀ ਵੀ ਗੁਰਦੁਆਰਿਆਂ 'ਚ ਸ਼ਾਸਤਰ ਰੱਖਿਆ ਗੁਰਦੁਆਰੇ ਭ੍ਰਿਸ਼ਟ ਹੁੰਦੇ ਆ, ਤੇ ਸਾਡੇ ਦੁਨੀਆ 'ਚ ਸਾਡੇ ਦੇਸ਼ ਵਿੱਚ ਇਹਨਾਂ ਨੂੰ ਕੌਣ ਪੁੱਛੂਗਾ ਵੀ ਤੁਸੀਂ ਟੈਂਕ ਚੜ੍ਹ ਕੇ ਪਵਿੱਤਰ ਕੀਤੇ ਗੁਰਦੁਆਰੇ। ਬਿਲਕੁਲ ਬਿਲਕੁਲ ਜੀ। ਜੇ ਗੁਰਦੁਆਰੇ ਸ਼ਾਸਤਰ ਰੱਖਿਆ ਅਪਵਿੱਤਰ ਹੁੰਦੇ ਸੀ ਤੇ ਤੁਸੀਂ ਟੈਂਕਾਂ ਤੇ ਹੈਲੀਕਾਪਟਰਾਂ ਨਾਲ ਗੋਲੇ ਸੁੱਟ ਕੇ ਨਿੱਕੇ ਨਿੱਕੇ ਮਾਸੂਮ ਬੱਚੇ ਮਾਰ ਕੇ ਪਵਿੱਤਰ ਕੀਤੇ ਨੇ ਗੁਰਦੁਆਰੇ। ਵਾਹਿਗੁਰੂ ਵਾਹਿਗੁਰੂ ਜੀ। ਬਿਲਕੁਲ। ਇਹ ਕੌਣ ਦੱਸੇਗਾ ਜੀ? ਨਹੀਂ, ਇਹ ਸਾਡੀ ਅਣਖ ਤੇ ਗੈਰ ਤੇ ਹਮਲਾ ਸੀ, ਪਰ ਗੁਰੂ ਕੇ ਪਿਆਰਿਆਂ ਨੇ ਲੋਹੇ ਦੇ ਚਣੇ ਚਬਾ ਕੇ ਦੱਸ ਦਿੱਤਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਸ਼ਾਸਤਰ ਦਿੱਤੇ ਨੇ, ਅਸੀਂ ਮਜ਼ਲੂਮ ਦੀ ਰੱਖਿਆ ਕਰਦੇ, ਜਰਵਾਣੇ ਦੀ ਪੱਖਿਆ ਕਰਦੇ। ਬਿਲਕੁਲ ਬਿਲਕੁਲ ਜੀ। ਜਿਹੜਾ ਉਹ ਸਾਡਾ ਪੁਰਾਤਨ ਇਤਿਹਾਸ ਸੀ ਉਹਨੂੰ ਬਿਲਕੁਲ ਸਿੰਘਾਂ ਨੇ ਹੂ ਬਹੂ ਜਿਹੜਾ ਉਹ ਸੱਚ ਕਰਕੇ ਦਿਖਾ ਲਿਆ। ਹਾਂਜੀ, ਉਹ ਆਪਣੇ ਆਪ ਰਿਪੀਟ ਹੋਇਆ ਇਤਿਹਾਸ। ਬਿਲਕੁਲ ਬਿਲਕੁਲ ਜੀ। ਮੈਂ ਬੇਨਤੀ ਕਰਾਂ ਕਿ ਮਹਾਰਾਜ ਸਾਹਿਬ ਜੀ ਦਾ ਉਹ ਜ਼ਖਮ ਜਿਹੜਾ ਸੀ ਰਾਜੀ ਹੋ ਰਿਹਾ ਸੀਗਾ ਜੀ, ਤਾਂ ਦੀਵਾਲੀ ਵਾਲਾ ਦਿਨ ਆ ਗਿਆ। ਦੀਵਾਲੀ ਵਾਲੇ ਦਿਨ ਖਾਲਸਾ ਪੰਥ ਵਿੱਚ, ਦੁਸਹਿਰੇ ਵਾਲੇ ਦਿਨ ਖਾਲਸਾ ਪੰਥ ਵਿੱਚ ਜਿਹੜੀ ਆ ਸ਼ਾਸਤਰ ਪੂਜਾ ਮੰਨੀ ਗਈ ਹੈ ਜੀ। ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ, ਉਹ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਸਰੋਤ ਪੜ੍ਹੇ ਤੋਂ। ਇੱਕ ਤਾਂ ਸਾਡੇ ਵਿੱਚ ਇਹ ਬੜੀ ਅੱਜ ਤਰਾਸ਼ਰੀ ਆ ਵੀ ਰੱਬ ਨੇ ਸਾਨੂੰ ਮੀਡੀਆ ਦਿੱਤਾ, ਹਰ ਇੱਕ ਦੇ ਹੱਥ ਵਿੱਚ ਦਿੱਤਾ, ਪਰ ਅਸੀਂ ਉਹ ਤੋਂ ਯੋਗ ਜਿਹੜਾ ਸੇਵਾ ਨਹੀਂ ਲੈਣੀ, ਅਯੋਗ ਹੀ ਕੰਮ ਕਰਨਾ। ਉਹ ਤੋਂ ਅਸੀਂ ਗਲਤੀ ਫਾਇਦਾ ਲੈਣਾ, ਅਸੀਂ ਸਹੀ ਨਹੀਂ ਲੈਣਾ ਜੀ ਜੀ। ਬਿਲਕੁਲ। ਕਿਉਂਕਿ ਹਰ ਬੰਦਾ ਹੀ ਮਤਲਬ ਉਹਦੇ ਹੱਥ 'ਚ ਆ ਗਿਆ, ਨਾ ਉਹਨੇ ਕੋਈ ਵਿਚਾਰ ਦੇਖਣੀ, ਨਾ ਇਤਿਹਾਸ ਦੇਖਣਾ, ਨਾ ਸਾਡੀ ਕੋਈ ਮਰਜ਼ਾਦਾ ਦੇਖਣੀ ਆ। ਉਹਦੇ ਜੋ ਮੂੰਹ 'ਚ ਆਇਆ ਉਹਨੇ ਬੋਲ ਦੇਣਾ। ਲਓ ਜੀ, ਟੋਪੀਆਂ ਲੱਥ ਗਈਆਂ, ਕਿਉਂ ਲੱਥ ਗਈਆਂ? ਮੈਂ ਇਸ ਵਿਸ਼ੇ ਤੇ ਨਹੀਂ ਜਾਂਦਾ,
ਜੀ ਪਰ ਸਾਡਾ ਇਤਿਹਾਸ ਕੀ ਆ ਉਹ ਨਹੀਂ ਦੇਖਣਾ। ਬਿਲਕੁਲ ਜੀ। ਉਹਨੇ ਜੋ ਉਹਦੇ ਮੂੰਹ ਚ ਆਇਆ ਉਹਨੇ ਬੋਲ ਦੇਣਾ ਬਸ, ਕਿਉਂਕਿ ਅੱਜ ਕੱਲ ਸਾਰਿਆਂ ਨੂੰ TRP ਦੀ ਆ, ਪਤਾ ਨਹੀਂ ਵਾਹਿਗੁਰੂ ਜਾਣਵੇ ਕਮੈਂਟ ਕੀ ਆਉਂਦੇ ਆ ਸਾਡੇ ਨਾਲ, ਸਾਨੂੰ ਲੋਕੀ ਸਲਾਉਂਦੇ ਆ ਕਿ ਨਹੀਂ ਸਲਾਉਂਦੇ, ਇਸ ਪਾਸੇ ਲੋਕਾਂ ਦਾ ਰੁਝਾਨ ਜ਼ਿਆਦਾ ਜੀ। ਬਿਲਕੁਲ। ਤੋਂ ਮਹਾਰਾਜ ਸਾਹਿਬ ਜੀ ਦੀਵਾਲੀ ਵਾਲੇ ਦਿਨ ਸ਼ਾਸਤਰ ਪੂਜਾ ਹੁੰਦੀ ਸੀ ਜੀ ਤੇ ਉਹ ਸ਼ਾਸਤਰ ਸਾਰੇ ਜਿਹੜੇ ਸੀ ਉਹ ਪਲੰਘ ਤੇ ਸਜਾਏ ਹੋਏ ਸੀ। ਮਹਾਰਾਜ ਦਾ ਉਹ 9 ਟੰਕ ਦਾ ਤੀਰ, ਦਾਤਾ ਜੀ ਦੀਆਂ ਤਲਵਾਰਾਂ, ਢਾਲਾਂ, ਵਾਹਿਗੁਰੂ ਜੀ। ਤੇ ਉਹ ਲੋਕੀ ਕੁਝ ਵੇਖ ਰਹੇ ਸਨ, ਕੁਝ ਲੋਕੀ ਆਏ ਹੋਏ ਸਨ ਦਰਸ਼ਨਾਂ ਲਈ ਜੀ ਤੇ ਕਹਿੰਦੇ ਆ ਵਿੱਚੋਂ ਕਿਸੇ ਨੇ ਕਹਿ ਦਿੱਤਾ ਵੀ ਐਡਾ ਵੱਡਾ ਤੀਰ, ਕਿਉਂਕਿ 9 ਟੰਕ, ਇੱਕ ਟੰਕ ਵਿੱਚ 225 ਸ਼ੇਰ ਦਾ ਮਤਲਬ 225 ਸ਼ੇਰ ਤੁਸੀਂ ਲਾ ਲਓ ਕਿ ਕਿੰਨਾ ਉਹਦਾ ਵਜਨ ਹੋਵੇ। ਵਜਨ ਨਹੀਂ, ਭਾਵ ਕਿ ਜਦੋਂ ਤੁਸੀਂ ਉਹਨੂੰ ਡੀ ਰੂਪ ਕਰਦੇ ਆ, ਖਿੱਚ ਕੇ ਚਿੱਲਾ ਚਾੜਦੇ ਆ, ਉਹ 225 ਸ਼ੇਰ ਪੱਕੇ ਉਹਦੇ ਨਾਲ ਬੰਨੀਏ ਤਾਂ ਉਹ ਡੀ ਰੂਪ ਹੁੰਦਾ ਆ ਜੀ। ਇਹਨਾਂ ਮਤਲਬ ਮਹਾਰਾਜ ਸਾਹਿਬ 80 ਟੰਕ ਤੱਕ ਅਰਜਨ ਵਰਗੇ ਵਿਦਵਾਨ ਮਹਾਬਲੀ ਯੋਧੇ ਚਲਾ ਸਕਿਆ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ 225 ਟੰਕ ਦਾ ਤੀਰ ਸੀ। ਵਾਹਿਗੁਰੂ ਵਾਹਿਗੁਰੂ ਜੀ। ਤੋਂ ਇੰਨਾ ਭਾਰਾ ਮਹਾਰਾਜ ਸਾਹਿਬ ਜੀ ਉਹ ਤੀਰ ਏਡਾ ਮਜ਼ਬੂਤ, ਜਿਹੜਾ ਕੰਧ ਵਿੱਚ ਐਵੇਂ ਤਾਂ ਨਹੀਂ ਮਤਲਬ ਜ਼ਬਰਦਸਤ ਖਾਨ ਹੋਣੀ ਜਦੋਂ ਚਮਕੌਰ ਦੀ ਗੜੀ ਤੇ ਜੰਗ ਸੀ, ਕਿੰਨਾ ਵੇ ਦੀ ਸੁੱਕਾ ਹੀ ਕੱਢਤਾ ਸੀ ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ, ਜਿਹੜੇ ਖਵਾਜੇ ਮਰਦੂਰ ਹੋਣੀ ਆਏ ਸੀ ਮਹਾਰਾਜ ਤੇ ਚੜ ਕੇ। ਬਿਲਕੁਲ 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 ਜੀ। ਤੋਂ ਮਹਾਰਾਜ ਦੇ ਵਰਸ਼ਿਆਂ ਵਰਗੇ ਤੀਰ ਆ, ਜਦੋਂ ਸੂਰਜ ਪ੍ਰਕਾਸ਼ ਦੀ ਕਥਾ ਪੜ੍ਹੀ ਦੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਵਰਸ਼ਿਆਂ ਵਰਗੇ ਤੀਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਵਾਹਿਗੁਰੂ ਜੀ। ਬਿਲਕੁਲ ਜੀ। ਏਡੇ ਮਹਾਬਲੀ ਸੰਤ ਸਤਿਗੁਰੂ ਗਰੀਬ ਨਿਵਾਸ ਸਾਹਿਬ ਆਪ ਜੀ ਸਰੀਰ ਕਰਕੇ। ਜੀ ਜੀ ਬਿਲਕੁਲ ਜੀ। ਉਹਨੇ ਦੂਜੇ ਨੂੰ ਪੁੱਛਿਆ ਵੀ ਮਤਲਬ ਯਾਰ ਏਡਾ ਵੱਡਾ ਤੀਰ ਇਹਨੂੰ ਕੌਣ ਚਲਾਉਂਦਾ? ਤਾਂ ਉਹ ਕਹਿੰਦਾ ਵੀ ਉਹਨੇ ਦੂਸਰੇ ਨੂੰ, ਉਹਦੇ ਮਿੱਤਰ ਨੇ ਉਹਨੂੰ ਕਿਹਾ ਵੀ ਚਲਾਉਂਦੇ ਨਹੀਂਗੇ ਇੱਥੇ, ਇਹ ਤਾਂ ਮਤਲਬ ਗੁਰੂ ਘਰ ਵਿੱਚ ਦਿਖਾਵੇ ਮਾਤਰਾ, ਕਈ ਚੀਜ਼ਾਂ ਪ੍ਰਦਰਸ਼ਨੀ ਵਾਸਤੇ ਰੱਖੀਆਂ ਹੋਈਆਂ। ਜੀ। ਮਹਾਰਾਜ ਨੇ ਸੁਣ ਲਿਆ। ਮਹਾਰਾਜ ਸਾਹਿਬ ਹੁਣ ਇਹ ਕਿਵੇਂ ਹੋ ਸਕਦਾ ਵਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸ਼ਾਸਤਰਾਂ ਦੀ ਨਰਾਦਰੀ ਕਰਵਾ ਲੈਣ? ਵਾਹਿਗੁਰੂ ਜੀ। ਜਿਹਨੂੰ ਮਹਾਰਾਜ ਨੇ ਆਪਣੇ ਕਿਹਾ ਹੋਇਆ ਕਾਲ ਤੋਂ ਹੀ, ਕਾਲੀ ਤੋਂ ਹੀ, ਹਨਾ, ਜਿਹਨੂੰ ਮਹਾਰਾਜ ਕਾਲ ਕਹਿਣ, ਕਾਲੀ ਕਹਿਣ, ਹਨਾ, ਜਾਂ ਇਹ ਕਹਿਣ ਕਿ ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗਬੀਰ। ਵਾਹਿਗੁਰੂ ਜੀ। ਬਿਲਕੁਲ ਜੀ। ਹਨਾ, ਜਿਹਨੂੰ ਮਹਾਰਾਜ ਕਹਿਣ ਜੈ ਹੈ ਹਮਾਰੇ ਪੀਰ। ਬਿਲਕੁਲ ਜੀ। ਤੁਸੀਂ ਮੇਰੇ ਪੀਰ ਹੋ। ਜਿਹਨੂੰ ਮਹਾਰਾਜ ਆਪਣਾ ਪੀਰ ਮੰਨਣ ਤੇ ਉਹਦੀ ਕੋਈ ਨਰਾਦਰੀ ਕਰੇ, ਕਿਵੇਂ ਮਹਾਰਾਜ ਸਾਹਿਬ ਜੀ ਬਰਦਾਸ਼ਤ ਕਰ ਸਕਦੇ ਸੀ? ਬਿਲਕੁਲ ਜੀ। ਬਿਲਕੁਲ। ਇਹ ਠੀਕ ਹੈ ਕਿ ਬਦਕਿਸਮਤੀ ਇਸ ਗੱਲ ਦੀ ਰਹੀ ਕਿ ਸਾਨੂੰ ਲੋਕਾਂ ਨੂੰ ਅਣਜਾਣ ਕਰਵਾ ਦਿੱਤਾ ਗਿਆ ਸ਼ਾਸਤਰਾਂ ਤੋਂ। ਅਸੀਂ ਸ਼ਾਸਤਰ ਤੋਂ ਹੀਣ ਹੋ ਕੇ ਸ਼ਾਸਤਰ ਤੋਂ ਰੱਖਣੇ ਤੇ ਕੀ ਸੀ, ਬਲਕਿ ਉਹਦੀ ਨਰਾਦਰੀ ਕਰਨ ਲੱਗ ਪਏ ਵੀ ਵਿਆਹ ਸ਼ਾਦੀ ਤੇ ਜਿਹੜਾ ਬੰਦਾ ਆਪਣੇ ਹੱਥ ਵਿੱਚ ਥੋੜਾ ਜਿਹਾ ਕੋਈ 2 ਇੰਚ ਦਾ ਚਾਕੂ ਨਹੀਂ ਰੱਖ ਸਕਦਾ, ਅਸੀਂ ਉਹਨੂੰ 3.5 ਫੁੱਟੀ ਸ੍ਰੀ ਸਾਹਿਬ ਫੜਾਉਨੇ ਆ ਤੇ ਉਹ ਫਿਰ ਜਦੋਂ ਜਾਂਦਾ ਹੋਇਆ ਵਿਆਹ ਤੇ ਉਹ ਗਲਾਸੀ ਹੱਥ ਫੜ ਕੇ ਤੇ ਉਹ ਨੱਚਦਾ ਹੁੰਦਾ, ਉਹ ਜਿਹੜੀ ਮਧਰਾ ਡੁੱਲ ਡੁੱਲ ਕੇ ਸ੍ਰੀ ਸਾਹਿਬ ਤੇ ਪੈ ਰਹੀ ਹੁੰਦੀ ਹੈ। ਵਾਹਿਗੁਰੂ ਜੀ। ਜੀ ਬਿਲਕੁਲ। ਹਨਾ, ਅਸੀਂ ਸਤਿਕਾਰ ਤੇ ਕੀ ਕਰਨਾ ਸੀ, ਅਸੀਂ ਨਰਾਦਰ ਕੀਤਾ, ਔਰ ਜੁੱਤੀ ਤੇ ਮਾਰ ਰਹੇ ਹੁੰਦੇ, ਅਸੀਂ ਸ੍ਰੀ ਸਾਹਿਬ ਨੂੰ ਜੁੱਤੀ ਤੇ ਰੱਖਿਆ ਹੁੰਦਾ। ਵਾਹਿਗੁਰੂ ਵਾਹਿਗੁਰੂ। ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸ਼ਾਸਤਰ ਕੇ ਅਧੀਨ ਹੈ ਰਾਜ। ਵਾਹਿਗੁਰੂ ਜੀ। ਬਿਲਕੁਲ ਜੀ। ਹਨਾ, ਇਹਦਾ ਕਰਕੇ ਪਾਪ ਮਿਟਦਾ ਸੰਸਾਰ ਤੋਂ, ਵਰਨਾ ਕਦੇ ਨਹੀਂ ਮਿਟਦਾ। ਮੈਂ ਇੱਕ ਵੀਡੀਓ ਦੇਖੀ ਸੀ ਜੀ, ਜਿਹਦੇ ਵਿੱਚ ਇੱਕ ਜਾਨਵਰ ਜਿਹੜਾ ਸੀ ਉਹ ਬਚਪਨ ਤੋਂ ਕੈਦ 'ਚ ਰਿਹਾ ਤੇ ਉਹਨੂੰ ਉੱਡਣਾ ਹੀ ਵਿਸਰ ਗਿਆ ਸੀਗਾ ਜੀ। ਹਾਂ, ਮੈਂ ਵੀ ਦੇਖਿਆ ਸੀ ਉਹ। ਹਾਂ ਜੀ, ਮੈਂ ਉਹਦੇ ਵੱਲ ਦੇਖ ਕੇ ਸੋਚ ਰਿਹਾ ਸੀ ਸਾਡੀ ਕਹਾਣੀ ਬਿਲਕੁਲ ਇਹੋ ਜਿਹੀ ਬਣਦੀ ਜਾ ਰਹੀ ਹੈ। ਹਾਂ, ਕਿਉਂ ਜਿਹੜੀ ਚੀਜ਼ ਸਾਨੂੰ ਮਹਾਰਾਜ ਨੇ ਦਿੱਤੀ ਸੀ ਉਹਨੂੰ ਅਸੀਂ ਪਰੇ ਕਰ ਦਿੱਤਾ, ਵਿਸਾਰ ਦਿੱਤਾ ਅਸੀਂ ਜੀ। ਬਲਕਿ ਮਹਾਰਾਜ ਸਾਹਿਬ ਜੀ ਆਪਣੇ ਪੁੱਤਰ ਨੂੰ ਵੀ ਤੋਰਦੇ ਆ। ਦੇਖੋ, ਪੁੱਤਰ ਨੂੰ ਵੀ ਜੰਗ ਦੇ ਮੈਦਾਨ 'ਚ ਤੋਰਦੇ ਆ। ਵਾਹਿਗੁਰੂ। ਤੇ ਮਹਾਰਾਜ ਸਾਹਿਬ ਜੀ ਆਪਣੇ ਪੁੱਤਰ ਨੂੰ ਤੋਰ ਲੱਗਿਆ ਵੀ ਉਹਨੂੰ ਹੋਰ ਨਹੀਂ ਕੁਛ ਕਹਿੰਦੇ ਜੀ। ਮਹਾਰਾਜ ਉਹਨੂੰ ਕਹਿੰਦੇ ਆ ਭਾਈ ਮੇਰੀ ਇੱਕ ਖੁਆਇਸ਼ ਪੂਰੀ ਕਰ। ਵਾਹਿਗੁਰੂ ਜੀ। ਬਾਬਾ ਜੁਝਾਰ ਸਿੰਘ ਨੂੰ ਕਹਿੰਦੇ ਆ ਤਾਂ ਕਹਿੰਦੇ ਮਹਾਰਾਜ ਦੱਸੋ ਕੀ ਇੱਛਾ ਤੁਹਾਡੀ? ਵਾਹਿਗੁਰੂ। ਤੇ ਪਹਿਲੋਂ ਸਜਾਉਂਦੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਨਾ ਵੀ ਹਮ ਦੇਤੇ ਹੈ ਖੰਜਰ ਉਸੇ ਸ਼ਮਸ਼ੀਰ ਸਮਝਣਾ ਜੀ। ਨੇਜੇ ਦੀ ਜਗ੍ਹਾ ਦਾਦੇ ਕਾ ਤੁਮ ਤੀਰ ਸਮਝਣਾ ਜੀ। जितने मरे इसे इन्हें जितने मरे इसे से उन्हें वे पीर समझना, वे पीर समझना जी। जख्म आए तो होना नहीं दलगीर समझना, जब तीर कलेजे में लगे सी नहीं करना, उफ मुंह से मेरी जान कभी ही नहीं करना।
ਵਾਹਿਗੁਰੂ ਵਾਹਿਗੁਰੂ ਧੰਨ ਸੱਚੇ ਤੇ ਪਾਤਸ਼ਾਹ। ਫਿਰ ਇਹ ਤੁਰ ਲੱਗੇ ਮਹਾਰਾਜ ਸਾਹਿਬ ਜੀ ਬਾਬਾ ਜੁਝਾਰ ਸਿੰਘ ਨੂੰ ਕਹਿੰਦੇ ਆ ਵੀ ਬੇਟਾ ਤੁਮ ਹੋ ਮੇਰੇ ਪੰਥ ਕੇ ਬੇੜੇ ਕੇ ਖੋੜਈਆ, ਵਾਹਿਗੁਰੂ ਜੀ ਸਿਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਨਈਆ ਭਵ ਨਰੀਆ। ਜੀ ਲੈ दे के तुम हो मेरे गुलशन के बकैया, लो जाओ रात तख्त है सब खल्द में भैया, ख्वाहिश है कि तुम्हें तीर चलाते हुए देखें, हम आग से तुम्हें बरसी खाते हुए देखें। बिल्कुल जी। तो गुरु तो अपने लाल नूं भी ਤੋਰਿਆ ਤੇ ਉਹਨੂੰ ਵੀ ਸ਼ਸਤਰਾਂ ਵਿੱਚ ਸੁਜਾ ਕੇ ਪਰੋ ਕੇ ਤੋਰਿਆ ਹੈ ਤੇ ਅਸੀਂ ਤਾਂ ਮਤਲਬ ਗੁਰੂ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਜਾ ਰਹੇ ਹਾਂ। ਬਿਲਕੁਲ ਜੀ, ਬਸ ਇਹ ਅਰਦਾਸ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਜੀ ਬਖਸ਼ ਲੈਣ ਸਾਨੂੰ। ਸੋ ਆਪਾਂ ਚੱਲੀਏ ਤਾਂ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਭਾਈ ਗੁਰਮੁਖੋ ਇੱਥੇ ਕੋਈ ਗੁਰੂ ਨਾਨਕ ਦੇ ਘਰੇ ਚੀਜ਼ ਵਿਖਾਵੇ ਮਾਤਰ ਨਹੀਂ ਹੁੰਦੀ ਜੀ। ਬੇਸ਼ੱਕ ਅੱਜ ਅਸੀਂ ਏਦਾਂ ਦੀ ਪ੍ਰਿਤ ਜਿਹੜੀ ਆ ਪੰਥ ਵਿੱਚ ਪਾਉਣ ਦਾ ਯਤਨ ਕਰ ਰਹੇ ਹਾਂ ਜੀ। ਗੁਰੂ ਨੇ ਜੋ ਸੱਚੇ ਪਾਤਸ਼ਾਹ ਜੀ ਨੇ ਕਿਹਾ ਉਹ ਕੀਤਾ ਆ ਆਪ ਖੁਦ। ਬਿਲਕੁਲ ਜੀ। ਔਰ ਉਸ ਤੋਂ ਬਾਅਦ ਗੁਰ ਸਿੱਖਾਂ ਨੇ ਕੀਤਾ ਤੇ ਅੱਜ ਤੱਕ ਕਰ ਰਹੇ ਆ। ਬਿਲਕੁਲ ਬਿਲकुल ਜੀ। ਜੇ ਹਜੂਰ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦੇ ਮਹਾਵਾਕ ਕਹੇ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤੇ ਆਪਣੇ ਆਪ ਨੂੰ ਕਰਕੇ ਦਿਖਾਇਆ। ਵਾਹਿਗੁਰੂ ਵਾਹਿਗੁਰੂ ਜੀ। ਤੇ ਅੱਜ ਤੱਕ ਹੋ ਰਿਹਾ ਹੁੰਦਾ ਹੀ ਰਹੇਗਾ ਕਿਉਂਕਿ ਗੁਰੂ ਕੀ ਸ਼ਬਦ ਦੀ ਜਿਹੜੀ ਇਹ ਪਾਨ ਆ ਇਹ ਲਾਲ ਰੰਗ ਜਿਹੜਾ ਆ ਪ੍ਰੇਮ ਦਾ ਰੰਗ ਇਹ ਨਾ ਉਦੋਂ ਉਤਰਿਆ ਸੀ ਨਾ ਇਹਨੂੰ ਕੋਈ ਅੱਜ ਤੱਕ ਉਤਾਰ ਸਕਿਆ। ਬਿਲਕੁਲ ਜੀ। ਕਿਉਂਕਿ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾ ਲੈ ਸੁਭਾਗਾ, ਇਹ ਨਹੀਂ ਲਾ ਸਕਦਾ ਜਿਹੜੇ ਪ੍ਰੇਮ ਵਾਲੇ ਆ ਜਿਨ੍ਹਾਂ ਨੂੰ ਲਾਲ ਰੰਗ ਲੱਗ ਚੁੱਕਾ ਉਹ ਨਹੀਂ ਲੱਥਣਾ। ਵਾਹਿਗੁਰੂ ਵਾਹਿਗੁਰੂ ਬਿਲਕੁਲ ਜੀ। ਤੋ ਮਹਾਰਾਜ ਨੇ ਕਿਹਾ ਗੁਰੂ ਨਾਨਕ ਦੇ ਘਰ ਕੋਈ ਵੀ ਚੀਜ਼ ਵਿਖਾਵੇ ਮਾਤਰ ਨਹੀਂ ਹੁੰਦੀ, ਇੱਥੇ ਕੋਈ ਫਿਲਾਸਫੀ ਨਹੀਂ ਗੀ, ਕੋਈ ਕਵਿਤਾ ਨਹੀਂ ਗੀ, ਇੱਥੇ ਜੋ ਹੁੰਦਾ ਵਾ ਉਹ ਪ੍ਰੈਕਟੀਕਲ ਹੁੰਦਾ ਹੈ। ਜੀ ਜੀ। ਦੇਖੋ ਇੱਥੇ ਇੱਕ ਆਪਾਂ ਜੇ ਐਗਜ਼ਾਮਪਲ ਦੇ ਤੌਰ ਤੇ ਭਾਈ ਸਾਹਿਬ ਜੀ ਲੈਣਾ ਹੋਵੇ ਤੇ ਜਦੋਂ 84 ਦੇ ਜਿਹੜਾ ਪੀਰੀਅਡ ਨੇ ਜਦੋਂ ਉਹਨਾਂ ਦੀ ਆਪਾਂ ਇੰਟਰਵਿਊਜ਼ ਵਗੈਰਾ ਵੀ ਦੇਖਦੇ ਹਾਂ ਨਾ ਤੇ ਜਿੱਥੇ ਜਿੱਥੇ ਗੁਰੂ ਕਾ ਖਾਲਸਾ ਸ਼ਾਸਤਰਧਾਰੀ ਹੋ ਕੇ ਬੈਠਾ ਸੀ ਉੱਥੇ ਨੁਕਸਾਨ ਨਹੀਂ ਹੋਇਆ। ਜਿੱਥੇ ਅਸੀਂ ਜਿੱਥੇ ਸ਼ਾਸਤਰ ਤੋਂ ਹੀਣ ਹੋ ਕੇ ਬੈਠੇ ਸੀ ਉੱਥੇ ਭੇਡਾਂ ਬੱਕਰੀਆਂ ਵਾਂਗੂ ਸਾਡਾ ਸ਼ਿਕਾਰ ਕੀਤਾ ਗਿਆ। ਰੂਹ ਹੋਣਾ ਸੀਗਾ ਕਿਉਂਕਿ ਤੁਸੀਂ ਹਿੰਦੁਸਤਾਨ ਦਾ ਖਾਸਾ ਪੜੋ ਜੀ। ਮੈਂ ਪਿੱਛੇ ਸਾਰੇ ਰਾਜਿਆਂ ਦੇ ਨਾਮ ਬੋਲੇ ਸੀਗੇ ਕਿ ਕਿਸ ਪ੍ਰਕਾਰ ਰਾਜਿਆਂ ਨੇ ਜਿਹੜਾ ਪਾਪ ਕੀਤਾ ਜ਼ੁਲਮ ਕੀਤਾ ਹਿੰਦੁਸਤਾਨ ਵਿੱਚ ਜੀ। ਉਹਨਾਂ ਦਾ ਕੋਈ ਅੱਗਾ ਰੋਕਣ ਵਾਲਾ ਹੀ ਨਹੀਂ ਸੀ ਹੈਗਾ। ਉਹਨਾਂ ਨੂੰ ਕੋਈ ਉਹਨਾਂ ਮੰਦਿਰਾਂ ਨੂੰ ਢਾਹ ਕੇ ਚੂਨਾ ਬਣਾਉਂਦਾ ਸੀ। ਜੇ ਗੱਲਾਂ ਕਹੀਏ ਹੁਣ ਲਾਲਾ ਦੌਲਤ ਰਾਏ ਦੀ ਕਿਤਾਬ ਆ ਜੀ, ਲਾਲਾ ਦੌਲਤ ਰਾਏ ਦੀ ਕਿਤਾਬ ਵਿੱਚ ਤੁਸੀਂ ਪੜ੍ਹ ਲਓ ਵੀ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਜੀ ਉਹਦਾ 34 ਤੇ 36 ਪੇਜ ਪੜ੍ਹ ਕੇ ਦੇਖੋ ਕਿੱਦਾਂ ਤੁਸੀਂ ਕੀ ਲਿਖਿਆ ਉਹਨਾਂ ਨੇ। ਉਹ ਤਾਂ ਮਤਲਬ ਉਹ ਤਾਂ ਕੋਈ ਸਿੱਖ ਧਰਮ ਨਾਲ ਉਹ ਤਾਂ ਹਿੰਦੂ ਧਰਮ ਵਿੱਚੋਂ ਆ। ਬਿਲਕੁਲ ਜੀ। ਉਹਨਾਂ ਜੋ ਹਵਾਲਾ ਦਿੱਤਾ ਹਿੰਦੁਸਤਾਨ ਦਾ ਵੀ ਜਿੰਨਾ ਜ਼ੁਲਮ ਹੋ ਰਿਹਾ ਸੀ ਤੁਸੀਂ ਹੈਰਾਨ ਹੋ ਜਾਓਗੇ ਵੀ ਇੰਨਾ ਜ਼ੁਲਮ ਹੋ ਰਿਹਾ ਸੀ ਤੇ ਜ਼ੁਲਮ ਦਾ ਕੋਈ ਮੁਕਾਬਲਾ ਕਰਨ ਵਾਲਾ ਹੀ ਨਹੀਂ ਸੀ ਸੰਸਾਰ ਤੇ। ਵਾਹਿਗੁਰੂ ਬਿਲਕੁਲ ਜੀ। ਹਨਾ ਇੱਥੋਂ ਤੱਕ ਤੁਹਾਡੇ ਘਰ ਰੱਖੀ ਹੋਈ ਗਾਂ ਨੂੰ ਵੀ ਤੁਹਾਡੇ ਘਰ ਬਿਸਮਿਲ੍ਲਾ ਕਹਿ ਕੇ ਜੀਵਾ ਕੀਤਾ ਜਾਂਦਾ ਸੀ। ਤੁਹਾਡੀ ਜ਼ਰੂਰਤ ਨਹੀਂ ਸੀ ਤੁਸੀਂ ਉਹਨੂੰ ਰੋਕ ਦਿਓ। ਵਾਹਿਗੁਰੂ ਵਾਹਿਗੁਰੂ ਜੀ। ਤੁਹਾਡੀਆਂ ਧੀਆਂ ਨੂੰ ਜਿਹੜੀਆਂ ਜਵਾਨ ਸੀ ਹਿੰਦੁਸਤਾਨ ਦੀਆਂ ਜਿਹੜੀਆਂ ਘੱਟ ਗਿਣਤੀ ਜਾਂ ਕੀ ਮੈਂ ਕਹਾਂ ਕਿ ਉਹਨਾਂ ਦੀ ਬੁਜ਼ਦਿਲੀ ਤਾਂ ਉਹਨਾਂ ਦੀ ਕਹਿਰਤਾ ਇੰਨੀ ਕਮਜ਼ੋਰ ਹੋ ਚੁੱਕੀ ਸੀ ਜਿਹੜਾ ਆਪਣੀ ਧੀ ਦੀ ਰਾਖੀ ਨਹੀਂ ਕਰ ਸਕਦਾ ਸਮਾਜ ਦੀ ਰਾਖੀ ਕੀ ਖਾਕ ਕਰੂਗਾ। ਵਾਹਿਗੁਰੂ ਬਿਲਕੁਲ ਜੀ ਬਿਲकुल। तो खैर इस समय पासा समा ना ज्यादा लग जाए जी। तो महाराज ने बड़े प्यार नाल किया भाई इत्थे दिखावे मात्र कुछ नहीं आ, इत्थे जो आ वो प्रैक्टिकल हुंदा जी। ते फिर उन्होंने कहा महाराज जी ਤੁਸੀਂ ਕਹਿੰਦੇ ਤੁਹਾਡਾ ਤੀਰ ਆ ਫਿਰ ਸਾਨੂੰ ਚਲਾ ਕੇ ਦਿਖਾਓਗੇ ਜੀ। ਮਹਾਰਾਜ ਕਹਿੰਦੇ ਹਾਂ ਕਿਉਂ ਨਹੀਂ। ਸੱਚੇ ਪਾਤਸ਼ਾਹ ਨੇ ਉਹ ਤੀਰ ਆਪਣੇ ਹੱਥ ਵਿੱਚ ਲਿਆ ਚਿੱਲਾ ਖਿੱਚਿਆ ਵਾਹਿਗੁਰੂ ਵਾਹਿਗੁਰੂ ਉੱਚ ਕਮਾਨ ਤੇ ਚੜ ਕੇ ਪੱਠੇ ਚੋਂ ਤੀਰ ਕੱਢਿਆ ਜ਼ੋਰ ਨਾਲ ਕੰਨ ਤੱਕ ਖਿੱਚਿਆ ਮਹਾਰਾਜ ਨੇ ਵੀਰ ਰਸ ਵਿੱਚ ਆ ਕੇ ਵਾਹਿਗੁਰੂ। ਤੋਂ ਜਦੋਂ ਖਿੱਚਿਆ ਤੇ ਉਹ ਖਿੱਚਦਿਆਂ ਸਾਰ ਹੀ ਜਿਹੜਾ ਉਹ ਤੀਰ ਤਾਂ ਸਮਾਨਾਂ ਚ ਨਿਕਲ ਗਿਆ ਜੀ ਜੀ ਜੀ। ਤੇ ਪਰ ਮਹਾਰਾਜ ਦਾ ਉਹ ਜ਼ਖਮ ਫਿਰ ਖੁੱਲ ਗਿਆ ਵਾਹਿਗੁਰੂ ਬਿਲਕੁਲ ਜੀ। ਜਦੋਂ ਆਪਾਂ ਏਦਾਂ ਜ਼ੋਰ ਨਾਲ ਖਿੱਚਦੇ ਹਾਂ ਤਾਂ ਉਹ ਜ਼ੋਰ ਪੈਂਦਾ ਆ ਵੱਖੀ ਦੇ ਉੱਤੇ ਤੇ ਉਦੋਂ ਫਿਰ ਭਾਈ ਦਇਆ ਸਿੰਘ ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਜ਼ਖਮ ਖੁੱਲ ਗਿਆ। ਮਹਾਰਾਜ ਜਰਾਹ ਨੂੰ ਸਾਦੇ ਆ ਕਿਸੇ ਨੂੰ ਹਕੀਮ ਨੂੰ ਸਾਦੇ ਆ ਜੀ
ਤੇ ਮਹਾਰਾਜ ਨੇ ਵੀ ਬੜੇ ਪਿਆਰ ਨਾਲ ਬਚਨ ਉੱਥੇ ਨਾਰਦ ਭੱਟ ਜੀ ਨੇ ਕਿਹਾ ਵੀ ਜੈਸਾ ਹੁਕਮ ਕਾਲ ਕਾ ਥਾ ਸੋਈ ਮਾਨਾ। ਵਾਹਿਗੁਰੂ ਜੀ। ਚਾਹੋ ਜਰਾ ਹਕੀਮ ਨੂੰ ਫਿਰ ਜ਼ਖਮ ਸਲਾਨਾ, ਨਾ ਸਲਵਾਇਓ ਸਤਿਗੁਰੂ ਖੁਦ ਹੀ ਬੰਦ ਰਾਖਾ, ਤਨ ਅਸਥੂਲ ਤਿਆਗਣ ਹੇਤ ਤਿਆਰਾ ਲਾਖਾ। ਵਾਹਿਗੁਰੂ ਵਾਹਿਗੁਰੂ ਜੀ। ਅਸੀਂ ਹੁਣ ਸਰੀਰ ਨੂੰ ਛੱਡ ਕੇ ਜਾਣਾ ਆ ਤੇ ਹਜੂਰ ਨੇ ਕੁੱਟ ਕੇ ਕਬਰ ਕਸ਼ਾ ਉਹਦੇ ਘੇਰੇ ਘੇਰੇ ਵਲੇਟ ਲਿਆ। ਵਾਹਿਗੁਰੂ ਵਾਹਿਗੁਰੂ ਜੀ। ਉੱਥੇ ਗੁਰਸਿੱਖਾਂ ਦੀਆਂ ਕੁਝ ਬੇਨਤੀਆਂ ਵੀ ਸੀਗੀਆਂ ਮਹਾਰਾਜ ਦੇ ਮੋਹਰੇ ਵੀ ਆਪ ਲੋਪ ਕਰਨੇ ਕੀ ਅਬ ਕਰ ਲਈ ਤਿਆਰੀ, ਸੰਗਤ ਕਿਸ ਕੇ ਆਸਰੇ ਫਿਰ ਜੀਏ ਵਿਚਾਰੀ, ਨੌ ਪਾਤਸ਼ਾਹ ਅੰਤ ਕੋ ਸਾਰੇ, ਸੰਗਤ ਲੜ ਪਕੜੋ ਧਾਰੇ, ਪੁਨ ਬਖੁੰਠ ਗਮਨ ਕੋ ਕਰੇ, ਹਮ ਕਿਸ ਕੇ ਪੱਗ ਪਰ ਸਿਰ ਧਰੇ। ਵਾਹਿਗੁਰੂ ਜੀ। ਸਿੱਖਾਂ ਨੇ ਵੀ ਉਦੋਂ ਬੇਨਤੀਆਂ ਕੀਤੀਆਂ ਮਹਾਰਾਜ ਜਿਹੜੇ ਅੱਜ ਵੀ ਅਸੀਂ ਸੱਚੇ ਪਾਤਸ਼ਾਹ ਜੀ ਵੀ ਜਿੰਨੀ 9 ਗੁਰੂ ਸੀ ਉਹ ਸਾਰੇ ਲੜ ਫੜਾ ਕੇ ਜਾਂਦੇ ਸੀਗੇ। ਵਾਹਿਗੁਰੂ ਜੀ। ਤੇ ਆਪ ਜੀ ਕਹਿੰਦੇ ਵੀ ਤੁਸੀਂ ਤਿਆਰੀ ਕਰ ਲਈ ਆ ਤੇ ਫਿਰ ਮਹਾਰਾਜ ਸਾਨੂੰ ਕਿਹਦੇ ਨਾਲ ਆਸਰੇ ਲਾ ਕੇ ਚੱਲਿਓ, ਕਿਹਦੇ ਲੜ ਲਾ ਕੇ ਚੱਲਿਓ। ਵਾਹਿਗੁਰੂ ਵਾਹਿਗੁਰੂ ਜੀ। ਸ਼੍ਰੀ ਮੁਖ ਤੇ ਤਬ ਧੀਰਜ ਦੀਨਾ, ਹਮ ਸਭ ਬਾਤ ਪ੍ਰਥਮ ਕਰ ਲੀਨਾ, ਗੰਢ ਅਕਾਲ ਪੁਰਖ ਸੋ ਪਾਇਓ, ਇਸ ਪ੍ਰਕਾਰ ਸੁਪਨੇ ਕਰ ਅਚਲ ਪਕਰਾਇਓ। ਮਹਾਰਾਜ ਕਹਿੰਦੇ ਤੁਹਾਡੀ ਗੰਢ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪਾਉਣ ਲੱਗੇ ਆ ਹੁਣ ਜੀ। ਵਾਹਿਗੁਰੂ। ਤੇ ਜਿਹੜਾ ਸਦਾ ਰਹੇ ਪ੍ਰਭ ਚਰਨ ਸ਼ਰਨੀ, ਅਰਪਣ ਕੀ ਆਸ ਨਹੀਂ ਕਰਨੀ, ਲੋਕ ਸੁਖੀਏ ਪਰਲੋਕ ਸਹੇਲਾ, ਲੋਕ ਸੁਖੀਏ ਪਰਲੋਕ ਸੰਤੋષਾ, ਨਿਰਪਤ ਰੱਖੋ ਗੁਰੂ ਭਰੋਸਾ। ਵਾਹਿਗੁਰੂ ਜੀ। ਤੁਸੀਂ ਗੁਰੂ ਤੇ ਭਰੋਸਾ ਰੱਖਣਾ। ਮਹਾਰਾਜ ਸਾਹਿਬ ਕਹਿੰਦੇ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ। ਵਾਹਿਗੁਰੂ ਜੀ। ਇਸ ਪ੍ਰਕਾਰ ਮਹਾਰਾਜ ਨੇ ਜਿਹੜਾ ਸ਼ਾਸਤਰ ਦਾ ਸਤਿਕਾਰ ਜਿਹੜਾ ਸਾਨੂੰ ਸਿਖਾਇਆ ਜੀ। ਤੇ ਆਪ ਮਹਾਰਾਜ ਜੀ ਹਜੂਰ ਸਾਹਿਬ ਰਹਿੰਦਿਆਂ ਹੋਇਆਂ ਹੀ ਦਾਤਾ ਸਤਿਗੁਰੂ ਜੀ ਇੱਕ ਦਿਨ ਮਾਤਾ ਸਾਹਿਬ ਕੌਰ ਕੋਲ ਜੀ ਕੋ ਆਏ, ਕਿਉਂਕਿ ਹੁਣ ਸਾਡੇ ਮਾਤਾ ਜੀ ਆ ਜੀ ਤੇ ਉਹਨਾਂ ਦਾ ਸਥਾਨ ਵੀ ਬਣਿਆ ਹੋਇਆ ਲਾਗੇ ਜੀ। ਮਹਾਰਾਜ ਜੀ ਮਾਤਾ ਜੀ ਕੋਲ ਆ ਕੇ ਕਹਿਣ ਲੱਗੇ ਵੀ ਮਾਤਾ ਜੀ ਨੂੰ ਕਹਿਣ ਲੱਗੇ ਸਾਹਿਬ ਕੋਰੇ ਵੀ ਅਸੀਂ ਤੁਹਾਡੇ ਨਾਲ ਇੱਕ ਬਚਨ ਕਰਨਾ ਸੀ। ਉਹਨਾਂ ਕਿਹਾ ਮਹਾਰਾਜ ਦੱਸੋ, ਹੁਕਮ ਕਰੋ, ਦੱਸੋ ਬਚਨ ਆਪ ਜੀ। ਮੇਰੇ ਵਾਸਤੇ ਤਾਂ ਹੁਕਮ ਹੈ, ਹੋਰ ਵੀ ਪਿਆਰ ਦੀ ਬਾਤ ਹੈ, ਪ੍ਰੇਮ ਦੀ ਬਾਤ ਹੈ ਜੀ। ਤੇ ਉਹ ਕਹਿਣ ਲੱਗੇ ਵੀ ਮਹਾਰਾਜ ਕਹਿਣ ਲੱਗੇ ਸਾਹਿਬ ਕੌਰ ਵੀ ਅਸੀਂ ਹੁਣ ਕਿਸੇ ਹੋਰ ਦੇਸ਼ ਵਿੱਚ ਜਾਣਾ ਚਾਹੁੰਦੇ ਆ ਤੇ ਤੁਸੀਂ ਆਪਣੀ ਭੈਣ ਮਾਤਾ ਸੁੰਦਰ ਕੌਰ ਕੋਲ ਚਲ ਜਾਓ ਦਿੱਲੀ ਜੀ। ਤੇ ਮਾਤਾ ਜੀ ਸਮਝੇ ਨਹੀਂ ਤੇ ਉਹਨਾਂ ਨੇ ਕਿਹਾ ਮਹਾਰਾਜ ਵੀ ਬੇਨਤੀ ਹੈ ਵੀ ਜਦੋਂ ਮੈਂ ਪੰਜਾਬ ਤੋਂ ਤੁਹਾਡੇ ਨਾਲ ਹਜੂਰ ਸਾਹਿਬ ਆ ਸਕਦੇ ਆ ਜੀ, ਤੇ ਫਿਰ ਮਹਾਰਾਜ ਜੀ ਹਜੂਰ ਸਾਹਿਬ ਤੋਂ ਉਸ ਦੇਸ਼ ਚ ਕਿਉਂ ਨਹੀਂ ਜਾ ਸਕਦੇ ਜਿੱਥੇ ਤੁਸੀਂ ਜਾ ਰਹੇ। ਵਾਹਿਗੁਰੂ ਜੀ। ਤੇ ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਵੀ ਸਾਹਿਬ ਕੋਰੇ ਉਹ ਗੱਲ ਇਹ ਆ ਵੀ ਉਹ ਦੇਸ਼ ਵਿੱਚ ਇਕੱਲੇ ਜਾਈਦਾ, ਭਾਵੇਂ ਦੋਵੇਂ ਇਕੱਠੇ ਵੀ ਕਿਉਂ ਨਾ ਆਏ। ਵਾਹਿਗੁਰੂ ਜੀ। ਤਾਂ ਮਾਤਾ ਜੀ ਝੱਟ ਸਿਰ ਸਮਝ ਗਿਆ ਵੀ ਮਹਾਰਾਜ ਕੀ ਕਹਿਣਾ ਚਾਹੁੰਦੇ ਆ। ਫਿਰ ਮਾਤਾ ਜੀ ਨੇ ਬੜੇ ਪਿਆਰ ਨਾਲ ਬੇਨਤੀ ਕਰਕੇ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੀ ਔਰਤ ਦੇ 3 ਆਸਰੇ ਹੁੰਦੇ ਆ। ਵਾਹਿਗੁਰੂ ਜੀ। ਇੱਕ ਆਸਰਾ ਧਨ ਹੁੰਦਾ ਹੈ, ਦੂਸਰਾ ਉਹਦਾ ਪੁੱਤਰ ਹੁੰਦੇ ਨੇ, ਤੇ ਤੀਸਰਾ ਉਹਦਾ ਪਤੀ ਹੁੰਦਾ ਹੈ ਜੀ। ਤੇ ਧਨ ਦੀ ਮਹਾਰਾਜ ਮੈਨੂੰ ਲੋੜ ਨਹੀਂ, ਤੇ ਜਿਹੜੇ ਪੁੱਤਰ ਆ ਮਹਾਰਾਜ ਤੁਸੀਂ ਸਾਰਾ ਹੀ ਵਿਹੜਾ ਖਾਲੀ ਕਰ ਦਿੱਤਾ। ਵਾਹਿਗੁਰੂ ਜੀ। ਇੱਕ ਵੀ ਤਾਂ ਨਹੀਂ ਰੱਖਿਆ ਤੁਸੀਂ, ਸਾਰਾ ਹੀ ਵਿਹੜਾ ਖਾਲੀ ਹੋ ਗਿਆ ਜੀ। ਬਿਲਕੁਲ। ਤੇ ਤੁਸੀਂ ਮਹਾਰਾਜ ਜਾ ਰਹੇ ਹੋ ਤੇ ਮੇਰਾ ਪਰਨ ਹੈ ਕਿ ਮੈਂ ਤੁਹਾਡੇ ਦਰਸ਼ਨ ਕਰਨ ਤੋਂ ਬਿਨਾ ਕੁਛ ਵੀ ਜਲ ਗੜੇਰ ਨਹੀਂ ਕਰਦੇ ਨਹੀਂ, ਅਸੀਂ ਕੁਛ ਛੱਡਦੇ ਨਹੀਂ, ਸਾਡਾ ਨਿਯਮ ਹੈ, ਸਾਡੀ ਮਰਜ਼ਾਦਾ ਹੈ ਜੀ। ਤਾਂ ਮਹਾਰਾਜ ਕਹਿਣ ਲੱਗੇ ਸੀ ਸਾਹਿਬ ਕੌਰ ਨੂੰ, ਕਹਿਣ ਲੱਗੇ ਵੀ ਇਹ ਨਹੀਂ ਕੋਈ ਗੱਲ, ਮਾਤਾ ਜੀ ਨੂੰ ਕਹਿੰਦੇ ਵੀ ਇਹ ਤੁਸੀਂ ਚਿੰਤਾ ਨਾ ਕਰੋ ਜੀ। ਉਹ ਦਾਤਾ ਸਨ ਪਰਮਾਤਮਾ ਦੀਆਂ ਮਾਨਤ ਵਿੱਚ ਖਿਆਮਤ ਨਹੀਂ ਪਾ ਸਕਦੇ ਜੀ। ਬਾਕੀ ਗੱਲ ਦਰਸ਼ਨਾਂ ਦੀ ਰਹੀ। ਹਜੂਰ ਨੇ ਇੱਕ ਸ੍ਰੀ ਸਾਹਿਬ ਦਿੱਤੀ, ਛੋਟੀ ਕਟਾਰ ਦਿੱਤੀ, ਪੋਥੀ ਸਾਹਿਬ ਦਿੱਤਾ ਜੀ। ਤੇ ਮਹਾਰਾਜ ਨੇ ਕਿਹਾ ਤੁਸੀਂ ਇਹ ਲੈ ਜਾਓ, ਸ਼ਾਸਤਰ ਦਿੱਤੇ ਆਪਣੇ ਕਬਰ ਕੱਸੇ ਵਿੱਚੋਂ ਕੱਢ ਕੇ ਜੀ। ਤੇ ਇਹਨਾਂ ਨੂੰ ਜਾ ਕੇ ਉੱਥੇ ਤੁਸੀਂ ਦਿੱਲੀ ਆਪਣੀ ਭੈਣ ਕੋਲ ਜਾ ਕੇ ਪਲੰਘ ਤੇ ਸਜਾ ਕੇ ਅੰਮ੍ਰਿਤ ਵੇਲੇ ਇਹਨਾਂ ਦਾ ਧੂਫਬੱਤੀ ਕਰਕੇ, ਫਿਰ ਧੂਫ ਵਗੈਰਾ ਕਰਕੇ, ਤੇ ਫਿਰ ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਨਾ, ਇਹਨਾਂ ਸ਼ਾਸਤਰਾਂ ਵਿੱਚੋਂ ਤੈਨੂੰ ਸਾਡੇ ਦਰਸ਼ਨ ਹੋਣਗੇ। ਵਾਹਿਗੁਰੂ ਜੀ। ਉਦੋਂ ਮਾਤਾ ਜੀ ਨੇ ਬੜੇ ਹੱਥ ਜੋੜ ਕੇ ਕਿਹਾ ਸੀ ਮਹਾਰਾਜ ਵੀ ਆਪ ਹੁਣ ਚੱਲੇ ਹੋ ਤੇ ਫਿਰ ਕਬ ਦਰਸ਼ਨ ਹੋਣਗੇ, ਹੁਣ ਗਿਆਨ ਨਿਧਾਨਾ ਜੀ, ਫਿਰ ਕਿਦੋਂ ਦਰਸ਼ਨ ਹੋਣਗੇ। ਤੇ ਮਹਾਰਾਜ ਕਹਿੰਦੇ ਹੁਣ ਇਹ ਤਾਂ ਨਦੀਆਂ ਦਾ ਵਹਿਣ ਆ
ਵਾਹਿਗੁਰੂ ਜੀ। ਇਹ ਤਾਂ ਨਦੀਆਂ ਦਾ ਵਹਿਣ ਹੈ। ਜਦੋਂ ਨਦੀਆਂ ਦਾ ਵਹਿਣ ਇੱਕ ਵਾਰੀ ਵਹਿ ਜਾਂਦਾ ਫਿਰ ਥੋੜੀ ਦੁਬਾਰਾ ਮਿਲਦਾ। ਵਾਹਿਗੁਰੂ ਵਾਹਿਗੁਰੂ ਜੀ ਬਿਲਕੁਲ। ਔਰ ਮਾਤਾ ਜੀ ਨੂੰ ਸ਼ਾਸਤਰਾਂ ਵਿੱਚੋਂ ਦਰਸ਼ਨ ਹੁੰਦੇ ਰਹੇ। ਮਾਤਾ ਜੀ ਨੂੰ ਜਿਹੜੇ ਸ਼ਾਸਤਰ ਗੁਰੂ ਗੋਬਿੰਦ ਸਿੰਘ ਨੇ ਦਿੱਤੇ ਉਹ ਚੋਂ ਦਰਸ਼ਨ ਹੁੰਦੇ ਰਹੇ। ਵਾਹਿਗੁਰੂ। ਕਿਉਂਕਿ ਸਨੇਹੀ ਦੇ ਦਿੱਤੇ ਹੋਏ ਤੋਹਫੇ ਵਿੱਚੋਂ ਵੀ ਸਨੇਹੀ ਦੇ ਦਰਸ਼ਨ ਹੁੰਦੇ ਆ। ਵਾਹਿਗੁਰੂ ਜੀ। ਜੇਕਰ ਸਨੇਹੀ ਨਾਲ ਪਿਆਰ ਹੋਵੇ, ਪ੍ਰੇਮ ਹੋਵੇ, ਹੁਣ ਸਾਡਾ ਸਨੇਹੀ ਨਾਲ ਪ੍ਰੇਮ ਹੀ ਰਿਹਾ ਤੇ ਫਿਰ ਸਾਨੂੰ ਉਹ ਚੋਂ ਦਰਸ਼ਨ ਕੀ ਹੋਣੇ ਆ। ਜਦੋਂ ਅਸੀਂ ਗੁਰੂ ਦੇ ਤੋਹਫਿਆਂ ਨੂੰ ਨਹੀਂ ਪਿਆਰ ਕਰਦੇ, ਗੁਰੂ ਨੂੰ ਕੀ ਖਾਸ ਪਿਆਰ ਕਰਾਂਗੇ। ਬਿਲਕੁਲ ਬਿਲਕੁਲ ਜੀ। ਗੁਰੂ ਨੂੰ ਕੀ ਪਿਆਰ ਕਰ ਸਕਦੇ ਹੋ। ਔਰ ਇਹ ਸਿਰਫ ਦਿਖਾਵਾ ਹੋਊਗਾ ਵੀ ਦਿਖਾਵਾ ਕਰਾਂਗੇ ਅਸੀਂ। ਦਿਖਾਵਾ ਕਰ ਰਹੇ ਆ ਲੋਕ ਬਹੁਤ ਸਾਰਾ। ਔਰ ਜਿਹੜਾ ਵਾ ਉਹ ਮੰਦ ਸ਼ਬਦ ਵੀ, ਭੈੜੇ ਸ਼ਬਦ ਵੀ ਬੋਲ ਰਹੇ ਆ ਕਿਸੇ ਈਰਖਾ ਦੇ ਵਿੱਚ ਵਸ ਆ ਕੇ, ਤੇ ਲੋਕੀ ਉਹਨਾਂ ਨੂੰ ਸੁਣ ਵੀ ਰਹੇ ਆ। ਕਿਉਂਕਿ ਜਿਹੜੀ ਗੁਰੂ ਦੀ ਪ੍ਰੇਮ ਦੀ ਗੱਲ ਹੈ ਉਹ ਹਰ ਬੰਦੇ ਦੇ ਸਮਝਣ ਵਾਲੀ ਗੱਲ ਨਹੀਂ ਹੁੰਦੀ। ਇਹ ਤਾਂ ਗੁਰੂ ਜੇ ਤੇ ਦਇਆ ਕਰੇ ਉਹਨੂੰ ਸਮਝ ਲੱਗਦੀ ਜੀ। ਬਿਲਕੁਲ ਜੀ। ਮੇਰਾ ਮਨ ਨਹੀਂ ਕਰ ਰਿਹਾ ਕਿ ਮੈਂ ਤੁਹਾਨੂੰ ਬੋਲਦੇ ਹਨ ਰੋਕਾਂ, ਪਰ ਮੈਨੂੰ ਨਾ ਕੁਝ ਦਿਨ ਪਹਿਲਾਂ ਦੀ ਗੱਲ ਆ, ਮੈਂ ਕੁਝ ਸਾਡੇ ਵੀਰਾਂ ਵੱਲੋਂ ਨਾ ਕਮੈਂਟ ਕੀਤਾ ਜਾ ਰਿਹਾ ਸੀ, ਕਿਸੇ ਸਿੰਘ ਦੇ ਕਮਰ ਕੱਸਾ ਕੀਤਾ ਹੋਇਆ ਸੀ ਤੇ ਉਹ ਬੜੇ ਮਜ਼ਾਕ ਭਰੇ ਲਹਿਜੇ ਦੇ ਵਿੱਚ ਕਮੈਂਟ ਕਰ ਰਹੇ ਸੀ ਉਸ ਸਿੰਘ ਨੂੰ। ਤੇ ਮੈਂ ਸੋਚਦਾ ਸਾਂ ਕਿ ਜਦੋਂ ਇਸ ਦੇਸ਼ ਦੇ ਵਿੱਚ ਧੀਆਂ ਦੀ ਇੱਜ਼ਤ ਆਬਰੂ ਲੁੱਟੀ ਜਾ ਰਹੀ ਸੀ, ਜਦੋਂ ਧਨ ਮਾਇਆ ਜਿਹੜੀ ਸਭ ਕੁਝ ਲੁੱਟਿਆ ਜਾ ਰਿਹਾ ਸੀ, ਉਸ ਸਮੇਂ ਜੇ ਅਗਰ ਇਹ ਕਮਰ ਕੱਸਾ ਕਰਕੇ ਸਾਡਾ ਗੁਰੂ ਸਾਹਿਬ ਜੀ ਨਾ ਖੜਾਉਂਦੇ ਤੇ ਜਿਵੇਂ ਆਪਾਂ ਪਹਿਲਾਂ ਵਿਚਾਰ ਕਰ ਰਹੇ ਸੀ, ਤੇ ਇਹ ਤਾਂ ਉਸ ਸਮੇਂ ਪੁੱਛ ਕੇ ਦੇਖੋ ਕਿ ਇਸ ਕਮਰ ਕੱਸੇ ਦੀ ਜਿਹੜੀ ਕੀ ਮਹਾਨਤਾ ਸੀ। ਹਾਂ, ਇਹ ਵੀ ਇੱਕ ਬੇਨਤੀ ਕਰ ਲਈਏ ਜੀ। ਵੀ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਸਾਨੂੰ ਸ਼ਕਤੀ ਤੇ ਭਗਤੀ ਦੋਵੇਂ ਇੱਕ ਥਾਂ ਕਰਕੇ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਹੂੰ ਮੈਂ ਕਰੂ ਨਿਵਾਸ। ਵਾਹਿਗੁਰੂ ਜੀ। ਇਸੇ ਪ੍ਰਕਾਰ ਫਿਰ ਜਿਹੜਾ ਸਾਡਾ ਸਿੱਖ ਇਤਿਹਾਸ ਸ਼ੁਰੂ ਹੁੰਦਾ ਹੈ ਜੀ। ਜਿੱਤੇ ਬੜਾ ਸਾਡੇ ਤੇ ਵਿਖੜਾ ਸਮਾਂ ਆਇਆ, ਬੜੀਆਂ ਔਕੜਾਂ ਆਈਆਂ। ਇਹੋ ਜਿਹਾ ਵਿਖੜਾ ਸਮਾਂ ਆਇਆ ਕਿ ਇੱਕ ਸਮਾਂ ਇਹੋ ਜਿਹਾ ਸੀ ਖਾਲਸਾ ਪੰਥ ਕੋਲੇ ਕਿ ਨੀਲੀ ਛੱਤ ਤੋਂ ਬਿਨਾਂ ਉਹਦੇ ਕੋਲੇ ਹੋਰ ਕੁਛ ਨਹੀਂ ਸੀ। ਵਾਹਿਗੁਰੂ ਜੀ। ਅਸੀਂ ਨੀਲੇ ਅੰਬਰ ਥੱਲੇ ਬੈਠੇ ਸੀ, ਪਰ ਨਾ ਸਾਡੇ ਕੋਲੇ ਅਰਦਾਸ ਸੁੱਟੀ ਤੇ ਨਾ ਗੁਰੂ ਗੋਬਿੰਦ ਸਿੰਘ ਦਾ ਉਹ ਆਸਰਾ ਸੁੱਟਿਆ। ਸਾਡੇ ਕੋਲੇ ਗੁਰੂ ਦਾ ਆਸਰਾ ਸੀ, ਉਹਨੇ ਸਾਨੂੰ ਕਦੇ ਨਿਰਾਸ਼ਰੇ ਹੋਣ ਦਿੱਤਾ ਹੀ ਨਹੀਂ ਜੀ। ਤੇ ਜਿਨ੍ਹਾਂ ਕੋਲੇ ਗੁਰੂ ਦਾ ਆਸਰਾ ਨਹੀਂ ਹੁੰਦਾ, ਬਹੁਤ ਸਾਰੇ ਆਸਰੇ ਹੁੰਦੇ ਹੋਏ ਉਹ ਸਮਾਜ ਵਿੱਚ ਨਿਰਾਸ਼ਰੇ ਹੁੰਦੇ ਆ ਜੀ। ਜਦੋਂ ਅਬਦਾਲੀ ਦਾ ਮੈਂ ਉਹ ਲੜੀ ਪੂਰੀ ਕਰ ਲਵਾਂ ਜੀ। ਜਦੋਂ ਅਬਦਾਲੀ ਦੇ ਇਸ ਪ੍ਰਕਾਰ ਕੁਪਰਹੇੜੀ ਵਿੱਚ ਬਹੁਤ ਭਾਰੀ ਸਾਡੇ ਨਾਲ ਜੰਗ ਉਹਦਾ ਹੋਇਆ, ਜਿਹਦੇ ਵਿੱਚ ਦੋਵੇਂ ਪਾਸੇ ਬਹੁਤ ਨੁਕਸਾਨ ਹੋਇਆ ਜੀ। ਤੇ 3 ਮਹੀਨਿਆਂ ਬਾਅਦ ਬਾਬਾ ਲਹਿਣਾ ਸਿੰਘ, ਬਾਬਾ ਗੁੱਜਰ ਸਿੰਘ ਜੀ, ਜੱਸਾ ਸਿੰਘ ਜੀ ਆਹਲੂਵਾਲੀਆ, ਨਵਾਬ ਕਪੂਰ ਸਿੰਘ ਜੀ, ਹਰੀ ਸਿੰਘ ਜੀ ਭੰਗੀ, ਇਹ ਮਿਸਲਾਂ ਨੇ ਜਿਹੜਾ ਸੀ ਇਹ ਜਰਨੈਲ ਲਾਇਆ ਹੋਇਆ ਅਬਦਾਲੀ ਦਾ, ਲਾਹੌਰ ਵਿੱਚੋਂ ਭਜਾ ਦਿੱਤਾ ਸੀ ਕਾਬਲੀ ਮੱਲ ਜੀ। ਤੇ ਆਪ ਲਾਹੌਰ ਵਿੱਚ ਜਾ ਕੇ ਉਹਨਾਂ ਨੇ ਆਪ ਜਿਹੜਾ ਪ੍ਰਬੰਧ ਸੰਭਾਲ ਲਿਆ ਸੀ ਬਾਬਾ ਲਹਿਣਾ ਸਿੰਘ ਨੇ ਜੀ। ਬਾਬਾ ਲਹਿਣਾ ਸਿੰਘ ਜੀ ਉੱਥੇ ਸੰਭਾਲ ਰਹੇ ਸੀ। ਥੋੜੇ ਸਮੇਂ ਬਾਅਦ ਅਬਦਾਲੀ ਫਿਰ ਆ ਗਿਆ ਸੀ ਤੇ ਬਾਬਾ ਜੀ ਲਾਹੌਰ ਦਾ ਪ੍ਰਬੰਧ ਛੱਡ ਕੇ ਅੰਮ੍ਰਿਤਸਰ ਸਾਹਿਬ ਆ ਗਏ ਸੀਗੇ ਵੀ ਇਹਨੇ ਆਉਣਾ ਤੇ ਮੁੜ ਜਾਣਾ, ਕੋਈ ਬਹੁਤਾ ਨੁਕਸਾਨ ਕਰਨ ਜਾਂ ਕਰਾਉਣ ਦਾ ਫਾਇਦਾ ਨਹੀਂ ਆ ਜੀ। ਉਹਨੇ ਲਾਹੌਰ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਪੁੱਛਿਆ ਸੀ ਵੀ ਤੁਸੀਂ ਕਿਹਦੇ ਪ੍ਰਬੰਧ ਵਿੱਚ ਜ਼ਿਆਦਾ ਖੁਸ਼ ਆ। ਜੀ। ਜਿਹੜੀ ਗੱਲ ਤੁਸੀਂ ਕਹੀ ਨਾ ਵੀ ਜੇ ਸਾਡੇ ਕੋਲੇ ਸ਼ਾਸਤਰ ਹੁੰਦੇ ਤਾਂ ਦੇਸ਼ ਦੀਆਂ ਧੀਆਂ ਭੈਣਾਂ ਨੂੰ ਢੱਕਿਆਂ ਦੀ ਤਰ੍ਹਾਂ ਬੰਨ੍ਹ ਕੇ ਨਾ ਲੈ ਕੇ ਜਾਇਆ ਜਾਂਦਾ। ਵਾਹਿਗੁਰੂ ਜੀ। ਉਹਨੇ ਆ ਕੇ ਪੁੱਛਿਆ ਲੋਕਾਂ ਦੇ, ਲਾਹੌਰ ਦਿਆਂ ਨੂੰ ਇਕੱਠੇ ਕਰਕੇ ਵੀ ਮੈਂ ਲਾ ਕੇ ਗਿਆ ਸੀ ਕਾਬਲੀ ਮੱਲ ਤੇ ਕਾਬਲੀ ਮੱਲ ਨੂੰ ਉਹਨਾਂ ਨੇ ਭਜਾ ਦਿੱਤਾ ਆ, ਤੇ ਰਾਜ ਇੱਥੇ ਜਿਹੜੀ ਆ ਉਹ ਲਾਹੌਰ 'ਚ ਉਹ ਸਿੱਖਾਂ ਨੇ ਕੀਤਾ, ਤੁਸੀਂ ਕਿਹਦੇ ਪ੍ਰਬੰਧ ਤੋਂ ਜ਼ਿਆਦਾ ਖੁਸ਼ ਹੁੰਦੇ ਹੋ? ਜੀ। ਉਹਨਾਂ ਕਿਹਾ ਵੀ ਤੂੰ ਕਰੇਗਾ ਤੇ ਸਾਡਾ ਗੁੱਸਾ, ਪਰ ਤੈਨੂੰ ਇੱਕ ਗੱਲ ਦੱਸ ਦਿੰਦੇ ਆ ਕਿ ਜਦੋਂ ਕਾਬਲੀ ਮੱਲ ਸੀ ਇੱਥੇ ਰਹਿੰਦਾ ਤੇ ਸਾਡੀ ਧੀ ਪੈਰ ਧਰਦੀ ਸੀ, ਉਹ ਐਂ ਜਾਪਦਾ ਸੀ ਜਿਵੇਂ ਬਾਪੂ ਦੇ ਸੀਨੇ ਤੇ ਪੈਰ ਰੱਖ ਕੇ ਤੁਰਦੀ ਹੋਵੇ। ਵਾਹਿਗੁਰੂ ਜੀ। ਤੇ ਜਿੱਦਣ ਦੇ ਸਿੱਖ ਆਏ ਆ, ਖਾਲਸਾ ਰਾਜ ਆਇਆ, ਸਾਡੇ ਪਰਿਵਾਰਾਂ ਦੀ ਰੱਖਿਆ ਵੀ ਉਹਨਾਂ ਨੇ ਕੀਤੀ ਆ, ਸਾਡੇ ਕਾਰੋਬਾਰ ਵੀ ਵਧਿਆ, ਸਾਡੇ ਧਰਮ ਵੀ ਵਧਿਆ। ਵਾਹਿਗੁਰੂ ਜੀ। ਇਹ ਖਾਲਸੇ ਨੇ, ਇਹ ਧਰਮ ਦੀ ਨਿਸ਼ਾਨੀ ਹੁੰਦੀ ਆ
ਜਦੋਂ ਧਰਮ ਹੁੰਦਾ ਉਦੋਂ ਹਰ ਚੀਜ਼ ਪ੍ਰਫੁੱਲਤ ਹੁੰਦੀ ਆ, ਹਰ ਧਰਮ ਪ੍ਰਫੁੱਲਤ ਹੁੰਦਾ ਆ। ਬਿਲਕੁਲ ਜੀ। ਤੇ ਜਦੋਂ ਧਰਮ ਮੁੱਕ ਜਾਵੇ ਕੋਈ ਚੀਜ਼ ਵੀ ਪ੍ਰਫੁੱਲਤ ਹੋ ਕੇ ਨਹੀਂ ਪ੍ਰਫੁੱਲਤ ਹੁੰਦੀ। ਬਿਲਕੁਲ ਜੀ। ਇੱਥੇ ਮੈਂ ਇੱਕ ਗੱਲ ਨਾਲ ਕਹਿ ਦੇਵਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖਾਂ ਨੇ ਸ਼ਿਕਾਇਤ ਕਰ ਦਿੱਤੀ ਸੀ ਕਿ ਮਹਾਰਾਜ ਇਹ ਬਾਂਗਾ ਦਿੰਦੇ ਆ ਮੁਸਲਮਾਨ, ਉੱਠ ਕੇ ਇਹਨਾਂ ਨੂੰ ਬੰਦ ਕਰ ਦਿਓ, ਰਾਜ ਸਾਡਾ ਆ ਜੀ। ਤੇ ਮਹਾਰਾਜ ਨੇ ਸਾਰਿਆਂ ਨੂੰ ਸੱਦ ਕੇ ਕਿਹਾ ਸੀ ਕਿਹਨੂੰ ਕਿਹਨੂੰ ਤਕਲੀਫ ਆ। ਉਹਨਾਂ ਕਿਹਾ ਜੀ ਸਾਨੂੰ ਸਾਰਿਆਂ ਨੂੰ, ਅਸੀਂ ਸੌਣਾ ਹੁੰਦਾ। ਮਹਾਰਾਜ ਸਾਹਿਬ ਕਹਿਣ ਲੱਗੇ ਚੰਗਾ ਫਿਰ ਭਾਈ ਇਹ ਬਾਂਗਾ ਨਹੀਂ ਦੇਣਗੇ, ਤੁਸੀਂ ਇਹਨਾਂ ਨੂੰ ਘਰੋਂ ਘਰ ਜਾ ਕੇ ਠਾ ਕੇ ਆਇਆ ਕਰੋ ਜੀ। ਉਹ ਕਹਿੰਦੇ ਸਾਡੇ ਕੋਲ ਉੱਠਣੇ ਨਹੀਂ। ਕਹਿੰਦੇ ਨਹੀਂ ਉੱਠਣੇ ਤੇ ਫਿਰ ਕਿਸੇ ਦੇ ਧਰਮ ਦੇ ਕੰਮ ਆ, ਉਹਦਾ ਧਰਮ ਦਾ ਕੰਮ ਇਸੇ ਤਰ੍ਹਾਂ ਚੱਲੂਗਾ। ਬੇਸ਼ੱਕ ਰਾਜ ਸਿੱਖਾਂ ਦਾ ਪਰ ਉਹਦੇ ਵਿੱਚ ਮੁਸਲਮਾਨ ਧਰਮ ਵੀ ਵਧਿਆ। ਬਿਲਕੁਲ ਜੀ, ਸਾਰੇ ਧਰਮ ਵਧੇ ਫੁੱਲੇ ਜੀ। ਕਿਉਂ ਅੱਜ ਟਕੇ ਟਕੇ ਦੇ ਲੋਕ ਆ, ਮੈਂ ਦੇਖਿਆ ਕੱਲ ਜੰਮੇ ਮੁੜ ਕੇ ਰਾਜਨੀਤਿਕ ਬਣ ਗਏ, ਪਰ ਰਾਜਨੀਤਿਕ ਬਣ ਕੇ ਤੇ ਵੜਿੰਗ ਵਰਗੇ ਗੱਲਾਂ ਕਰਦੇ ਫਿਰਦੇ ਵੀ ਜੇ ਖਾਲਸਾ ਰਾਜ ਆ ਗਿਆ ਤੇ ਇਹ ਤਾਂ ਸਾਰਿਆਂ ਨੂੰ ਅੰਮ੍ਰਿਤ ਛਕਾ ਦੇਣਗੇ, ਇਹ ਤਾਂ ਹਿੰਦੂਆਂ ਦੀਆਂ ਦਾੜੀਆਂ ਰਖਾ ਦੇਣਗੇ। ਇਹ ਲੋਕ ਉਹ ਲੋਕ ਆ ਜਿਹੜੇ ਆਪ ਧਰਮ ਤੋਂ ਬਿਲਕੁਲ ਅਣਜਾਣ ਆ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਵੀ ਇਹ ਦਾੜੇ ਤੇ ਕਸ਼ਹਿਰਿਆਂ ਵਾਲਿਆਂ ਦੇ ਬਾਬਤ ਹੀ ਅੱਜ ਇੱਕ ਖਾਨ ਬੜਿਆ ਮੋੜੀ ਬਾਬਾ ਡਾਂਗ ਵਾਲਿਆ ਰੰਨ ਬਸਰੇ ਨੂੰ ਗਈ। ਵਾਹਿਗੁਰੂ ਜੀ। ਬਿਲਕੁਲ ਜੀ। ਇਹਨਾਂ ਕਰਕੇ ਹਿੰਦੁਸਤਾਨ ਦਾ ਮਾਨ ਸਨਮਾਨ ਬਣਿਆ, ਜਿਨ੍ਹਾਂ ਨੂੰ ਅਸੀਂ ਅੱਜ ਠੇਠਾਂ ਕਰਦੇ ਹਾਂ। ਬਿਲਕੁਲ ਬਿਲਕੁਲ ਜੀ। ਸ਼ਾਇਦ ਇਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਪਹਿਲਾ ਐਸਾ ਰਾਜ ਸੀ ਜਿਹਦੇ ਵਿੱਚ ਸਾਰੇ ਧਰਮ ਜਿਹੜੇ ਨੇ ਅੱਗੇ ਵਧੇ ਨੇ, ਵਿਕਾਸ ਸਾਰੇ ਧਰਮਾਂ ਦਾ ਪ੍ਰਫੁੱਲਤ ਹੋਇਆ। ਬਿਲਕੁਲ ਵਿਕਾਸ ਹੋਇਆ। ਬਿਲਕੁਲ ਉਹਨਾਂ ਦਾ ਬਿਲਕੁਲ ਜਾਨ ਮਾਲ ਦੀ ਰਾਖੀ ਖਾਲਸੇ ਨੇ ਕੀਤੀ। ਬਿਲਕੁਲ ਬਿਲਕੁਲ ਜੀ। ਔਰ ਉਹਨੇ ਫਿਰ ਅਬਦਾਲੀ ਨੇ, ਕਿਉਂਕਿ ਉਹ ਰਾਜਨੀਤਿਕ ਬੰਦਾ ਸੀਗਾ, ਮੈਂ ਕੇਂਦਰ ਇਹਨੂੰ ਰੱਖਾਂ ਵਿਚਾਰ ਨੂੰ ਜੀ, ਉਹ ਰਾਜਨੀਤਿਕ ਬੰਦਾ ਸੀਗਾ। ਉਹਨੇ ਫਿਰ ਕੁਛ ਨਾ ਸੁਗਾਤਾਂ ਇਕੱਠੀਆਂ ਕੀਤੀਆਂ, ਜਿਵੇਂ ਕੁਛ ਗਿਰੀਆਂ ਲੈ, ਕੁਛ ਬਦਾਮ ਲੈ, ਕੁਛ ਉਹਨੇ ਮੇਵੇ ਲੈ ਕਾਬਲ ਦੇ, ਕੁਛ ਕਾਬਲ ਦੀਆਂ ਜਿਹੜਾ ਡਰਾਈ ਫਰੂਟ ਸਾਰਾ ਇਕੱਠਾ ਕੀਤਾ ਜੀ। ਤੇ ਇਹ ਕਸ਼ਮੀਰ ਦੇ ਉਹਨੇ ਐਪਲ ਲੈ, ਸੇਬ ਲੈ, ਇੱਕ ਕਸ਼ਮੀਰ ਦਾ ਧੁੱਸਾ ਲਿਆ ਜਿਹਨੂੰ ਆਪਾਂ ਲੋਈ ਕਹਿ ਸਕਦੇ ਹਾਂ, ਕੋਈ ਗਰਮ ਲੋਈ ਲਈ ਜੀ। ਤੇ ਉਹਨੇ ਬਾਬਾ ਲਹਿਣਾ ਸਿੰਘ ਨੂੰ ਭੇਜੀ ਤੇ ਨਾਲ ਉਹਨੇ ਇੱਕ ਨਵਾਬੀ ਭੇਜੀ ਵੀ ਜੇ ਤੁਸੀਂ ਮੇਰੇ ਆਖੇ ਲੱਗ ਕੇ ਲਾਹੌਰ ਦੇ ਵਿੱਚ ਆ ਜਾਓਗੇ, ਮੇਰੀ ਨਵਾਬੀ ਲੈ ਲਓਗੇ ਤੇ ਇਹੋ ਜਿਹੀਆਂ ਸੁਗਾਤਾਂ ਦਾਤਾਂ ਮੈਂ ਤੁਹਾਨੂੰ ਦਿੰਦਾ ਹੀ ਰਹਾਂਗਾ ਜੀ। ਤੇ ਕਿਉਂਕਿ ਰਾਜਨੀਤਿਕ ਬੰਦੇ ਜਿਹੜੇ ਹੁੰਦੇ ਆ ਉਹ ਖੜੀ ਖੇਤੀ ਦਾ ਹਿਸਾਬ ਲਾਉਂਦੇ ਹੁੰਦੇ ਆ। ਉਹਦਾ ਸੀਗਾ ਵੀ ਜੇ ਮੇਰੇ ਆਖੇ ਲੱਗ ਜਾਣਗੇ ਤੇ ਮੇਰਾ ਰਾਹ ਰੋਕਣ ਵਾਲਾ ਕੋਈ ਨਹੀਂਗਾ, ਕਿਉਂਕਿ ਮੈਨੂੰ ਸਿੱਖ ਹੀ ਰੋਕਦੇ ਆ, ਇਹ ਮੇਰੀਆਂ ਨਾਸਾਂ ਭੰਨਦੇ ਆ ਜੀ। ਤੇ ਸਰਦਾਰ ਬਾਬਾ ਲਹਿਣਾ ਸਿੰਘ ਉਹਨਾਂ ਦੀ ਸਾਡੇ ਵਡੇਰੇ ਕਿਹੋ ਜਿਹੇ ਸਨ, ਉਹਨਾਂ ਦਾ ਮਾਨ ਸਨਮਾਨ ਕੀ ਸੀ, ਉਹ ਧਰਮ ਪ੍ਰਤੀ ਕਿੰਨੇ ਕੁ, ਉਹ ਧਰਮ ਪ੍ਰਤੀ ਉਹਨਾਂ ਦੀ ਸੋਚ ਕਿਹੋ ਜਿਹੀ ਸੀ ਤੇ ਉਹ ਧਰਮ ਪ੍ਰਤੀ ਉਹਨਾਂ ਨੂੰ ਕਿੰਨੇ ਸਹਿਰਦ ਸਨ, ਇਹ ਸਾਨੂੰ ਸਾਡੇ ਇਤਿਹਾਸ ਤੋਂ ਪਤਾ ਲੱਗਦਾ ਹੈ ਜੀ। ਉਹਨਾਂ ਨੇ ਉਦੋਂ ਇੱਕ ਸਿੱਖ ਨੂੰ ਆਵਾਜ਼ ਮਾਰ ਕੇ ਕਿਹਾ ਵੀ ਸਿੰਘਾ ਹੋ ਰਿਹਾ। ਉਹਨਾਂ ਕਿਹਾ ਹਾਂਜੀ। ਕਹਿੰਦੇ ਉੱਥੋਂ ਮੜਿਆਂ ਦੇ ਕੁਛ ਬੇਰ ਲਿਆ। ਉਹਨੇ ਬੇਰ ਲਿਆਂਦੇ, ਮਲਿਆਂ ਦੇ ਤੋੜ ਕੇ ਉਹਨੇ ਕਿਹਾ ਕੁਛ ਛੋਲੇ ਪਾ ਦੇ ਝੋਲੇ ਚ, ਛੋਲੇ ਭੁੱਜੇ ਛੋਲੇ ਪਾਤੇ। ਕਹਿੰਦੇ ਸਗਮਲ ਜਿਹਨੂੰ ਆਪਾਂ ਪੰਜਾਬੀ ਚ ਗੋਂਗਲੂ ਵੀ ਕਹਿੰਦੇ, ਗੋਂਗਲੂ ਪੱਟ ਕੇ ਲਿਆ, ਉਹ ਵੀ ਪਾਤੇ। ਕਹਿੰਦੇ ਆ ਲਿਆ ਆ ਮੇਰਾ ਇੱਕ ਕੰਬਲ, ਇਹ ਵਿੱਚ ਪਾ ਦੇ, ਜਿਹੜਾ ਸਿਆਲ ਨੂੰ ਮੈਂ ਉੱਤੇ ਲੈਣਾ ਤੇ ਗਰਮੀਆਂ ਨੂੰ ਆਪਣੇ ਥੱਲੇ ਵਿਛਾਉਣਾ ਜੀ। ਸਾਰੀਆਂ ਚੀਜ਼ਾਂ ਪਾ ਕੇ ਉਹਦੇ ਅਬਦਾਲੀ ਦੇ ਦਰਬਾਰੀ ਨੂੰ ਕਹਿਤਾ, ਕਹਿੰਦੇ ਉਹਨੂੰ ਜਾ ਕੇ ਕਹਿ ਦੀ ਜੇ ਨਵਾਬੀ ਲੈਣੀ ਹੋਈ ਤੇ ਪੁੱਤ ਹਿੱਕ ਦੇ ਜ਼ੋਰ ਨਾਲ ਲਵਾਂਗੇ, ਦਿੱਤੀਆਂ ਹੋਈਆਂ ਭੀਖਾਂ ਨਹੀਂ ਖਾਲਸਾ ਲੈਂਦਾ। ਵਾਹਿਗੁਰੂ ਜੀ। ਹਾਂਜੀ। ਤੇ ਦੂਜੀ ਗੱਲ ਰਹਿ ਗਈ ਤੇਰੀਆਂ ਗਿਰੀਆਂ ਤੇ ਬਦਾਮਾਂ ਦੀ, ਮੈਂ ਛੋਲਿਆਂ ਵਿੱਚੋਂ ਤੇਰੀਆਂ ਗਿਰੀਆਂ ਦਾ ਬਦਾਮਾਂ ਦਾ ਰਸ, ਗੋਂਗਲੂਆਂ ਵਿੱਚੋਂ ਸੇਬਾਂ ਵਰਗਾ ਰਸ, ਤੇਰੇ ਧੁੱਸਿਆਂ ਗਰਮ ਧੁੱਸਿਆਂ ਵਿੱਚੋਂ ਪਾਟੇ ਕੰਬਲ ਲੈ ਕੇ ਗੁਜ਼ਾਰਾ ਕਰ ਲਾਂਗਾ, ਪਰ ਮੈਂ ਆਪਣੇ ਖਾਲਸਾ ਪੰਥ ਦੇ ਪਿੱਠ ਵਿੱਚ ਛੁਰਾ ਨਹੀਂ ਮਾਰ ਸਕਦਾ। ਵਾਹਿਗੁਰੂ ਵਾਹਿਗੁਰੂ ਜੀ। ਇਹ ਸਾਡੇ ਵਡੇਰਿਆਂ ਦਾ ਕਿਰਦਾਰ ਸੀ। ਆਪ ਹੀ ਨਹੀਂ ਕੌਮ ਨੂੰ ਲੜਾਉਂਦੇ ਸੀ ਉਹ ਵੀ ਕੌਮ ਨੂੰ ਲੜਾ ਦਿਓ, ਦੁਫਾੜ ਕਰ ਦਿਓ ਕੌਮ ਨੂੰ। ਆਪ ਹੀ ਤਖਤਾਂ ਪ੍ਰਤੀ, ਧਰਮ ਪ੍ਰਸਥਾਨਾਂ ਪ੍ਰਤੀ, ਗੁਰੂ ਪ੍ਰਤੀ ਆਪ ਹੀ ਇਹੋ ਜਿਹੇ ਬੋਲ ਕੇ ਕੌਮ ਨੂੰ ਲੜਾ ਕੇ ਉਹਨਾਂ ਅੰਦਰੋਂ ਸਿਦਕ ਦਾ ਜਿਹੜਾ ਚੰਗਿਆੜੀ ਉਹ ਖਤਮ ਹੀ ਕਰ ਦੇਈਏ, ਏਦਾਂ ਨਹੀਂ ਸੀ ਕਰਦੇ। ਬਿਲਕੁਲ ਬਿਲਕੁਲ ਜੀ। ਉਹਨਾਂ ਦੀ ਅਸਲ ਜੇ ਪੰਥ ਪਹਿਲਾਂ ਸੀ, ਸਾਡੇ ਜਿਹੜੇ ਅੱਜ ਦਾ ਦੌਰ ਹੈ ਤੇ ਨਿੱਜ ਪਹਿਲਾਂ ਆ ਗਿਆ ਜੀ। ਹਾਂ, ਉਹ ਪੰਥ ਪ੍ਰਸਤ ਹੀ ਸਨ, ਉਹ ਗੁਰੂ ਪ੍ਰਸਤ ਸਨ। ਬਿਲਕੁਲ ਬਿਲਕੁਲ ਜੀ। ਉਹ ਗੁਰੂ ਦਾ ਆਸਰਾ ਲੈ ਕੇ ਚੱਲਦੇ ਸੀ, ਤਦੇ ਨਿਰਾਸ਼ਰੇ ਨਹੀਂ ਹੋਏ ਜੀ ਜੀ ਜੀ। ਬਿਲਕੁਲ ਬਿਲਕੁਲ ਜੀ। ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਰਹੇ ਸਨ ਤਾਂ
ਜਥੇਦਾਰ ਸਰਦਾਰ ਹਰੀ ਸਿੰਘ ਜੀ ਭੰਗੀ, ਜੀ ਇਹ ਭੰਗੀ ਮਿਸਲ ਦੇ ਸਨ ਜੀ ਕਿ ਜਦੋਂ ਇੱਥੇ ਇੱਕ ਬ੍ਰਾਹਮਣ ਨੇ ਆ ਕੇ ਦੁਹਾਈ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਜੀ ਕਿ ਦੇਖੋ ਜੀ ਸਾਡੀ ਰੱਖਿਆ ਕਰੋ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮਾਣ ਦਿੱਤਾ ਆ ਕਿ ਇੱਥੇ ਅਰਦਾਸ ਕੇਵਲ ਸਿੱਖ ਦੀ ਆ, ਫਰਿਆਦ ਕੋਈ ਵੀ ਕਰ ਸਕਦਾ ਹੈ। ਬਿਲਕੁਲ ਜੀ। ਮੈਂ ਫਿਰ ਰਿਪੀਟ ਕਰ ਰਿਹਾ, ਜੀ ਸ੍ਰੀ ਹਰਮੰਦਰ ਸਾਹਿਬ ਹਰ ਵਰਗ ਬੰਦਾ ਅਰਦਾਸ, ਹਰ ਵਰਗ ਦਾ, ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ, ਕਿਸੇ ਜਾਤੀ ਨਾਲ ਸੰਬੰਧ ਹੋਵੇ, ਕਿਸੇ ਧਰਮ ਮਜ਼ਹਬ ਨਾਲ ਸੰਬੰਧ ਹੋਵੇ, ਉਹ ਅਰਦਾਸ ਕਰਵਾ ਸਕਦਾ ਹੈ। ਜੀ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਕੇਵਲ ਖਾਲਸਾ ਪੰਥ ਦੀ ਅਰਦਾਸ ਹੁੰਦੀ ਆ, ਫਰਿਆਦ ਕੋਈ ਵੀ ਕਰ ਸਕਦਾ ਹੈ। ਫਰਿਆਦ ਕੋਈ ਵੀ ਕਰ ਸਕਦਾ, ਬਿਲਕੁਲ ਜੀ। ਇਹ ਖਾਲਸੇ ਦਾ ਤਖਤ ਆ। ਜੀ 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 ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਾਲਸਾ ਪੰਥ ਨੂੰ, ਸਿੱਖਾਂ ਨੂੰ ਤਖਤ ਦਿੱਤਾ ਆ। ਬਿਲਕੁਲ ਜੀ। ਤੋ ਤਖਤ ਦੇ ਥੱਲੇ ਖਲੋ ਕੇ ਉਹਨੇ ਆ ਕੇ ਦੁਹਾਈ ਦਿੱਤੀ ਕਿ ਖਾਲਸਾ ਜੀ ਮੈਂ ਫਰਿਆਦੀ ਆ, ਜੀ ਮੇਰੀ ਫਰਿਆਦ ਸੁਣੀ ਜਾਵੇ। ਜੀ ਮੈਂ ਫਰਿਆਦੀ ਹੋ ਕੇ ਤੁਹਾਡੀ ਸ਼ਰਨ ਚ ਆਇਆ, ਖਾਲਸੇ ਦੀ ਸ਼ਰਨ ਚ ਆਇਆ। ਜੀ ਤਾਂ ਜਥੇਦਾਰ ਹਰੀ ਸਿੰਘ ਨੇ ਪੁੱਛਿਆ ਵੀ ਤੂੰ ਰੋ ਰਿਹਾ, ਤੈਨੂੰ ਗੱਲ ਕੀ ਆ? ਤੇਰੇ ਹੌਕੇ ਨਹੀਂ ਸੁੱਕ ਰਿਹਾ, ਤੇਰੇ ਅੱਖਾਂ ਦਾ ਪਾਣੀ ਨਹੀਂ ਸੁੱਕ ਰਿਹਾ, ਕੀ ਗੱਲ ਹੈ? ਵਾਹਿਗੁਰੂ ਜੀ। ਤੇ ਉਹਨੇ ਕਿਹਾ ਖਾਲਸਾ ਜੀ ਮੈਂ ਬ੍ਰਾਹਮਣ ਆ, ਤਾਂ ਮੈਂ ਆ ਰਿਹਾ ਸਾਂ ਲਾਹੌਰ ਤੋਂ, ਤੇ ਮੇਰੀ ਘਰਵਾਲੀ ਦਾ ਡੋਲਾ ਜਿਹੜਾ ਵਾ ਉਹ ਸਮਾਨ ਖਾਨ ਉਠਾ ਕੇ ਲੈ ਗਿਆ। ਜੀ ਤੇ ਮਹਾਰਾਜ ਮੇਰੇ ਤੇ ਦਇਆ ਕਰੋ, ਮੇਰੇ ਕਰਮ ਦੀ ਗੱਲ ਹੈ, ਧਰਮ ਦੀ ਗੱਲ ਹੈ, ਮੇਰੇ ਮਾਨ ਸਨਮਾਨ ਇਸ ਦੀ ਗੱਲ ਹੈ, ਜੀ ਤੇ ਮੈਂ ਜਾਵਾਂ ਤੇ ਕਿੱਥੇ ਜਾਵਾਂ? ਜੀ ਤੇ ਪੁੱਛਿਆ ਵੀ ਉਹ ਕਿੰਨੇ ਕੁ ਜਾਣੇ ਸੀ? ਕਹਿੰਦੇ ਉਹ 3 ਜਾਣੇ ਸੀ, ਅਸੀਂ 30 ਜਾਣੇ ਸਾਂ। ਜੀ ਪਰ 30 ਜਾਣੇ ਤਿੰਨਾਂ ਦਾ ਮੁਕਾਬਲਾ ਨਹੀਂ ਕਰ ਸਕੇ, ਕਿਉਂ? ਕਾਰਨ ਇਹ ਸੀ ਸ਼ਾਸਤਰ ਤੋਂ ਹੀਨ ਸੀ, ਜੀ ਸ਼ਾਸਤਰ ਤੋਂ ਸਖਣੇ ਸੀ, ਤੇ ਸ਼ਾਸਤਰ ਤੋਂ ਬਿਨਾਂ ਤੇ ਭਾਜੀ ਕੁੱਤਾ ਵੀ ਆ ਕੇ ਦੰਦ ਮਾਰ ਜਾਂਦਾ, ਕੁੱਤਾ ਵੜ ਜਾਂਦਾ। ਮੈਂ ਤੁਹਾਡੇ ਪ੍ਰੋਗਰਾਮ ਤੇ ਸੁਣਿਆ ਸੀ ਵੀ ਸਿੰਘ ਨੂੰ ਕੁੱਤੇ ਪੈ ਗਏ ਸਨ, ਤੇ ਜੇ ਉਹ ਸ਼ਾਸਤਰ ਨਾ ਹੁੰਦਾ ਉਹਨਾਂ ਲੀਰ ਲੀਰ ਕਰਕੇ ਖਿਲਾਰ ਦੇਣਾ। ਬਿਲਕੁਲ ਬਿਲਕੁਲ ਜੀ, ਉਹ ਆਪਾਂ ਵੀਡੀਓ ਵੀ ਉਹ ਆਈ ਹੋਈ ਆ। ਹਾਂ ਜੀ ਕਿਉਂ? ਇਹ ਸਾਨੂੰ ਮਹਾਰਾਜ ਨੇ ਸੈਲਫ ਡਿਫੈਂਸ ਲਈ, ਆਪਣੀ ਰੱਖਿਆ ਵਾਸਤੇ ਦਾਤਾ ਸਾਨੂੰ ਦਿੱਤਾ ਆ। ਇਹ ਆਪਣੀ ਰੱਖਿਆ ਤੇ ਜਰਵਾਣੇ ਦੀ ਭਖਿਆ। ਜੀ 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 ਕਹਿੰਦੇ ਉਹ ਦੱਸ ਰਿਹਾ ਸੀ ਕਿ ਮੇਰੀ ਇਸ ਤਰ੍ਹਾਂ ਘਰਵਾਲੀ ਨੂੰ ਖੋ ਕੇ ਲੈ ਗਏ, ਤੇ ਹਰੀ ਸਿੰਘ ਭੰਗੀ ਜਿਹੜੇ ਉਹ ਵੀਰ ਆਸਣ ਹੋਈ ਜਾ ਰਹੇ ਸਨ ਅਕਾਲ ਤਖਤ ਸਾਹਿਬ ਤੇ। ਜੀ ਤੇ ਉਹਨਾਂ ਉਦੋਂ ਕਿਹਾ ਵੀ ਉਹ ਅਸਮਾਨ ਖਾਨ ਜਿਹੜਾ ਆ ਉਹਨੂੰ ਜਾ ਕੇ ਸੋਧਿਆ ਜਾਵੇ, ਤੇ ਇਹਦੀ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲਿਆਂਦਾ ਜਾਵੇ। ਜੀ ਤੇ ਪਰ ਸਿੰਘਾਂ ਵਿੱਚ ਗੱਲ ਚੱਲ ਪਈ ਕਿ ਜਥੇਦਾਰ ਸਾਹਿਬ ਉਹਦੇ 12 ਕਿਲੇ ਆ, ਤੇ 12 ਕਿਲਿਆਂ ਤੇ ਫਤਿਹ ਪਾਉਣੀ, ਕਿਉਂਕਿ ਲੰਗਰ ਪੱਕ ਰਿਹਾ ਸੀ, ਲੰਗਰ ਛਕ ਲੈਣਾ ਚਾਹੀਦਾ। 12 ਕਿਲਿਆਂ ਤੇ ਫਤਿਹ ਪਾਉਣੀ ਜਿਹੜੀ ਆ ਉਹ ਬੜੀ ਔਖੀ ਹੋ ਜਾਵੇਗੀ। ਜੀ ਕਹਿੰਦੇ ਜਦੋਂ ਵਿਚਾਰ 2 ਭਾਗਾਂ ਚ ਗਈ, ਤੇ ਸਰਦਾਰ ਜਥੇਦਾਰ ਸਾਹਿਬ ਜੀ ਨੇ ਕਿਹਾ ਵੀ ਚਲੋ ਨਾ ਤੁਸੀਂ ਆਪਣੀ ਕਰੋ ਨਾ ਮੈਂ ਕਰਾਂ, ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ। ਵਾਹਿਗੁਰੂ ਜੀ। ਤੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਆ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਤੇ ਗੁਰੂ ਸਾਡਾ ਗੁਰੂ ਨਾ ਹੁੰਦਾ ਤੇ 500 ਸਾਲ ਤੱਕ ਪੰਥ ਦੀ ਅਗਵਾਈ ਨਾ ਕਰਦੇ ਗੁਰੂ। ਵਾਹਿਗੁਰੂ ਵਾਹਿਗੁਰੂ ਜੀ। ਕਦੇ ਜਰੀਆ ਨੇ ਅਗਵਾਈ ਨਹੀਂ ਕੀਤੀ ਖਾਲਸਾ ਪੰਥ ਦੀ। ਵਾਹਿਗੁਰੂ ਜੀ ਜੀ ਜੀ। ਇਹ ਗੁਰੂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ, ਤੇ ਅਗਵਾਈ ਕਰ ਰਹੇ ਨੇ ਪੰਥ ਦੀ। ਵਾਹਿਗੁਰੂ ਜੀ। ਸੱਚੇ ਪਾਤਸ਼ਾਹ ਦੀ ਹਜ਼ੂਰੀ ਗਏ ਤੇ ਅਰਦਾਸ ਕਰਕੇ ਕਿਹਾ ਮਹਾਰਾਜ ਆਹ ਮਸਲਾ ਆਪ ਹੁਕਮ ਦਿਓ। ਜੀ ਤੇ ਉਹ ਬਚਨ ਲਿਖੇ ਹੋਏ ਆ ਵੀ ਚੱਕ ਪੱਤਰੇ ਦਰਸ਼ਨ ਜਬ ਦੇਖਾ, ਤੇ ਬਸੰਤ ਵਾਰ ਕੋ ਆਇਓ ਲੇਖਾ। ਜਿਵੇਂ ਆਪਾਂ ਅੱਜ ਪ੍ਰਕਾਸ਼ ਕਰਨਾ ਕਹਿੰਦੇ, ਉਦੋਂ ਚੱਕਣਾ ਕੋਈ ਐਸੀ ਬੋਲੀ ਹੋਵੇਗੀ ਜਿਵੇਂ ਕਵੀ ਜੀ ਨੇ ਲਿਖਿਆ। ਜੀ ਜੀ। ਚੱਕ ਪੱਤਰੇ ਦਰਸ਼ਨ ਜਬ ਦੇਖਾ, ਤੇ ਬਸੰਤ ਵਾਰ ਕੋ ਆਇਓ ਲੇਖਾ। ਜੀ ਬਸੰਤ ਆ ਗਿਆ ਕਿ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਾਇਓ ਖੜੋਵਾ। ਵਾਹਿਗੁਰੂ ਵਾਹਿਗੁਰੂ। ਉਹ ਖਾਲਸਾ ਜੀ ਤੁਸੀਂ ਤਾਂ ਉਹ ਸੂਰਮੇ ਆ ਜਿਨ੍ਹਾਂ ਨੇ ਪੰਜਾਂ ਨੂੰ ਜਿੱਤ ਲਿਆ। ਇਹ ਕਿਹੜੇ ਬਾਗ ਦੀ ਮੂਲੀ ਜਿਹੜੇ ਤੁਹਾਡੇ ਸਾਹਮਣੇ ਖਲੋ ਜਾਵੇਗਾ? ਵਾਹਿਗੁਰੂ ਵਾਹਿਗੁਰੂ। ਗੁਰੂ ਜੀ ਨੇ ਗਵਾਹੀ ਕੀਤੀ, ਜਕਾਰੇ ਲਾ ਕੇ ਸਿੰਘ ਘੋੜਿਆਂ ਤੇ ਚੜ ਗਏ। ਜੀ। ਤੇ ਮੇਰੇ ਵਰਗਾ ਸੀ ਕਮਜ਼ੋਰ ਕੋਈ, ਉਹਨੇ ਸਰਦਾਰ ਸਾਹਿਬ ਦਾ ਘੋੜਾ ਰੋਕ ਕੇ ਕਿਹਾ ਮਹਾਰਾਜ ਉਹਦੇ 12 ਕਿਲੇ ਆ, ਆਪਾਂ ਨੂੰ ਵਿਚਾਰ ਕਰ ਲੈਣੀ ਚਾਹੀਦੀ ਆ। ਕਿ ਸਰਦਾਰ ਸਾਹਿਬ ਜੀ ਨੇ ਜ਼ੋਰ ਦੇ ਨਾਲ ਝੋਕਾ ਦੇ ਕੇ ਪਰੇ ਸੁੱਟ ਕੇ ਕਿਹਾ, ਕਹਿੰਦੇ ਗੁਰੂ ਗ੍ਰੰਥ ਨੇ ਦਈ ਆਵਾਜ਼, ਸੋਈ ਕਰੋ ਕਿ ਹਮਰੋ ਕਾਜ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ਾਂ ਹੈ, ਉਹ ਸਾਡੇ ਕਾਰਜ ਕਰੇਗਾ। ਵਾਹਿਗੁਰੂ ਜੀ। ਤੇ
ਉਸ ਜਾ ਕੇ ਉਸਮਾਨ ਖਾਨ ਨੂੰ ਮਾਰਿਆ ਔਰ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਸ੍ਰੀ ਅਕਾਲ ਤਖਤ ਸਾਹਿਬ ਲਿਆਂਦਾ। ਇਹ ਸ਼ਸਤਰ ਨਹੀਂ ਆ ਸਕਦਾ ਸੀ, ਉਸ ਤਰ੍ਹਾਂ ਨਹੀਂ ਸੀ ਆ ਸਕਦਾ। ਵਾਹਿਗੁਰੂ, ਬਿਲਕੁਲ ਜੀ, ਬਿਲਕੁਲ। ਤੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਸਤਰ ਦਿੱਤੇ ਆ ਔਰ ਨਾਲ ਕਿਹਾ ਭਾਈ ਤੂੰ ਪੂਰਨ ਤਾਂ ਹੀ ਆ, ਤੇਰੇ ਕੋਲੇ ਭਗਤੀ ਵੀ ਹੋਵੇ, ਤੇਰੇ ਕੋਲੇ ਸ਼ਕਤੀ ਵੀ ਹੋਵੇ, ਤੂੰ ਭਗਤੀ ਤੇ ਸ਼ਕਤੀ ਦਾ ਸੋਮਾ ਹੋਵੇ ਤਾਂ ਹੀ ਤੂੰ ਖਾਲਸਾ ਬਣ ਸਕਦਾ, ਵਰਨਾ ਤੂੰ ਨਹੀਂ ਖਾਲਸਾ ਹੋ ਸਕਦਾ। ਬਿਲਕੁਲ 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 ਜੀ। ਇਸ ਕਰਕੇ ਨਾ ਭਗਤੀ ਜੀਵਨ ਚੋਂ ਪਰੀ ਕੀਤੀ ਜਾ ਸਕਦੀ ਹੈ ਔਰ ਭਗਤੀ ਵਿੱਚ ਜਿਹੜੀ ਸ਼ਕਤੀ ਹੈ। ਦੇਖੋ ਇੱਕ ਵਿਚਾਰ ਹੋਰ ਕਰਨ ਵਾਲੀ ਹੈ ਜੀ। ਕਿੰਨਾ ਕੁ ਸਮਾਂ ਆਪਾਂ ਬਾਕੀ ਹੋਰ ਸਮਾਂ ਤਕਰੀਬਨ ਆਪਾਂ ਖਾਤਮੇ ਦੇ ਲਾਗੇ ਹਾਂ ਜੀ, ਪਰ ਚਲੋ ਕੋਈ ਗੱਲ ਨਹੀਂ ਜੇ। ਹਾਂਜੀ, ਮੈਂ ਬੇਨਤੀ ਕਰਕੇ ਸਮਾਪਤੀ ਕਰ ਜੀ, ਆਪਾਂ ਸਮਾਪਤ ਕਰ ਜੀ। ਸੱਚੇ ਪਾਤਸ਼ਾਹ ਜੀ ਨੇ ਜਿੱਥੇ ਵੀ ਚੁਣਿਆ ਉਹਨਾਂ ਭਗਤੀ ਨੂੰ ਚੁਣਿਆ। ਭਗਤੀ ਵਿੱਚ ਸ਼ਕਤੀ ਹੈ ਜੀ। ਮਹਾਰਾਜ ਸਾਹਿਬ ਜੀ ਦਮਦਮਾ ਸਾਹਿਬ ਆਏ ਸੀ ਜੀ। ਦਮਦਮਾ ਸਾਹਿਬ ਜਦੋਂ ਆਏ ਤਾਂ ਉਦੋਂ ਭਾਈ ਡੱਲੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਫਰ ਕੀਤਾ ਸੀ ਜੀ। ਆਫਰ ਦਿੱਤੀ ਸੀ ਕਿ ਮਹਾਰਾਜ ਜੀ ਤੁਸੀਂ ਮੈਨੂੰ ਚੇਤੇ ਨਹੀਂ ਕੀਤਾ ਜੀ। ਮੈਨੂੰ ਚੇਤੇ ਕਰ ਲੈਂਦੇ ਹੋ ਤੇ ਮੇਰੇ ਕੋਲ ਬੜੇ ਬੜੇ ਜਰਨੈਲ ਸਨ, ਬੜੇ ਬੜੇ ਸਲੀਪੇ ਸਲਾਰ ਸਨ, ਮੈਂ ਆ ਜਾਂਦਾ ਤਾਂ ਕਿ ਮੈਂ ਤੁਹਾਡੇ ਉਹ ਪਿਆਰੇ ਪਿਆਰੇ ਸਾਹਿਬਜ਼ਾਦੇ ਦੇਖੇ ਸਨ ਮਹਾਰਾਜ, ਉਹ ਸ਼ਹੀਦ ਹੋਣੋਂ ਬਚ ਜਾਂਦੇ। ਜੀ। ਤੇ ਕੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਹੱਥ ਦੀ ਤਲਵਾਰ ਦੇ ਦਿੱਤੀ ਸੀ? ਜੀ। ਕੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥ ਦੀ ਬੰਦੂਕ ਉਹਨੂੰ ਦੇ ਦਿੱਤੀ? ਢਾਲ ਤੀਰ ਉਹਨੂੰ ਦਿੱਤੇ? ਨਹੀਂ ਦਿੱਤੇ, ਕਿਉਂਕਿ ਉਹਦੇ ਕੋਲੇ ਕੇਵਲ ਸ਼ਕਤੀ ਆ। ਜੀ ਜੀ, ਬਿਲਕੁਲ ਬਿਲਕੁਲ, ਕੇਵਲ ਸ਼ਕਤੀ। ਉਹ ਸ਼ਕਤੀ ਆ, ਉਹਦੇ ਕੋਲੇ ਭਗਤੀ ਨਹੀਂ ਆ। ਜੀ, ਬਿਲਕੁਲ ਜੀ। ਤੇ ਮਹਾਰਾਜ ਜੀ ਨੇ ਉੱਥੇ ਪਰਖ ਕਰਕੇ ਨਿਰਣਾ ਵੀ ਕਰਾ ਦਿੱਤਾ ਸੀ। ਡੱਲੇ ਨੂੰ ਇਸ ਗੱਲ ਤੇ ਖਾਮੋਸ਼ ਵੀ ਹੋਣਾ ਪਿਆ ਸੀ। ਕੇਵਲ ਸ਼ਕਤੀ ਨਾਲ ਜੰਗ ਨਹੀਂ ਲੜੇ ਜਾਂਦੇ ਜੇਕਰ ਭਗਤੀ ਕੋਲ ਨਾ ਹੋਵੇ। ਬਿਲਕੁਲ 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 ਜੀ। ਤੇ ਚੱਲਦੇ ਚੱਲਦੇ ਹਜੂਰ ਸਾਹਿਬ ਜਿੱਦਣ ਆਏ ਸਨ ਉਦਣ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ ਸੀ। ਚੋਣ ਕਰਕੇ ਕਿਹਾ ਸੀ ਬਾਬਾ ਜੀ ਤੇਰੇ ਕੋਲੇ ਭਗਤੀ ਆ ਤੇ ਭਗਤੀ ਵਿੱਚੋਂ ਸ਼ਕਤੀ ਜਿਹੜੀ ਆਈ ਹੈ ਇਹ ਪਾਪ ਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਲਾਉਣੀ। ਬਿਲਕੁਲ 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 ਜੀ। ਤੂੰ ਕੇਵਲ ਸੰਤ ਹੈ ਕਿਉਂਕਿ ਤੂੰ ਭਗਤੀ ਕੀਤੀ, ਆਰਾਧਨਾ ਕੀਤੀ ਹੈ। ਆਰਾਧਨਾ ਵਿੱਚੋਂ ਭਗਤੀ ਨਿਕਲੀ ਆ। ਭਗਤੀ ਤੈਨੂੰ ਸੰਤ ਵੱਲ ਪ੍ਰੇਰਨਾ ਕਰਦੀ ਹੈ ਤੇ ਸੰਤ ਦਾ ਕੰਮ ਹੈ ਸੰਸਾਰ ਤੋਂ ਨਾਸ਼ ਕਰ ਦੇਣਾ ਪਾਪ ਦਾ। ਜੀ, ਬਿਲਕੁਲ ਬਿਲਕੁਲ ਜੀ। ਤੇ ਮੈਂ ਇਸੇ ਕਰਕੇ ਸੰਸਾਰ ਤੇ ਧਰਮ ਚਲਾਵਣ ਸੰਤ ਉਬਾਰਨ। ਸੰਤ ਉਬਾਰਨ ਜੀ। ਦੁਸ਼ਟ ਸਭਨ ਕੋ ਮੂਲ ਉਪਾਰਨ। ਦੋਸਤਾਂ ਦੀ ਜੜ੍ਹਾਂ ਪੱਟ ਕੇ ਖਾਰੇ ਸਮੁੰਦਰ ਵਿੱਚ ਸੁੱਟਣ ਵਾਸਤੇ ਆਏ। ਜੀ 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 ਜੀ। ਇਸ ਕਰਕੇ ਭਗਤੀ ਤੇ ਸ਼ਕਤੀ ਦਾ ਸੁਮੇਲ ਸਤਿਗੁਰਾਂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਤੋਂ ਸ਼ੁਰੂ ਕੀਤਾ, ਜਿਹਨੂੰ ਖਾਲਸਾ ਹੂਬਹੂ ਅੱਜ ਨਿਭਾ ਰਿਹਾ ਹੈ, ਨਿਭਾਉਂਦਾ ਹੀ ਰਹੇਗਾ। ਜਿਹੜੇ ਇਹੋ ਜਿਹੇ ਕੋਈ ਵਿਚਾਰ ਕਰਨ ਜਾਂ ਦਿੰਦੇ ਹੋਣਗੇ, ਮੈਂ ਸਮਝਦਾ ਹਾਂ ਵੀ ਉਹ ਕੋਈ ਮਾਇਨਾ ਨਹੀਂ ਰੱਖਦੀ ਸਮਾਜ ਵਿੱਚ। ਜੀ ਜੀ, ਬਿਲਕੁਲ ਬਿਲਕੁਲ ਜੀ। ਔਰ ਮੈਂ ਇੱਕ ਹੋਰ ਵੀ ਬੇਨਤੀ ਇੱਥੇ ਕਰਾਂ ਕਿ ਜਿਹੜਾ ਪੁਰਾਤਨ ਇਤਿਹਾਸ ਆ ਉਹ ਆਪਣੇ ਆਪ ਨੂੰ ਦੁਹਰਾਉਂਦਾ ਆ। ਜਦੋਂ ਅੱਜ ਆਪਾਂ 84 ਦਾ ਇਤਿਹਾਸ ਦੇਖਦੇ ਹਾਂ ਤੇ ਜਿਨ੍ਹਾਂ ਦੇ ਕੋਲ ਭਗਤੀ ਤੇ ਸ਼ਕਤੀ ਦਾ ਸੁਮੇਲ ਸੀ, ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਦੁਸ਼ਮਣ ਦੀ ਕਲਮ ਵੀ ਉਹਨਾਂ ਦੀ ਬਹਾਦਰੀ ਨੂੰ ਨਮਸਕਾਰ ਕਰ ਰਹੀ ਆ। ਤੇ ਜਦੋਂ ਆਪਾਂ ਇਕੱਲੀ ਸ਼ਕਤੀ ਤੇ ਉਹ ਜ਼ੁਲਮੀ ਹੋ ਕੇ ਜਿਹੜੇ ਆਏ ਨੇ, ਉਹਨਾਂ ਦੇ ਆਪਦੇ ਰਾਜ ਦੇ ਵਿੱਚ ਵੀ ਇੱਕ ਵੀ ਕਲਮ ਉਹਨਾਂ ਦੀ ਉਸਤਤ ਦੇ ਵਿੱਚ ਹਜੇ ਤੱਕ ਨਹੀਂ ਚੱਲੀ। ਤੁਹਾਨੂੰ ਐਸੀ ਕੋਈ ਵੀ ਕਿਤਾਬ ਨਹੀਂ ਮਿਲੇਗੀ ਜਿੱਥੇ ਉਹਨਾਂ ਦੀ ਉਸਤਤ ਕੀਤੀ ਗਈ ਹੋਵੇ। ਕਿਉਂਕਿ ਜ਼ਾਲਮ ਹੋਣਾ ਹੋਰ ਚੀਜ਼ ਹੈ, ਜ਼ਾਲਮ ਤਾਂ ਕੋਈ ਹੋਣਾ ਹੋਰ ਚੀਜ਼ ਹੈ ਜੀ, ਪਰ ਜ਼ੁਲਮ ਦਾ ਟਾਕਰਾ ਤੁਸੀਂ ਭਗਤੀ ਤੇ ਸ਼ਕਤੀ ਨਾਲ ਕਰਨਾ, ਬਿਲਕੁਲ ਜੀ, ਅਸੂਲ ਨਾਲ ਕਰਨਾ, ਉਹ ਜਿਹੜੀਆਂ ਇਤਿਹਾਸ ਦੀਆਂ ਸੰਦਲੀ ਪੈੜਾਂ ਪੈ ਜਾਂਦੀਆਂ ਨੇ ਉਹ ਨਿਸ਼ਾਨਦੇਹੀ ਕਰਦੀਆਂ ਰਹਿੰਦੀਆਂ ਜਿੰਨ ਤੱਕ ਸੰਸਾਰ ਰਹਿੰਦਾ ਹੈ। ਬਿਲਕੁਲ ਬਿਲਕੁਲ ਜੀ। ਤੋਂ ਨਿਸ਼ਾਨਦਲੀ ਪੈੜਾਂ ਪਈਆਂ ਹੋਈਆਂ ਨੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਿੰਦੁਸਤਾਨ ਦਾ ਖਾਸਾ ਹੀ ਬਲ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜ਼ਰੂਰਤ ਭਰ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਸਮਾਜ ਵਿੱਚ ਕਿ ਭਾਈ ਆ ਬੁਝਦਣਾ ਵਾਲਾ ਜੀਵਨ ਤੁਸੀਂ ਜੀ ਰਹੇ। ਵਾਹਿਗੁਰੂ ਵਾਹਿਗੁਰੂ ਜੀ। ਖਾਲਸੇ ਦੀ ਦੇਣ ਸੀ। ਦਰਾ ਖੈਬਰ ਦਾ ਐਸਾ ਰਾਹ ਰੋਕਿਆ, ਮੁੜ ਕੇ ਕੋਈ ਜਰਵਾਣਾ ਹਿੰਦੁਸਤਾਨ ਵੱਲ ਮੈਲੀ ਅੱਖ ਨਹੀਂ ਕਰ ਸਕਿਆ। ਜੀ ਜੀ ਜੀ, ਬਿਲਕੁਲ ਜੀ। ਔਰ ਇਹ ਖਾਲਸੇ ਰਾਜ ਦੀ ਬਹਾਦਰੀ ਸੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਿੱਤਾ ਹੋਇਆ ਅੰਮ੍ਰਿਤ ਸੀ। ਸਰਦਾਰ ਹਰੀ ਸਿੰਘ ਨਲੂਏ ਵਰਗੇ ਉਹ ਬਲੋਚਿਸਤਾਨੀਆਂ ਨੂੰ, ਪਠਾਨਾਂ ਨੂੰ ਮਾਤ ਪਾ ਦੇ, ਜਿਨ੍ਹਾਂ ਤੋਂ ਅੱਜ ਦੁਨੀਆ ਦੀ ਇੱਕ ਨੰਬਰ ਦੀ ਸ਼ਕਤੀ, ਇੱਕ ਨੰਬਰ ਦੀ ਤਾਕਤ ਵੀ ਹਾਰ ਕੇ ਨਿਕਲੀ ਅਮਰੀਕਾ ਵਰਗੇ। ਬਿਲਕੁਲ ਬਿਲਕੁਲ ਜੀ। ਇੰਨੇ ਸਾਲ ਤੋਂ ਬਾਅਦ ਵੀ ਉੱਥੋਂ ਹਾਰ ਕੇ ਨਿਕਲਣਾ ਪਿਆ ਜੀ। ਹਾਰ ਕੇ ਨਿਕਲੇ ਆ। ਜਿੱਥੇ ਮਹਾਰਾਜ ਸਾਹਿਬ ਨੇ ਰਾਹ ਰੋਕ ਕੇ ਲਲਕਾਰ ਕੇ ਬਾਬਾ ਹਰੀ ਸਿੰਘ ਜੀ ਆ ਗਿਆ ਨੇ, ਜਥੇਦਾਰ ਹਰੀ ਸਿੰਘ ਜੀ
ਨਲੂਆ ਸਾਹਿਬ ਜੀ ਨੇ ਨੱਥ ਪਾ ਕੇ ਰੱਖ ਦਿੱਤੀ ਸੀ ਬਲੋਚੀਆਂ ਨੂੰ, ਤੇ ਉਹਨਾਂ ਦੇ ਜਿਹੜੇ ਅਫਗਾਨੀ ਉਹਨਾਂ ਨੂੰ ਕੋਈ ਮੂੰਹ ਨਹੀਂ ਸੀ ਕਰ ਸਕਦਾ ਹਿੰਦੁਸਤਾਨ ਵੱਲ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਇਹ ਬਿਲਕੁਲ ਸ਼ਾਸਤਰ ਨਾਲ ਹੋ ਸਕਦਾ ਸੀ, ਇਹ ਚਰਖੇ ਦੀਆਂ ਤੰਦਾਂ ਨਾਲ ਨਹੀਂ ਹੋ ਸਕਦਾ, ਨਾ ਕਦੀ ਹੋਇਆ ਹੈ ਤੇ ਨਾ ਕਦੀ ਹੋ ਸਕਦਾ ਹੈ। ਅੱਜ ਵੀ ਦੁਨੀਆ ਦੀ ਤਾਕਤ ਉਹਨੂੰ ਹੀ ਮੰਨਿਆ ਜਾਂਦਾ ਹੈ ਜਿਹਦੇ ਕੋਲ ਪਰਮਾਣੂ ਸ਼ਕਤੀ ਸਭ ਤੋਂ ਵੱਧ ਹੈ। ਬਿਲਕੁਲ ਬਿਲਕੁਲ ਜੀ। ਤੇ ਬਾਰਡਰ ਤੇ ਜੋ ਕੁਝ ਲੈ ਕੇ ਬੈਠੇ ਆ, ਇਹ ਸਿਪਾਹੀ ਦਾ ਗੁਰੂ ਹੈ। ਆ ਮਸ਼ੀਨ ਗੰਨਾਂ ਬੀੜ ਕੇ ਬੈਠੇ ਆ ਬਾਰਡਰ ਤੇ, ਕਿਉਂ ਬੈਠੇ ਆ? ਬਿਲਕੁਲ ਜੀ। ਇਹ ਸਿਪਾਹੀ ਦੇ ਗੁਰੂ ਨੇ, ਉਹਦੀ ਰੱਖਿਆ, ਦੇਸ਼ ਦੀ ਰੱਖਿਆ ਹੋ ਰਹੀ ਹੈ, ਸਿਪਾਹੀ ਦੀ ਰੱਖਿਆ ਹੋ ਰਹੀ ਹੈ। ਸ਼ਾਸਤਰ ਹੀ ਸਾਡੀ ਰੱਖਿਆ ਕਰ ਸਕਦਾ ਹੈ। ਸ਼ਾਸਤਰ ਤੋਂ ਬਿਨਾਂ ਮਹਾਰਾਜ ਨੇ ਕਿਹਾ ਭਾਈ ਤੂੰ ਭੇਡ ਵਰਗਾ ਹੈ। ਵਾਹਿਗੁਰੂ ਜੀ, ਬਿਲਕੁਲ ਬਿਲਕੁਲ। ਭੇਡ ਵਰਗਾ ਭਾਵ ਇਹ ਆ, ਭੇਡ ਮਨੁੱਖ ਨਹੀਂ, ਭੇਡ ਦਾ ਭਾਵ ਇਹ ਹੋਇਆ ਇੱਥੇ ਵੀ ਭੇਡ ਵਰਗਾ ਇਹ ਹੁੰਦਾ ਵੀ ਉਹ ਜਿਹੜੇ ਗੁਣ ਆ ਅਵਗੁਣ ਤੇਰੇ ਵਿੱਚ ਆ ਜਾਣਗੇ। ਜਦੋਂ ਮਰਜੀ ਅਗਲਾ ਭੇਡ ਨੂੰ ਕੰਨੋਂ ਤੋਂ ਫੜ ਕੇ ਜਾ ਕੇ ਪਰੇ ਉਹਦੇ ਜਿਹੜੇ ਰੋਮ ਆ, ਵਾਲ ਜਿਹੜੇ ਕੱਟ ਲੈਂਦਾ ਤੇ ਉਹਨੂੰ ਫਿਰ ਮੁੰਨ ਕੇ ਤੋੜ ਦਿੰਦਾ। ਜੇ ਤੇਰੇ ਕੋਲ ਸ਼ਾਸਤਰ ਨੇ ਤੇਰੇ ਸ਼ੁਭ ਗੁਣ ਖੋ ਲੈਣਗੇ ਪਾਪੀ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਇਸ ਕਰਕੇ ਤੈਨੂੰ ਸ਼ੇਰ ਬਣਾਇਆ ਭਾਈ, ਇਹੋ ਮੋਰੀ ਆਗਿਆ ਸੁਣੋ ਰੇ ਪਿਆਰੇ, ਬਿਨਾ ਕੇਸ ਤੇਗੰਗ ਦੇਹੋ ਨਾ ਦਿਦਾਰੇ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਉਹ ਸਾਡਾ ਤੇ ਇੱਕ ਗੱਲ ਕਹਿ ਕੇ ਮੈਂ ਆਪਾਂ ਸਮਾਪਤੀ ਕਰੀਏ, ਸਾਡਾ ਹਾਲ ਪਤਾ ਅੱਜ ਕੀ ਬਣ ਗਿਆ ਜੀ। ਤੇ ਕੁਝ ਲੋਕੀ ਲੱਗੇ ਹੋਏ ਨੇ ਜਿਹੜੇ ਅਪਗ੍ਰੇਡ ਲਗਾਤਾਰ ਬਣਾਉਣ ਤੇ, ਬਈ ਡੈਮੋਕ੍ਰੇਸੀ ਆ ਗਈ ਜੀ, ਦਲੀਲ ਆ ਜੀ, ਲੌਜਿਕ ਆ ਜੀ, ਸ਼ਾਸਤਰਾਂ ਦੀ ਲੋੜ ਨਹੀਂ। ਉਹ ਕੋਈ ਤੁਰਿਆ ਜਾ ਰਿਹਾ ਸੀਗਾ ਮਹਾਤਮਾ ਤੇ ਉਹਨੂੰ ਚੋਰਾਂ ਨੇ ਘੇਰ ਲਿਆ ਜੀ। ਚੋਰਾਂ ਨੇ ਘੇਰ ਲਿਆ ਤੇ ਉਹਨੂੰ ਕਹਿੰਦੇ ਲਾ ਆਪਣੀ ਪੱਗ, ਤੋਂ ਉਹਨੇ ਪੱਗ ਵੀ ਲਾਤੀ, ਕਹਿੰਦੇ ਕਮੀਜ਼ ਵੀ ਲਾ, ਉਹ ਵੀ ਲਾਤੀ। ਜੋਤ ਕੋ ਪੈਸਾ ਟੱਕਾ ਸੀ ਉਹ ਵੀ ਲੁੱਟ ਲਿਆ ਤੇ ਉਹਨੂੰ ਕਹਿੰਦੇ ਚਾਦਰ ਖੋਲ। ਜਦੋਂ ਚਾਦਰਾ ਖੋਲਣ ਲੱਗਾ ਤੇ ਉਹ ਚੋਂ ਪਿਸਤੌਲ ਥੱਲੇ ਡਿੱਗ ਪਿਆ ਜੀ। ਤੋਂ ਭੱਜ ਕੇ ਪਰੇ ਹੋ ਗਏ। ਉਹ ਕਹਿੰਦੇ ਬਾਬਾ ਤੂੰ ਤਾਂ ਪਿਸਤੌਲ ਰੱਖਿਆ ਹੋਇਆ? ਕਹਿੰਦੇ ਹਾਂ। ਕਹਿੰਦੇ ਇਹ ਕਾਹਤੋਂ ਰੱਖਿਆ? ਕਹਿੰਦੇ ਔਖੇ ਸਮੇਂ ਲਈ ਰੱਖਿਆ। ਉਹ ਕਹਿੰਦੇ ਵੀ ਇਹ ਤੋਂ ਔਖਾ ਸਮਾਂ ਹੋਰ ਕੀ ਆਉਣਾ, ਪੱਗ ਤੇ ਤੇਰੀ ਲਾ ਲਈ ਅਸੀਂ। ਵਾਹਿਗੁਰੂ ਜੀ। ਪੱਗ ਤੇ ਤੇਰੀ ਲਾ ਲਈ ਹੈ, ਇਸ ਤੋਂ ਵੱਧ ਕੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਜੀ ਜੀ ਜੀ। ਤੈਨੂੰ ਤਾਂ ਹੀ ਬੇਇੱਜ਼ਤ ਕਰਦਾ ਤੇ ਤੂੰ ਕਿਦੋਂ, ਮਤਲਬ ਇਹ ਕਿਦੋਂ ਵਰਤਣਾ ਇਹਨੂੰ। ਇਹ ਸਾਡਾ ਹਾਲ ਬਣਿਆ ਹੋਇਆ ਵੀ ਝੂਠਾ ਸ਼ਿੰਗਾਰ ਅਸੀਂ ਰੱਖਿਆ ਹੋਇਆ, ਝੂਠਾ ਸ਼ਿੰਗਾਰ ਵਾਸਤੇ ਸੋਨੇ ਦੀਆਂ ਮੁੱਠਾਂ ਵਾਲੀਆਂ ਫੜ ਕੇ ਤੁਰੇ ਹੋਏ ਆ, ਕੇਵਲ ਤੇ ਕੇਵਲ ਉਹ ਸ਼ਿੰਗਾਰ ਵਾਸਤੇ, ਕਿਉਂਕਿ ਚਲਾਉਣੀਆਂ ਨਹੀਂ ਆਉਂਦੀਆਂ ਕਿਸੇ ਨੂੰ। ਵਾਹਿਗੁਰੂ ਜੀ, ਬਿਲਕੁਲ ਜੀ। ਤਾਂ ਚਲਾਉਣ ਤੋਂ ਨਾ ਸਾਡਾ ਉਹਨਾਂ ਪਿਆਰ ਆ, ਕੇਵਲ ਲੋਕਾਂ ਦੇ ਦਿਖਾਵੇ ਮਾਤਰ ਆ, ਪਿਆਰ ਨਹੀਂ ਹੈ ਉਹਦੇ ਨਾਲ ਸਾਡਾ। ਬਿਲਕੁਲ ਬਿਲਕੁਲ ਜੀ। ਉਹਦੀ ਪੂਜਾ ਨਹੀਂ ਅਸੀਂ ਕਰਦੇ, ਕਿਉਂਕਿ ਪੂਜਾ ਤਾਂ ਨਹੀਂ ਕਰਦੇ ਸਾਨੂੰ ਵਿਸ਼ਵਾਸ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਉਹਨਾਂ ਅਬਦਾਲੀ ਵਰਗਿਆਂ ਨੇ ਮੂੰਹ ਮੋੜ ਦਿੱਤੇ, ਦੰਦ ਖੱਟੇ ਕਰ ਦਿੱਤੇ। ਸਾਡੇ ਜਰਨੈਲਾਂ ਨੇ ਉਹ ਇਹਦੀ ਬਦੌਲਤ ਹੀ ਹੋਇਆ। ਤੇਗ ਨੂੰ ਨਮਸਕਾਰ ਤਾਂ ਹੀ ਮਹਾਰਾਜ ਨੇ ਕੀਤੀ ਹੈ, ਜੈ ਤੇਗੰ। ਤਦੇ ਕਿਹਾ ਹੈ ਮੈਂ ਤੈਨੂੰ ਨਮਸਕਾਰ ਕਰਦਾ, ਤੂੰ ਹੀ ਸੰਸਾਰ ਦਾ ਪਾਲਣਾ ਕਰ ਸਕਦੀ ਹੈ, ਤੂੰ ਹੀ ਸੰਸਾਰ ਵਿੱਚੋਂ ਪਾਪ ਮਿਟਾ ਸਕਦੀ ਹੈ। ਸ਼ਾਸਤਰ ਤੋਂ ਬਿਨਾਂ ਦੁਨੀਆ 'ਚ ਪਾਪ ਕਦੇ ਨਹੀਂ ਮਿਟਿਆ। ਵਾਹਿਗੁਰੂ ਵਾਹਿਗੁਰੂ ਜੀ, ਬਿਲਕੁਲ ਜੀ। ਇਸੇ ਕਰਕੇ ਮਿਟਿਆ, ਏਦਾਂ ਹੀ ਮਿਟਦਾ ਰਿਹਾ, ਏਦਾਂ ਹੀ ਮਿਟੇਗਾ। ਔਰ ਸਾਨੂੰ ਸਤਿਗੁਰਾਂ ਜੀ ਨੇ ਸ਼ਕਤੀ ਤੇ ਭਗਤੀ ਦੇ ਕੇ ਖਾਲਸਾ ਬਣਾਇਆ ਹੈ। ਸਾਨੂੰ ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰਾਂ ਨੂੰ ਚੇਤੇ ਰੱਖਣਾ ਚਾਹੀਦਾ। ਬਿਲਕੁਲ ਬਿਲਕੁਲ ਜੀ। ਗੁਰੂ ਪਾਤਸ਼ਾਹ ਸਾਡੀ ਇਹ ਅਰਦਾਸ ਬੇਨਤੀ ਆ ਵੀ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਤੇ ਖਾਲਸਾ ਮੁੜ ਆਪਣੇ ਉਸ ਸਿਧਾਂਤ ਨੂੰ ਸਮਝਦਿਆਂ ਹੋਇਆਂ ਮੁੜ ਜਿਹੜਾ ਹੈ ਭਗਤੀ ਦਾ ਸੁਮੇਲ ਬਣ ਕੇ ਜਿਹੜੀ ਆ ਕਾਇਨਾਤ ਦੀ ਸੇਵਾ ਕਰੇ। ਬਿਲਕੁਲ ਜੀ। ਜੀ। ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆ। ਮੇਰੇ ਕੋਲ ਨਾ ਤਾਂ ਲਫ਼ਜ਼ ਆ, ਇੱਕ ਹੁੰਦਾ ਕਿ ਨਹੀਂ ਸਪੀਚਲੈਸ ਹੋ ਜਾਣਾ। ਸੋ ਨਹੀਂ ਕੋਈ ਨਹੀਂ ਗੁਰੂ ਤੋਂ ਬਾਅਦ ਸਪੀਚਲੈਸ ਹਾਂ ਜੀ। ਸੋ ਬਹੁਤ ਬਹੁਤ ਇਹ ਸਾਰਾ ਕੁਝ ਦੇਖੋ, ਇਹ ਸਾਰਾ ਕੁਝ ਗੁਰੂ ਜੀ ਦਾ ਆ, ਸਤਿਗੁਰਾਂ ਜੀ ਦਾ ਦਿੱਤਾ ਹੋਇਆ, ਸੱਚੇ ਪਾਤਸ਼ਾਹ ਜੀ ਦਾ ਆ। ਅਸੀਂ ਤਾਂ ਮਹਾਰਾਜ ਸਾਹਿਬ ਜੀ ਦੀ ਬਣਾਏ ਹੋਏ ਰਾਹ ਤੇ ਚੱਲਣਾ ਆ। ਬਿਲਕੁਲ ਬਿਲਕੁਲ ਜੀ। ਤੋ ਅਸੀਂ ਮਹਾਰਾਜ ਸਾਹਿਬ ਜੀ ਦੀ ਬਣਾਈ ਹੋਈ ਮਰਜ਼ਾਦਾ ਤੇ ਚੱਲੀਏ ਜੀ। ਜਿਹੜੀ ਗੁਰੂ ਦੀ ਮਰਜ਼ਾਦਾ ਹੁੰਦੀ ਆ ਉਹ ਸੁੱਖ ਦਿੰਦੀ ਹੈ। ਬਿਲਕੁਲ ਜੀ। ਆਪਾਂ ਸੁਖੀ ਹੋਵਾਂਗੇ, ਪਰਿਵਾਰ ਸੁਖੀ ਹੋਊਗਾ। ਜੇ ਗੁਰੂ ਦੀ ਮਰਜ਼ਾਦਾ ਤੋਂ ਟੁੱਟ ਜਾਵਾਂਗੇ, ਨਾ ਲੋਕ ਸੁਖੀ ਹੋਊਗਾ ਨਾ ਪਰਲੋਕ ਸੁਖੀ ਹੋਊਗਾ। ਵਾਹਿਗੁਰੂ ਬਿਲਕੁਲ ਜੀ, ਬਿਲਕੁਲ। ਤੋ ਇਸ ਕਰਕੇ ਗੁਰੂ ਕਿਰਪਾ ਕਰੇ। ਜੇ ਕਈ ਵਾਰੀ ਕਈ ਲੋਕੀ ਕਹਿ ਵੀ ਦਿੰਦੇ ਵੀ ਦੇਖੋ ਇਹ ਛੋਟੀ ਜੀ ਸ੍ਰੀ ਸਾਹਿਬ ਤੁਹਾਨੂੰ ਅੱਜ ਤਾਂ ਪਰਮਾਣੂ ਬੰਬ ਆ ਗਏ, ਐਟਮ ਬੰਬ ਆ ਗਏ, ਪਰ ਇਹ ਕੀ ਕਰੋਗੇ? ਨਹੀਂ, ਛੋਟੀ ਜੀ ਸ੍ਰੀ ਸਾਹਿਬ ਕਿਵੇਂ ਲੜੋਗੇ, ਕੀ ਕਰ ਸਕੋਗੇ? ਮਸਲਾ ਇਹ ਨਹੀਂ ਹੈ। ਕਈ ਲੋਕੀ ਕਹਿ ਦਿੰਦੇ ਆ ਵੀ, ਮੈਂ ਕਈ ਵਾਰੀ ਸੁਣਦਾ ਹਾਂ ਵੀ ਦੇਖੋ ਜੀ ਜਿਹੜਾ ਜ਼ਮਾਨੇ ਨਾਲ ਬਦਲ ਜਾਣਾ ਚਾਹੀਦਾ ਹੈ। ਜ਼ਮਾਨੇ ਨਾਲ ਬਦਲ ਸਕਦਾ ਹੈ, ਸਮਾਜ ਬਦਲ ਜਾਵੇਗਾ,
ਜ਼ਮਾਨੇ ਨਾਲ ਗੁਰੂ ਦਾ ਪਿਆਰ ਨਹੀਂ ਬਦਲਦਾ, ਗੁਰੂ ਦੀ ਮਰਜ਼ਾਦਾ ਨਹੀਂ ਬਦਲਦੀ। ਬਿਲਕੁਲ ਬਿਲਕੁਲ ਜੀ। ਅਸੀਂ ਜੇ ਕਛਹਿਰਾ ਪਾਉਂਦੇ ਆ ਤਾਂ ਕਛਹਿਰਾ ਕੱਪੜੇ ਦਾ ਹੀ ਰਹੇਗਾ, ਕਛਹਿਰੇ ਦੇ ਵਿੱਚ ਨਾਲਾ ਰਹੇਗਾ, ਨਾਲੇ ਵਿੱਚ ਲਾਸਟਿਕ ਕਦੇ ਨਹੀਂ ਪਵੇਗੀ। ਬਿਲਕੁਲ ਬਿਲਕੁਲ ਜੀ। ਜੇ ਗਾਤਰਾ ਕਿਰਪਾਨ ਰਹੀ ਹੈ, ਗਾਤਰੇ ਕਿਰਪਾਨ ਹੀ ਰਵੇਗੀ। ਬੇਸ਼ੱਕ ਪਿਸਤੌਲ ਪਾ ਲਈਏ ਪਰ ਕਿਰਪਾਨ ਪਾਉਣੀ ਹੀ ਪਵੇਗੀ। ਬਿਲਕੁਲ ਬਿਲਕੁਲ ਜੀ। ਦੇਖੋ ਭਾਈ ਸਾਹਿਬ, ਅਸੀਂ ਕਹੀਏ ਅਸੀਂ ਕਰੋੜਾਪਤੀ ਹੋ ਗਏ ਹਾਂ, ਸਰਬਲੋਹ ਦੇ ਕੜੇ ਦੀ ਕੀ ਲੋੜ ਹੈ, ਸੋਨੇ ਦਾ ਪਾ ਲਈਏ, ਨਹੀਂ ਪਾ ਸਕਾਂਗੇ। ਬਿਲਕੁਲ ਬਿਲਕੁਲ ਜੀ। ਗੁਰੂ ਦੀ ਜੋ ਮਰਜ਼ਾਦਾ ਹੁੰਦੀ ਆ ਉਹਨੂੰ ਕੋਈ ਸਮਾਂ ਨਵੀਨ ਯੁੱਗ ਬਦਲਾ ਨਹੀਂ ਸਕਦਾ। ਸਤਿਗੁਰ ਮੇਰਾ ਨੀਤ ਨਵਾਂ, ਵਾਹਿਗੁਰੂ ਜੀ। ਸਦਾ ਸਦਾ ਦੇ ਤਾਰ, ਉਹ ਨਿਤ ਨਵਾਂ ਹੁੰਦਾ, ਉਹਦੀ ਵਿਚਾਰ ਨਿਤ ਨਵੀਂ ਹੁੰਦੀ ਹੈ। ਬਿਲਕੁਲ ਬਿਲਕੁਲ ਜੀ। ਤੋ ਇਸ ਕਰਕੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਚ ਲਿਆਈਏ। ਗੁਰੂ ਨਿਤ ਨਵਾਂ, ਗੁਰੂ ਦਾ ਬਚਨ ਨਿਤ ਨਵਾਂ ਆ, ਜਪਜੀ ਸਾਹਿਬ ਨਿਤ ਨਵਾਂ ਆ, ਅਸੀਂ ਸੁਣ ਤੇ ਸੁਣਾਉਣ ਵਾਲੇ ਨਿਤ ਨਵੇਂ ਆ। ਵਿਚਾਰ ਕਦੇ ਨਹੀਂ ਮੁੱਕਦੀ ਹੁੰਦੀ, ਸ਼ਬਦ ਨੇ ਸਦਾ ਹੀ ਇਸੇ ਤਰ੍ਹਾਂ ਪ੍ਰਕਾਸ਼ ਹੀ ਰਹਿਣਾ ਹੈ। ਵਾਹਿਗੁਰੂ ਵਾਹਿਗੁਰੂ ਜੀ। ਉਹਦਾ ਪ੍ਰਕਾਸ਼ ਹੀ ਇਸੇ ਤਰ੍ਹਾਂ ਰਹਿਣਾ ਆ। ਹਾਂ ਇਹ ਠੀਕ ਹੈ, ਬੋਲਣ ਵਾਲੇ ਬੜੇ ਆਏ, ਬਾਬਾ ਬੋਲਤੇ ਥੇ ਕਹਾਂ ਗਏ ਜੀ। ਬੋਲਣ ਵਾਲੇ ਆਏ, ਆ ਕੇ ਸੰਸਾਰ ਤੋਂ ਚਲ ਗਏ। ਵਿਚਾਰ ਨਹੀਂ ਕਦੀ ਮੁੱਕਦੀ ਹੁੰਦੀ, ਸ਼ਬਦ ਨਹੀਂ ਕਦੀ ਮੁੱਕਦਾ, ਸ਼ਬਦ ਨੇ ਇਸੇ ਤਰ੍ਹਾਂ ਪ੍ਰਕਾਸ਼ ਹੀ ਰਹਿਣਾ। ਵਾਹਿਗੁਰੂ ਜੀ। ਤੋ ਜਿਹੜਾ ਉਸ ਨੇਮ ਵਿੱਚ ਆ ਜਾਊਗਾ ਉਹ ਸੁਖੀ ਹੋਊਗਾ। ਨੇਮ ਤੋਂ ਜਿਹੜਾ ਬਾਹਰ ਚਲ ਜਾਊਗਾ ਜਾਂ ਕੋਈ ਨੂੰ ਕਿਸੇ ਦੀ ਵਿਚਾਰ ਸੁਣ ਕੇ ਆਪਣੇ ਮਨ 'ਚ ਇਸ ਤਰ੍ਹਾਂ ਦਾ ਬਣਾ ਲੂਗਾ ਵੀ ਸ਼ਾਇਦ ਅੱਜ ਉਹ ਸਮਾਂ ਨਹੀਂ ਆ, ਨਹੀਂ, ਇਹ ਸਾਨੂੰ ਸਪੈਸ਼ਟ ਦਿੰਦੀ ਹੈ ਸ੍ਰੀ ਸਾਹਿਬ, ਸ਼ਸਤਰ ਰੱਖਣ ਦੀ ਪ੍ਰੇਰਨਾ ਕਰਦੀ ਹੈ। ਜੀ ਜੀ ਜੀ। ਇਹ ਗੁਰੂ ਦਾ ਦਿੱਤਾ ਹੋਇਆ ਤੋਹਫਾ ਆ, ਇਹਦੇ ਵਿੱਚੋਂ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਆ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ। ਤੋ ਇਸ ਕਰਕੇ ਸਿੱਖ ਨੇ ਆਪਣੇ ਅੰਗ ਸੰਗ ਰੱਖਣੀ ਹੈ ਸਦਾ। ਵਾਹਿਗੁਰੂ ਵਾਹਿਗੁਰੂ ਜੀ। ਬਿਲਕੁਲ ਜੀ ਬਿਲਕੁਲ। ਸੋ ਬਹੁਤ ਧੰਨਵਾਦ, ਬਹੁਤ ਸਮਾਂ ਲੈ ਲਿਆ, ਭੁੱਲਾਂ ਦੀ ਖਿਮਾ ਦੇਣੀ, ਵੱਧ ਘੱਟ ਕੁਛ ਕਹਿ ਗਏ ਹੋਈਏ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆ ਜੀ ਆਪ ਜੀ ਦਾ। ਤੇ ਮੇਰੀ ਇਹ ਬੇਨਤੀ ਵੀ ਆਪਾਂ ਇਸੇ ਤਰੀਕੇ ਦੇ ਨਾਲ ਕੋਸ਼ਿਸ਼ ਕਰੀਏ ਕਿ ਹਰ ਹਫਤੇ ਆਪਾਂ ਅੱਗੇ ਮਰਿਆਦਾ ਦੇ ਉੱਤੇ ਜਿਹੜੇ ਪ੍ਰੋਗਰਾਮ ਆ ਉਹ ਕੰਟੀਨਿਊਸਲੀ ਆਪਾਂ ਜਿਹੜਾ ਪ੍ਰਕਾਰ ਨੂੰ ਸ਼ੁਰੂ ਕਰ ਸਕੀਏ। ਜਿਵੇਂ ਗੁਰੂ ਕਿਰਪਾ ਕਰਨਗੇ ਜੀ ਸੱਚੇ ਪਾਤਸ਼ਾਹ ਜੀ, ਆਪ ਆਗਿਆ ਬਖਸ਼ਣ, ਆਪਾਂ ਦਾਤਾ ਜੀ ਦੀ ਸੇਵਾ ਕਰ ਸਕੀਏ ਤੇ ਖੁਸ਼ੀ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਜੀ। ਠੀਕ ਹੈ ਮਹਾਰਾਜ ਜੀ, ਧੰਨਵਾਦ ਆਪ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ। ਹਾਂਜੀ ਪਿਆਰੇ ਖਾਲਸਾ ਜੀ, ਭਾਈ ਸਾਹਿਬ ਜੀ ਹੁਣਾਂ ਤੋਂ ਇੰਨੇ ਪਿਆਰ ਦੇ ਬਚਨ ਸਰਵਣ ਕਰਨ ਤੋਂ ਬਾਅਦ ਮੇਰੇ ਕੋਲ ਕੇਵਲ ਤੇ ਕੇਵਲ ਬਸ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਤੇ ਇੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਚਰਨਾਂ ਵਿੱਚ ਤਰਲਾ ਹੀ ਹੈ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਮੁੜ ਉਹ ਸਿਧਾਂਤ ਜਿਹਦੇ ਤੋਂ ਅਸੀਂ ਅੱਜ ਦੂਰ ਜਾਈ ਜਾ ਰਹੇ ਹਾਂ, ਸਾਨੂੰ ਇਹ ਬਲ ਬਖਸ਼ਣ ਸੱਚੇ ਪਾਤਸ਼ਾਹ ਜੀ। ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਨੇ, ਸਮਰੱਥ ਨੇ, ਤਾਂ ਜੋ ਅਸੀਂ ਆਪਣੇ ਆ ਨਿੱਕੇ ਨਿੱਕੇ ਜਿਹੜੇ ਸਾਡੇ ਕਲਾ ਕਲੇਸ਼ ਆ ਇਹਨਾਂ ਤੋਂ ਉੱਪਰ ਉੱਠਦੇ ਹੋਏ ਆਪਾਂ ਇਹ ਸੋਝੀ ਲੈ ਕੇ ਲੈ ਸਕੀਏ ਕਿ ਕਿਹੋ ਜਿਹਾ ਸਾਡਾ ਮਾਣ ਮੱਤਾ ਇਤਿਹਾਸ ਆ, ਗੁਰੂ ਸਾਹਿਬ ਜੀ ਨੇ ਕਿਵੇਂ ਅਥਾਹ ਪਿਆਰ ਜਿਹੜਾ ਖਾਲਸੇ ਦੀ ਝੋਲੀ ਦੇ ਵਿੱਚ ਪਾਇਆ ਆ, ਆਪਾਂ ਉਸ ਪਿਆਰ ਨੂੰ ਮਾਣਦੇ ਹੋਏ ਆਪਣਾ ਲੋਕ ਪਰਲੋਕ ਸਵਾਰ ਸਕੀਏ। ਸੋ ਵਿਚਾਰਾਂ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਜੀ। ਸੰਗਤ ਬਖਸ਼ਣਯੋਗ ਹੈ, ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।